for this first meeting of the year. And may I also wish you all a very happy new year. And let's hope that we have a lively... ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। And let's hope that it's a truly an enlightening year for everybody. Yeah, that's true. I'm very sorry. I think there are some people, so they're confusing the email links. Okay. Kapinder Singh ji, we can start recording now because we shall be starting as soon as the first speaker sort of gets going. There are two parts. Pehla part hai apne pen ji Simajit Kaur naal ne. I'll put up the slide there for you, and let me just share the screen so at least we can do that. Just bear with me just 1 second. Okay. उन्होंने ना जिनके प्यार एक तो मैं हाईलाइट की थी कि गुर प्रसादी जीवत मरे उल्टी होवे मत बदला इस चीज ਨੂੰ एक्सपेंड करना हैगा सो सिमरजीत जी it's all yours हाँ जी okay thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸੁੱਖਾਂ ਭਰਿਆ ਆਵੇ ਰਾਈਟ ਮੈਂ ਇਹ ਇੱਕ ਸਿਰਫ ਤੁਕ ਦੇ ਉੱਤੇ ਥੋੜੇ ਜਿਹੇ ਆਪਣੇ ਵਿਚਾਰ ਕਰਨੇ ਨੇ ਪੂਰੇ ਮੈਨੂੰ ਪਤਾ ਕਿ ਸਾਰਿਆਂ ਨੇ ਤਕਰੀਬਨ ਇਹਦੇ ਬਾਰੇ ਕੋਈ ਨਵੀਂ ਚੀਜ਼ ਤਾਂ ਹੋਣੀ ਨਹੀਂ ਪਰ ਇਹ ਮੈਨੂੰ ਕਿਵੇਂ ਆਇਆ ਕਿ ਹੁਣ ਇਸ ਗਰੁੱਪ ਵਿੱਚ ਵੀ ਕਈ ਜਾਣੇ ਬੈਠੇ ਨੇ ਤੇ ਅਸੀਂ ਆਹ ਲੋਕਡਾਊਨ ਵਿੱਚ ਕਈ ਸਹਿਜ ਪਾਠ ਕੀਤੇ ਤੇ ਇਸ ਤੁਕ ਤੇ ਆ ਕੇ ਮੈਂ ਕਾਫੀ ਅਟਕ ਗਈ ਕਾਫੀ ਇਸ ਨੂੰ ਸੋਚਿਆ ਤੇ ਉਹੀ ਜੋ ਕੁਛ ਮੈਂ ਦੇਖਿਆ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਬੇਸ਼ੱਕ ਵੀਰ ਜੀ ਇਸ ਨੂੰ ਤੁਸੀਂ ਤੁਕ ਨੂੰ ਮੇਰੇ ਖਿਆਲ ਆ ਸਾਰਿਆਂ ਨੂੰ ਪਤਾ ਕਿ ਸਿਰਫ ਗੁਰਪੁਰਬ ਮਰਾ ਉਲਟੀ ਹੋਵੇ ਮਤ ਬਦਲਾ ਹੋ ਨਾਨਕ ਮੈਲ ਨਾ ਲੱਗ ਗਈ ਨਾ ਫਿਰ ਜੋਨੀ ਪਾਹੋ ਸੋ ਇਹ ਬਹੁਤ ਵੱਡਾ ਤਾਂ ਹੈ ਨਹੀਂਗਾ ਬੇਸ਼ੱਕ ਤੁਸੀਂ ਸਕਰੀਨ ਤੋਂ ਇਸ ਨੂੰ ਦੂਰ ਕਰ ਦਿਓ ਹੈ ਨਾ ਮੈਂ ਇਸ ਨੂੰ ਕਿਉਂਕਿ ਸਾਰੇ ਯਾਦ ਰੱਖ ਸਕਦੇ ਨੇ ਬਟ ਆਈ ਐਮ ਗੋਇੰਗ ਟੂ ਡੂ ਠੀਕ ਹਾਂਜੀ ਤਾਂ It's done. Right. Screen ਨੂੰ ਫਿਰ ਕੀ ਹੋਇਆ ਹੁਣ ਤੁਸੀਂ right yeah yeah we can see you can see all of us I think I cannot see all of you ਉਹਨੀ ਸਕਰੀਨ ਰਹੀ ਆ ਜਿੰਨੇ ਤੁਸੀਂ ਪਹਿਲਾਂ ਸੀਗੇ ਜਦੋਂ ਤੁਹਾਡਾ ਉਹ ਤੁਸੀਂ ਸ਼ਬਦ ਲਾਇਆ ਹੋਇਆ ਸੀਗਾ ਉਹਨੀ ਰਹੀ ਆ ਸਕਰੀਨ ਹੁਣ ਵੀ ਅੱਛਾ I don't know what I've done but yeah ਚਲੋ ਸ਼ੁਰੂ ਕਰੋ ਤੁਸੀਂ ਹਾਂਜੀ ਤਾਂ ਇਹ ਤਾਂ ਇਸ ਕਰਕੇ ਮੈਨੂੰ ਆਇਆ ਕਿ ਮੈਂ ਪਾਠ ਕਰਦੀ ਸੀ ਤੇ ਮੈਨੂੰ ਕਾਫੀ ਇਸ ਦੇ ਉੱਤੇ ਮੈਂ ਅਟਕੀ ਤੇ ਬਹੁਤ ਜ਼ਿਆਦਾ ਇਸ ਨੂੰ ਸੋਚਿਆ ਤੇ ਇਸ ਤਰ੍ਹਾਂ ਮੇਰੇ ਲਈ ਇਹ ਸਿਰਫ ਇੱਕ ਤੁਕ ਦਾ ਕਾਫੀ ਮਹੱਤਵ ਹੋਇਆ ਤਾਂ ਮੈਂ ਸੋਚਿਆ ਤੁਹਾਡੇ ਨਾਲ ਇਸ ਨੂੰ ਸ਼ੇਅਰ ਕਰਾਂ ਇਹ ਤੁਕ ਸ਼ਲੋਕ ਵਿੱਚੋਂ ਆਉਂਦੀ ਹੈ ਜਿਹੜੀ ਕਿ ਰਾਗ ਸੋਠ ਵਾਰ ਮਹਿਲੇ ਚੌਥੇ ਕੀ ਹੈ ਸੋ ਚੌਥੇ ਪਾਤਸ਼ਾਹ ਦੀ ਜਿਹੜੀ ਵਾਰ ਆ ਉਹਦੇ ਵਿੱਚ ਜਿਹੜੇ ਸ਼ਲੋਕ ਨੇ ਤੇ ਉਹਨਾਂ ਵਿੱਚੋਂ ਇਹ ਇੱਕ ਸ਼ਲੋਕ ਵਾ ਵੀਰ ਜੀ ਮੇਰੇ ਲਈ ਸਕਰੀਨ ਨਹੀਂ ਠੀਕ ਤੁਸੀਂ ਇਕੱਲੇ ਪੂਰੇ ਆਓ ਬਾਕੀ ਸਾਰਾ ਕੋਈ ਨਹੀਂ ਗਾ ਹੈਗਾ ਬੜੀ ਓਵਰ ਪਾਵਰਿੰਗ ਆ ਮੇਰੇ ਲਈ ਸਕਰੀਨ ਹੁਣ I don't know. I mean, I'm not interfering at all. So no. Just you are sitting in the whole screen, and there are two people on there. No, that's what I'm saying. It's very. I don't know what I've done. Maybe you need to adjust something, from your end. Marjita jari upper corner is speaker view hai. Yeah, right hand top corner is. Ode te click karo. Right. Does that help? Yeah, you're right. I have got the gallery now. Yeah, thanks. Yeah. Okay. ਹੁਣ ਥੋੜਾ ਜਿਹਾ ਕੰਫਰਟੇਬਲ ਆ ਉਹ ਬੜਾ ਹੀ ਓਵਰਪਾਵਰਿੰਗ ਹੋ ਗਿਆ ਸੀਗਾ ਹੈ ਨਾ ਹਾਂਜੀ
ਓਕੇ, ਇਹ ਰਾਗ ਸੋਠ ਦੇ ਵਾਰ ਮਹਿਲੇ ਚੌਥੇ ਕੀ ਆ, ਜਿੱਥੇ ਜਿਹੜੀ ਕਿ ਇਹਦੇ ਵਿੱਚ ਚੌਥੇ ਪਾਤਸ਼ਾਹ ਨੇ 29 ਪੌੜੀਆਂ ਨੇ ਇਸ ਵਾਰ ਵਿੱਚ, ਤੇ ਜਿਹੜੇ ਸ਼ਲੋਕ ਨੇ ਉਹ ਦੂਸਰੇ ਗੁਰੂਆਂ ਦੇ ਨੇ, ਪਰ ਸਭ ਤੋਂ ਜ਼ਿਆਦਾ ਜਿਹੜੇ ਸ਼ਲੋਕ ਨੇ ਉਹ ਤੀਸਰੇ ਪਾਤਸ਼ਾਹ ਦੇ ਨੇ, 48 ਨੇ, ਜਿਨ੍ਹਾਂ ਵਿੱਚੋਂ ਹੀ ਮੈਂ ਇਹ ਇੱਕ ਸ਼ਲੋਕ ਦੇ ਵਿੱਚੋਂ ਤੁਕਾਂ ਲਈਆਂ ਨੇ। ਇਹ ਰਾਗ ਸੋਠ ਹੈ, ਜਿਹੜਾ ਕਿ ਬੜਾ ਹੀ ਰਸ ਭਿੰਨਾ ਰਾਗ, ਜਿਹਨੂੰ ਤੁਸੀਂ ਬਾਰ-ਬਾਰ ਰਿਪੀਟ ਕਰਨ ਨੂੰ ਫਿਰ ਚਾਹੁੰਦੇ ਹੋ, ਤੇ ਇਹ ਰਾਤ ਦੇ ਪਹਿਲੇ ਪਹਿਰ ਵਿੱਚ ਪੜ੍ਹਨ ਵਾਲਾ ਰਾਗ ਹੈ, ਜਿਹੜਾ ਕਿ ਇਸ ਸਾਰੀ ਜਿਹੜੀ ਇਹ ਸਾਡੇ ਕੋਲੇ ਵਾਰ ਹੈ ਚੌਥੇ ਪਾਤਸ਼ਾਹ ਦੀ, ਇਹਦਾ ਮੁੱਖ ਭਾਵ ਇਹੀ ਆ ਕਿ ਜਿਹੜਾ ਜੀਵ ਹੈ ਉਹ ਕਰਤਾਰ ਨੇ ਇਹ ਰਚੀ ਹੋਈ ਹੈ, ਕਰਤਾਰ ਨੇ ਸਾਨੂੰ ਇਹ ਮਾਇਆ ਰਚੀ ਆ, ਤੇ ਜਦੋਂ ਜੀਵ ਇਸ ਦੁਨੀਆ ਤੇ ਆਉਂਦਾ ਉਹਦੇ ਵਿੱਚ ਇਹ ਹਉਮੈ ਪਹਿਲਾਂ ਪਰਮਾਤਮਾ ਨੇ ਪਾਈ ਹੋਈ ਆ, ਤਾਂ ਤੇ ਇਸ ਹਉਮੈ ਦੇ ਪ੍ਰਭਾਵ ਦੇ ਵਿੱਚ ਜੀਵ ਆ ਜਿਹੜਾ ਉਹ ਕੁਰਾਹੇ ਪੈ ਜਾਂਦਾ। ਤੇ ਇਸ ਵਿੱਚ ਦੱਸਿਆ ਕਿ ਕਿਵੇਂ ਤੁਸੀਂ ਇਸ ਹਨੇਰੇ ਦੇ ਵਿੱਚੋਂ ਗੁਰੂ ਦੇ ਸ਼ਬਦ ਨਾਲ ਲੱਗ ਕੇ ਤੇ ਤੁਸੀਂ ਚਾਨਣੇ ਵਿੱਚ ਆ ਸਕਦੇ ਹੋ। ਸੋ ਦੈਟ ਇਜ਼ ਅ ਲਿਟਲ ਬਿਟ ਕਿ ਜਿਹੜਾ ਇਸ ਵਾਰ ਦੇ ਬਾਰੇ ਵਿੱਚ ਆ ਤੇ ਇਸ ਸ਼ਲੋਕ ਦੇ ਬਾਰੇ ਵਿੱਚ ਆ। ਜਦੋਂ ਮੈਂ ਇਸ ਸ਼ਲੋਕ ਨੂੰ ਇਹਨਾਂ ਤੁਕਾਂ ਨੂੰ ਪੜ੍ਹਿਆ, ਇਸ ਸ਼ਲੋਕ ਦੇ ਵਿੱਚੋਂ ਮੈਨੂੰ ਪਤਾ ਕਿ ਆਪਾਂ ਨੂੰ ਸਾਰਿਆਂ ਨੂੰ ਉੱਪਰਲੀ ਤੁਕ ਆ ਜਿਹੜੀ ਬਾਈ ਹਾਰਟ ਯਾਦ ਆ, ਸਾਰਿਆਂ ਨੂੰ ਰੱਟਾ ਲੱਗਿਆ ਹੋਇਆ, ਜਨਮ ਜਨਮ ਕੀ ਇਸ ਮਨ ਕਉ ਮਨ ਲਾਗੀ, ਕਾਲਾ ਹੋਇਆ ਸਿਆ ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵੈ ਭਾਵ। ਸਾਰੇ ਆਪਾਂ ਨੂੰ, ਇਹਨੂੰ ਮੈਂ ਬਾਅਦ ਵਿੱਚ ਥੋੜਾ ਜਿਹਾ ਲਿੰਕ ਕਰੂੰਗੀ, ਪਰ ਮੇਰਾ ਅਸਲੀ ਜਿਹੜਾ ਮੁੱਦਾ ਹੈਗਾ ਉਹ ਉਸ ਤੁਕ ਦੇ ਉੱਪਰ ਹੈ, ਜਿਹਦੇ ਵਿੱਚ ਮੇਰੇ ਲਈ ਜਿਹੜੀਆਂ ਚੀਜ਼ਾਂ ਇਹਦੇ ਵਿੱਚੋਂ ਆਈਆਂ ਕਿ ਇੱਕ ਜੀਵਤ ਮਰੈ, ਗੁਰਪ੍ਰਸਾਦ, ਤੇ ਉਸ ਤੋਂ ਪਿੱਛੋਂ ਮਤ ਬਦਲਾਹੋ। ਤੇ ਫਿਰ ਉਹਨਾਂ ਨੇ ਦੱਸਿਆ ਵੀ ਕਿਵੇਂ ਤੁਸੀਂ ਉਸ ਪਰਮਾਤਮਾ ਦੇ ਨਾਲ ਸਾਰੀ ਮੈਲ ਤੁਹਾਡੀ ਲੈ ਸਕਦੀ ਆ, ਤਾਂ ਤੁਸੀਂ ਇਸ ਜੂਨੀਆਂ ਦੇ ਚੱਕਰ ਵਿੱਚੋਂ ਨਿਕਲ ਸਕਦੇ ਹੋ। ਤਾਂ ਮੈਨੂੰ ਬੜਾ ਮਹਿਸੂਸ ਹੋਇਆ ਕਿ ਕਿੰਨਾ ਕੁਛ ਇਸ ਇੱਕ ਤੁਕ ਦੇ ਵਿੱਚ ਗੁਰੂ ਜੀ ਨੇ ਜਿਵੇਂ ਇੱਕ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੁੰਦਾ। ਸੋ ਮੈਂ ਬਹੁਤ ਇਸ ਤੁਕ ਦੇ ਉੱਤੇ ਪਾਠ ਕਰਦੀ ਅਟਕੀ ਤੇ ਬਹੁਤ ਇਸ ਨੂੰ ਸੋਚਿਆ, ਬਹੁਤ ਵਾਰੀ ਅੱਗੇ ਵੀ ਪਾਠ ਕੀਤਾ, ਇਹ ਤੁਕ ਪੜ੍ਹੀ ਆ, ਪਰ ਕਈ ਵਾਰੀ ਹੈਰਾਨੀ ਆਉਂਦੀ ਆ ਕਿ ਤੁਹਾਡਾ ਧਿਆਨ ਉਸ ਦੇ ਉੱਤੇ ਜ਼ਿਆਦਾ ਚਲਿਆ ਜਾਂਦਾ ਹੈਗਾ। ਸੋ ਸਭ ਤੋਂ ਪਹਿਲਾਂ ਮੈਂ ਇਹਨਾਂ ਤਿੰਨਾਂ ਦੇ ਉੱਪਰ ਮੈਂ ਆਪਣੀਆਂ ਵਿਊਜ਼ ਤੁਹਾਡੇ ਨਾਲ ਸ਼ੇਅਰ ਕਰੂੰ, ਗੁਰਪ੍ਰਸਾਦ ਤੇ ਜੀਵਤ ਮਰੈ ਤੇ ਮਤ ਬਦਲਾਹੋ ਤੇ ਸਭ ਤੋਂ ਪਹਿਲਾਂ ਮੈਂ ਜੀਵਤ ਮਰੈ ਦੇ ਉੱਪਰ ਹੀ ਜਾਣ ਲੱਗੀ ਹਾਂ। ਜਦੋਂ ਅਸੀਂ ਇਸ ਦੁਨੀਆ ਵਿੱਚ ਦੇਖਦੇ ਹਾਂ, ਕਾਫੀ ਮੈਂ ਸੋਚਿਆ ਕਿ ਤਿੰਨ ਮੌਤਾਂ ਦੀ ਗੱਲ ਕਰਦੇ ਹਾਂ ਆਪਾਂ। ਜਦੋਂ ਕਰਦੇ ਹਾਂ, ਇੱਕ ਤਾਂ ਸਾਨੂੰ ਸਭ ਨੂੰ ਪਤਾ ਹੈ ਜਿਹੜਾ ਕਿ ਇਹ ਪੰਜ ਭੂਤਕ ਸਰੀਰ ਵਾ, ਸਾਰਿਆਂ ਨੂੰ ਆਪਾਂ ਨੂੰ ਉਸ ਦਾ ਪਤਾ ਕਿ ਘਰ ਘਰ ਸੁਨੇਹੇ ਆਉਂਦੇ ਨੇ ਤੇ ਇਹ ਸਭ ਨੇ ਇਸ ਦਾ ਹੋਣਾ। ਇਸ ਤੋਂ ਪਿੱਛੋਂ ਇਹ ਦੋ ਮੌਤਾਂ ਮੇਰੇ ਸਾਹਮਣੇ ਹੋਰ ਆਈਆਂ ਕਿ ਇੱਕ ਜਿਹੜੀਆਂ ਕਿ ਇਸ ਸਰੀਰ ਦੇ ਵਿੱਚ ਰਹਿੰਦੇ ਇਸ ਜੀਵਨ ਵਿੱਚ ਕਈ ਨੇ, ਇੱਕ ਤਾਂ ਹੈਗੀ ਆ ਆਤਮਿਕ ਮੌਤ ਤੇ ਦੂਸਰੀ ਹੈਗੀ ਆ ਜਿਹੜੀ ਜੀਵਤ ਮਰੈ। ਆਤਮਿਕ ਮੌਤ ਉਹੀ ਆ ਜਿੰਨਾ ਅਸੀਂ ਉਹਨਾਂ ਪਰਮਾਤਮਾ ਦੇ ਜਿਹੜੇ ਚੰਗੇ ਦੈਵੀ ਗੁਣ ਨੇ ਉਹਨਾਂ ਤੋਂ ਆਪਾਂ ਦੂਰ ਜਾਈ ਜਾਂਦੇ ਆ ਤੇ ਇਹਨਾਂ ਔਗਣਾਂ ਦੇ ਵਿੱਚ ਜਾਈ ਜਾਂਦੇ ਆ, ਉਹਨਾਂ ਹੀ ਇਸ ਆਤਮਿਕ ਮੌਤ ਦੇ ਨੇੜੇ ਹੋਈ ਜਾਂਦਾ ਜੀਵ। ਤੇ ਕਈ ਨੇ ਜਿਹੜੇ ਪੂਰੀ ਹੋਏ ਇਸ ਆਤਮਿਕ ਮੌਤ ਮਰ ਜਾਂਦੇ ਨੇ, ਆਪਾਂ ਕਹਿ ਦਿੰਦੇ ਆ ਇਹਦੀ ਤਾਂ ਜ਼ਮੀਰ ਹੀ ਖਤਮ ਹੋ ਗਈ, ਜਿਹਨੇ ਇੰਨੇ ਜ਼ੁਲਮ ਕੀਤੇ ਜਾਂ ਉਹ ਇੰਨਾ ਜ਼ਿਆਦਾ ਔਗਣਾਂ ਦੇ ਵਿੱਚ ਗਿਰ ਗਿਆ, ਸੋ ਅਰ ਇੰਨਾ ਪਰਮਾਤਮਾ ਤੋਂ ਦੂਰ ਹੋ ਗਿਆ, ਉਸ ਨੂੰ ਆਮ ਕਰਕੇ ਆਪਾਂ ਕਹਿ ਦਿੰਦੇ ਆ ਇਹ ਤਾਂ ਜਿੰਦੇ ਜੀ ਇਹਦੀ ਤਾਂ ਆਤਮਿਕ ਮੌਤ ਹੋਈ ਹੋਈ ਆ। ਤਾਂ ਜਿਹੜੀ ਮੌਤ ਦੇ ਉੱਤੇ ਮੈਂ ਗੱਲ ਕਰਨੀ ਆ ਉਹ ਹੈਗੀ ਆ ਜੀਵਤ ਮਰਨਾ। ਜੀਵਤ ਮਰਨਾ ਉਹੀ ਬੜੀਆਂ ਉੱਚੀਆਂ ਸੁੱਚੀਆਂ ਜਿਹੜੀਆਂ ਰੂਹਾਂ ਨੇ, ਕੋਈ ਉਹੀ ਰੂਹਾਂ, ਇਹਦਾ ਮਤਲਬ ਨਹੀਂ ਕਿ ਇੱਥੇ ਨਹੀਂ ਪਹੁੰਚਦੀਆਂ, ਉਹੀ ਰੂਹਾਂ ਨੇ ਜਿਹੜੀਆਂ ਕਿ ਇਹ ਇਸ ਸਟੇਜ ਤੇ ਪਹੁੰਚਦੀਆਂ ਨੇ। ਜੀਵਤ ਮਰਨਾ ਹੈ ਕੀ ਆ?
ਇਹ ਮਨ ਦੇ ਵਿੱਚ ਜਿਹੜਾ ਕਿ ਅਸੀਂ, ਜਿਹੜਾ ਮੈਨੂੰ ਪਤਾ ਵੀਰ ਜੀ ਮੋਹਨ ਨੇ ਬਹੁਤ ਵਾਰੀ ਹਉਮੈ ਨੂੰ ਚੰਗੀ ਤਰ੍ਹਾਂ ਘੋਖਿਆ। ਸਭ ਤੋਂ ਵੱਡੀ ਗੱਲ ਇੱਥੇ ਹਉਮੈ ਦੀ ਆ, ਮੈਂ ਦੀ ਆ। ਸੋ ਜਦੋਂ ਇਹ ਜੀਵਤ ਮਰਨਾ, ਇਹ ਆ ਮਨ ਜਿਹੜਾ ਇਸ ਹਉਮੈ ਨੂੰ, ਜਿਹੜੀ ਕਿ ਇਸ ਦੁਨੀਆ ਦਾ ਖੇਲ ਚਲਾਉਣ ਦੇ ਲਈ, ਇਸ ਅਖਾੜੇ ਦੇ ਵਿੱਚ ਜਿਹੜਾ ਤਮਾਸ਼ਾ ਹੈ ਜਿਹਦੀ ਅਸੀਂ ਰੋਲ ਪਲੇ ਕਰਦੇ ਹਾਂ, ਉਹਦੇ ਲਈ ਜਿਹੜੀ ਹਉਮੈ ਸਾਡੇ ਵਿੱਚ, ਜੋ ਇਹ ਪਹਿਲਾਂ ਤੋਂ ਹੀ ਮਾਇਆ ਦਾ ਪ੍ਰਭਾਵ ਪ੍ਰਮਾਤਮਾ ਨੇ ਪਾਇਆ ਹੋਇਆ ਇਸ ਖੇਲ ਨੂੰ ਚਲਾਉਣ ਲਈ, ਤਾਂ ਅਸੀਂ ਉਸ ਦੇ ਵਿੱਚ ਜਦੋਂ ਖੁੱਭ ਜਾਂਦੇ ਹਾਂ, ਉਹ ਹੈਗਾ ਇਸ ਜੀਵਨ ਦੇ ਵਿੱਚ ਜਿਹਦੀ ਮੌਤ ਹੁੰਦੀ, ਸਮਝ ਲਵੋ ਵੀ ਇਸ ਪਾਸੇ ਨੂੰ ਚੱਲਦਾ, ਇਸ ਤੋਂ ਗਿਰਦਾ। ਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਰੀਅਲਾਈਜ਼ ਕਰ ਲੈਂਦਾ ਜੀਵ, ਉਹ ਇਸ ਮਨ ਦੇ ਵਿੱਚੋਂ ਇਸ ਮੈਂ ਨੂੰ ਮਾਰ ਲੈਂਦਾ। ਉਹ ਇਸ ਮਾਇਆ ਦੇ ਪ੍ਰਭਾਵ ਤੋਂ ਵਿੱਚ ਗਰਕ ਨਹੀਂ ਹੁੰਦਾ। ਜਿਹੜਾ ਇਸ ਨੂੰ ਮਾਰ ਲਵੇ, ਉਹ ਸਮਝੋ ਕਿ ਜਿਉਂਦੇ ਜੀ ਉਸਨੇ ਇਹ ਜੀਵਤ ਮਰਨੇ ਦੀ ਗੁੰਝਲ ਨੂੰ ਸਮਝ ਲਿਆ ਇਸ ਨੂੰ। ਸੋ ਇਹ ਨੇ 3 ਕਿਸਮ ਦੀਆਂ ਜਾਣੀ ਜਿਹੜੀ ਕਿ ਮਰਨ ਦੀ ਗੱਲ ਕਰਦੇ ਆ। ਸੋ ਹੁਣ ਮੈਂ ਇਹਦੇ ਉੱਤੇ ਥੋੜਾ ਜਿਹਾ ਐਕਸਪੈਂਡ ਕਰੂੰਗੀ ਜੀਵਤ ਮਰਨ ਦੇ ਵਿੱਚ। ਸੋ ਜਦੋਂ ਜਿਹੜਾ ਅਸੀਂ ਜਦੋਂ ਅਸੀਂ ਸੋਚਦੇ ਹਾਂ ਕਿ ਮੈਂ, ਪਰ ਅਸੀਂ ਕਦੇ ਇਹ ਨਹੀਂ ਸੋਚਦੇ ਵੀ ਮੈਂ ਦੇ ਹੱਥ ਵਿੱਚ ਹੈ ਕੀ ਆ। ਅਸੀਂ ਸਾਰੇ ਇਸ ਦੁਨੀਆ ਦੇ ਵਿੱਚ ਰਹਿੰਦੇ, ਜੇ ਅਸੀਂ ਆਪਣੇ ਆਪ ਨੂੰ ਸਮਾਰ ਕੇ ਆਪਣੇ ਜੀਵਨ ਨੂੰ ਹਰ ਪੱਖ ਤੋਂ ਘੋਖੀਏ, ਹਰ ਪਾਸੇ ਸਾਡੀ ਜੀਵਨ ਦੇ ਵਿੱਚ ਮੈਂ ਦਾ ਬੋਲਬਾਲਾ, ਮਲਕੀਅਤ ਦਾ ਤੇ ਮੇਰੀ ਦਾ ਬੋਲਬਾਲਾ ਸਾਰੇ ਪਾਸੇ। ਪਰ ਜਦੋਂ ਫੇਰ ਅਸੀਂ ਉਸੇ ਟਾਈਮ ਤੇ ਜੇ ਅਸੀਂ ਇਹ ਘੋਖੀਏ ਆਪਣੇ ਆਪ ਨੂੰ ਕਿ ਮੇਰੇ ਵਿੱਚ ਹੈ ਮੇਰਾ ਕੀ, ਮੈਂ ਆਪਣੀ ਗੱਲ ਦੱਸ ਰਹੀ ਹਾਂ ਜੋ ਮੈਂ ਸੋਚਦੀ ਹਾਂ ਕਿ ਮੇਰੇ ਵਿੱਚ ਇੱਕ ਇਸ ਦੁਨੀਆ ਦੇ ਖੇਲ ਨੂੰ ਚਲਾਉਣ ਦੇ ਲਈ ਪਰਮਾਤਮਾ ਨੇ ਇੱਕ ਮੈਨੂੰ ਵੱਖਰੀ ਸ਼ਕਲ ਦਿੱਤੀ ਆ, ਆਕਾਰ ਦਿੱਤਾ ਜਿਹਦੇ ਨਾਲ ਮੇਰੀ ਪਛਾਣ ਹੋਵੇ। ਪਰ ਉਹ ਵੀ ਮੇਰੀ ਨਹੀਂ ਗੀ, ਮੇਰੇ ਹੱਥ ਵਿੱਚ ਉਹ ਕੋਈ ਤਾਕਤ ਨਹੀਂ ਗੀ ਹੈਗੀ। ਤੇ ਹੋਰ ਇੱਕ ਨਹੁੰ ਤੱਕ ਵੀ, ਉਂਗਲੀ ਦੇ ਤੱਕ ਮੇਰੇ ਹੱਥ ਵਿੱਚ ਮੇਰੀ ਕੋਈ ਨਾ, ਉਹਦੀ ਕਾਰੀਗਰੀ ਵਿੱਚ ਉਹ ਕਲਾਕਾਰ ਨੇ ਸਾਰਾ ਕੁਛ ਕੀਤਾ, ਉਹਦੀ ਇਹ ਸਭ ਕੁਛ ਬਣਤ ਆ। ਤਾਂ ਉਹ ਪਰ ਮੇਰੇ ਕੋਲੋਂ ਹਰ ਵੇਲੇ ਕਹਿ ਹੁੰਦਾ ਮੇਰੀ। ਸੋ ਜੇ ਅਸੀਂ ਚੰਗੀ ਤਰ੍ਹਾਂ ਘੋਖੀਏ ਕਿ ਇਸ ਕਾਸੇ ਦੇ ਵਿੱਚ ਵੀ ਮੇਰੀ ਕੋਈ ਚੀਜ਼ ਵੀ ਨਹੀਂ, ਨਾ ਮੇਰੇ ਹੱਥ ਵਿੱਚ ਕੋਈ ਤਾਕਤ ਆ ਇਹਨਾਂ ਨੂੰ ਬਣਾਉਣ ਦੇ ਵਿੱਚ ਜਾਂ ਚਲਾਉਣ ਦੇ ਵਿੱਚ। ਹਾਂ, ਮੈਨੂੰ ਇੱਕ ਮੇਰੇ ਸਮਝ ਵਿੱਚ ਆਉਂਦੀ ਆ ਕਿ ਪ੍ਰਮਾਤਮਾ ਨੇ ਮੈਨੂੰ ਥੋੜੀ ਜਿਹੀ ਇੱਕ ਫ੍ਰੀ ਵਿਲ ਦਿੱਤੀ ਆ। ਉਹ ਇੰਨੀ ਕਾ ਜਿਹੜੀ ਉਹਨੇ ਮੇਰੇ ਵਿੱਚ ਬੋਲਦੀ ਕਲਾ ਪਾਈ ਹੋਈ ਆ, ਉਹਨੇ ਮੇਰੇ ਵਿੱਚ ਦੇਖਣ ਦੀ ਕਲਾ ਪਾਈ ਹੋਈ ਆ, ਉਹਨੇ ਮੇਰੇ ਵਿੱਚ ਬਹੁਤ ਕਿਸਮ ਦੀਆਂ ਚੀਜ਼ਾਂ ਪਾਈਆਂ ਹੋਈਆਂ ਨੇ। ਪਰ ਮੇਰੇ ਹੱਥ ਵਿੱਚ ਇੰਨੀ ਇੱਕ ਗੱਲ ਆ ਕਿ ਜਿਹੜੀ ਉਹਨੇ ਮੈਨੂੰ ਬੋਲਣ ਦੀ, ਇੱਕ ਐਗਜ਼ਾਮਪਲ ਮੈਂ ਬੋਲਣ ਦੀ ਦਿੰਨੀ ਆ ਕਿ ਜਿਹੜਾ ਮੈਂ ਬੋਲਦੀ ਆ ਮੇਰੇ ਹੱਥ ਵਿੱਚ ਉਹਨੇ, ਜਿਹਨੂੰ ਮੈਂ ਕਹਿ ਦਵਾਂ ਮੇਰੀ ਆ, ਕਿ ਮੈਂ ਇਸ ਬੋਲ ਨੂੰ ਕਿੱਦਾਂ ਬੋਲਣਾ। ਇਹ ਜਿਹੜੀ ਬੋਲਣ ਦੀ ਕਲਾ ਮੇਰੇ ਬਸ ਵਿੱਚ ਨਹੀਂ, ਮੈਨੂੰ ਨਹੀਂ ਪਤਾ ਉਹਨੇ ਕਿਵੇਂ ਬਣਾਈ ਆ ਇਹ ਚੀਜ਼ ਮੇਰੇ ਅੰਦਰ। ਹਾਂ, ਮੈਨੂੰ ਇੰਨੀ ਖੁੱਲ੍ਹ ਦਿੱਤੀ ਆ ਕਿ ਚਾਹੇ ਤਾਂ ਤੂੰ ਕਿਸੇ ਨੂੰ ਪਿਆਰ ਨਾਲ ਬੋਲ ਪਾ, ਤੇ ਚਾਹੇ ਤੂੰ ਗਾਲਾਂ ਕੱਢ ਲੈ ਇਸ ਮੂੰਹ ਦੇ ਇਸੇ ਆਵਾਜ਼ ਨਾਲ, ਚਾਹੇ ਇਸ ਅੱਖਾਂ ਦੇ ਨਾਲ ਤੂੰ ਬੁਰੀਆਂ ਚੀਜ਼ਾਂ ਦੇਖ ਲਾ, ਤੇ ਚਾਹੇ ਤੂੰ ਚੰਗੀਆਂ ਚੀਜ਼ਾਂ ਦੇਖ ਲਾ। ਇਹਨਾਂ ਹੱਥਾਂ ਨਾਲ ਚਾਹੇ ਤੂੰ ਚੰਗੇ ਕੰਮ ਕਰ ਲਾ। ਇਹ ਹੱਥਾਂ ਵਿੱਚ ਜਿਹੜੀ ਤਾਕਤ ਆ, ਜਿਹੜੇ ਹੱਥ ਨੇ, ਇਹ ਨਾ ਮੈਂ ਬਣਾਏ ਨੇ ਨਾ ਮੇਰੇ ਨੇ। ਜਦੋਂ ਮੈਂ ਅੱਗੋਂ ਹੀ ਕਹਿਤਾ ਕਿ 9 ਤੱਕ ਨਹੀਂ ਗਾ ਮੇਰਾ ਹੈਗਾ। ਸੋ ਪੈਰਾਂ ਨੂੰ, ਕਿਸੇ ਚੀਜ਼ ਨੂੰ ਵੀ ਲੈ ਲਈਏ ਕਿ ਜੇ ਮੈਂ ਮਿਹਨਤ ਕਰਨੀ ਆ ਜਾਂ ਮੈਂ ਆਲਸੀ ਬਣਨਾ, ਆਲਸੀ ਬਣ ਕੇ ਸ਼ਾਇਦ ਮੈਂ ਸਿਰਫ ਇੱਥੇ ਯੂਨੀਵਰਸਲ ਕ੍ਰੈਡਿਟ ਤੋਂ ਲੈ ਕੇ ਖਾ ਲੂੰਗੀ, ਤਾਂ ਵਿਹਲੀ ਬੈਠੀ ਰਹੂੰ। ਜਿਹੜੀ ਮੇਰੇ ਵਿੱਚ ਉਹਨੇ ਕੋਈ ਤਾਕਤ ਪਾਈ ਆ ਉਹਨੂੰ ਮੈਂ ਬਰਬਾਦ ਹੀ ਕਰੂੰਗੀ। ਜਾਂ ਮੈਂ ਬਹੁਤ ਮਿਹਨਤ ਕਰਕੇ ਬੜੇ ਚੰਗੇ ਹੋਰ ਇਸ ਨੂੰ ਯੂਜ਼ ਕਰਕੇ ਚੰਗੀ ਨੌਕਰੀ ਤੇ ਬੜੀ ਚੰਗੀ ਪੜ੍ਹਾਈ ਕਰਕੇ ਕਰ ਸਕਦੀ ਹਾਂ। ਸੋ ਇੰਨੀ ਫ੍ਰੀ ਵਿਲ ਮੇਰੇ ਹੱਥ ਵਿੱਚ ਆ, ਪਰ ਮੈਂ ਇਸ ਮੈਂ ਨੂੰ ਸਾਰੇ ਪਾਸੇ। ਸੋ
ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਮੈਂ ਦੇਖਿਆ ਕਿ ਵਾਹਿਗੁਰੂ ਨੇ ਇੱਕ ਦੂਜਿਆਂ ਨੂੰ ਮੈਂ ਬਾਅਦ ਵਿੱਚ ਦੇਖਦੀ ਹਾਂ ਕਿ ਕਿੱਡਾ ਵੱਡਾ ਫਲਸਫਾ ਗੁੰਦਿਆ ਪਿਆ, ਮੜਿਆ ਪਿਆ ਇਹਦੇ ਵਿੱਚ। ਤਾਂ ਹੁਣ ਇੱਥੇ ਹੀ ਨਹੀਂ, ਜਦੋਂ ਹੁਣ ਮੈਂ ਇੰਨਾ ਘੋਖ ਲਿਆ ਕਿ ਮੇਰੇ ਕੋਲੇ ਕਿਹੜੀ ਚੀਜ਼ ਮੈਂ ਕਹਿਣ ਨੂੰ ਹੈ, ਮੇਰੀ ਮਲਕੀਅਤ ਕਿਹੜੀ ਆ, ਇੰਨਾ ਸਾਨੂੰ ਬਾਣੀ ਵਿੱਚ ਬਾਰ-ਬਾਰ ਦੱਸਿਆ ਕਿ ਬਾਕੀ ਘਟ ਦੇ ਵਿੱਚ ਉਹ ਵਸ ਰਿਹਾ, ਪਰ ਮੈਨੂੰ ਉਹਨਾਂ ਦੇ ਨਾਲ ਕਿੰਨੀ ਕੁ ਨੇੜਤਾ ਹੈ, ਜਿਹੜੇ ਬਾਕੀ ਦੇ ਸਾਰਿਆਂ ਦੇ ਵਿੱਚ ਉਹੀ ਅੰਸ਼ ਆ ਜਿਹੜਾ ਮੇਰੇ ਵਿੱਚ ਆ। ਉਹ ਅਸਲੀਅਤ ਤੋਂ ਮੈਂ ਨੂੰ ਜਾਣਨਾ ਹੀ ਨਹੀਂ ਚਾਹੁੰਦੀ ਉਸ ਨੂੰ, ਪਰ ਜਿਹੜੀਆਂ ਚੀਜ਼ਾਂ ਇਹ ਮਾਇਆ ਦੀਆਂ ਨੇ ਉਹਨਾਂ ਨੂੰ ਮੈਂ ਪੂਰੀ ਮਲਕੀਅਤ ਦਿਖਾਉਂਦੀ ਹਾਂ। ਤਾਂ ਸੋ ਇਹ ਹੈਗਾ ਭਰਮ ਸਾਡੇ ਕੋਲੇ, ਕਿ ਅਸੀਂ ਇਸ ਭਰਮ ਨੂੰ ਕਿੰਨਾ ਰਿਐਲਿਟੀ ਵਿੱਚ ਕੀਤਾ ਹੋਇਆ। ਮੈਂ ਇਸ ਨੂੰ ਹੋਰ ਅੱਗੋਂ ਐਕਸਪਲੋਰ ਕਰਦੀ ਸੀ ਕਿ ਇੱਥੇ ਇੱਕ ਪਿਕਚਰ ਦੇ ਵਿੱਚ ਕਿੰਨੇ ਬੜੇ ਪਾਰਟ ਪਲੇ ਕਰਦੇ ਨੇ ਐਕਟਰ ਨੇ। ਉਹ 4 ਘੰਟੇ ਦੀ ਪਿਕਚਰ ਹੋਊਗੀ, ਉਹਨਾਂ ਨੇ ਜਿਹੜੀ 4 ਘੰਟੇ ਵਿੱਚ ਰੋਲ ਪਲੇ ਕਰਨੀ ਆ, ਚਾਹੇ ਉਹ ਘਰ ਦੇ ਵਿੱਚ ਕੋਈ ਨੌਕਰੀ ਦਾ ਨੌਕਰ ਹੈ, ਉੱਥੇ ਉਹਨੂੰ ਹੀਰੋ ਦੀ ਰੋਲ ਮਿਲੀ ਹੋਈ ਆ, ਪਰ ਉਹਨੂੰ ਉੱਥੇ ਆਪਣੀ ਰੋਲ ਪਲੇ ਕਰਦਾ ਵੀ ਉਹ ਕਦੇ ਨਹੀਂ ਭੁੱਲਦਾ ਕਿ ਮੈਂ ਅਸਲ ਵਿੱਚ ਕੌਣ ਆ। ਬੇਸ਼ੱਕ ਉੱਥੇ ਉਹ ਪੂਰੀ ਜਿਸ ਤਰ੍ਹਾਂ ਦੀ ਰੋਲ ਉਹਨੇ ਕਰਨੀ ਆ, ਉਹਨੇ ਉਸੇ ਤਰ੍ਹਾਂ ਦੀ ਪੂਰੀ ਕਰ ਦੇਣੀ ਆ। ਮੁੜ ਕੇ ਜਦੋਂ ਉਹਨੇ ਘਰ ਵਿੱਚ ਆਪਣੀ ਆਮ ਜ਼ਿੰਦਗੀ ਚ ਆਉਣਾ, ਉਹਨੇ ਅਸਲੀਅਤ ਦੇ ਵਿੱਚ ਰਹਿਣਾ। ਜੇ ਉਹ ਘਰ ਵਿੱਚ ਆ ਕੇ ਵੀ ਉਹੀ ਰੋਲ ਪਲੇ ਕਰੇ ਤਾਂ ਫਿਰ ਉਹ ਕੀ ਹੋਊਗਾ? ਅਸੀਂ ਸਾਰੇ ਉਹਨੂੰ ਕਵਾਂਗੇ ਇਹ ਪਾਗਲ ਆ, ਇਹ ਕੋਈ ਰੀਅਲ ਅਸਲੀ ਗੱਲ ਵਾ, ਉਹ ਤਾਂ ਪਿਕਚਰ ਵਾਲਾ ਹੀ ਕੰਮ ਇੱਥੇ ਕਰਨ ਲੱਗ ਗਿਆ। ਸੋ ਇਸੇ ਤਰ੍ਹਾਂ ਮੈਂ ਸੋਚਦੀ ਹਾਂ ਵੀ ਸਾਡਾ ਹਾਲ ਕੀ ਆ। ਸਾਨੂੰ ਬੇਸ਼ੱਕ ਉਹਦੀ 4 ਘੰਟੇ ਦੀ ਪਿਕਚਰ 'ਚ ਉਹਦੀ ਰੋਲ ਪਲੇ ਹੋਊ ਜਾਂ ਡਰਾਮੇ 'ਚ ਘੰਟੇ ਦੀ, ਬੇਸ਼ੱਕ ਸਾਨੂੰ ਪ੍ਰਮਾਤਮਾ ਨੇ ਇੱਕ ਇਸ ਅਖਾੜੇ ਵਿੱਚ ਰੋਲ ਪਲੇ ਕਰਨ ਨੂੰ ਭੇਜਿਆ। ਬੇਸ਼ੱਕ ਉਹ 60 ਸਾਲ ਦੀ ਹੋਵੇ, 50 ਸਾਲ ਦੀ ਹੋਵੇ, ਕਿੰਨੀ ਹੋਵੇ, ਪਰ ਸਾਨੂੰ ਇੰਨਾ ਉਹਨੇ ਉਹ ਇਸ ਰੋਲ ਪਲੇ ਕਰਨ ਲਈ ਇਸ ਦੁਨੀਆ ਦੇ ਵਿੱਚ ਸਾਰਾ ਸਮਾਨ ਸਾਨੂੰ ਦਿੱਤਾ ਹੋਇਆ ਉਹ ਰੋਲ ਪਲੇ ਕਰਨ ਨੂੰ, ਜਿਹੜਾ ਕਿ ਧਰਤੀ ਤੇ ਆ, ਖਾਣ ਪੀਣ ਨੂੰ ਆ, ਗ੍ਰਸਤੀ ਜੀਵਨ ਆ, ਜੋ ਹਵਾ ਪਾਣੀ ਆ, ਸਭ ਕੁਛ ਆ, ਅੱਗ ਆ, ਜਿਹੜੀ ਵੀ ਚੀਜ਼ ਚਾਹੀਦੀ ਹੈ ਰੋਲ ਪਲੇ ਕਰਨ ਨੂੰ। ਪਰ ਐਟ ਦੀ ਸੇਮ ਟਾਈਮ ਇਹ ਰੋਲ ਪਲੇ ਕਰਦਿਆਂ ਅਸੀਂ ਉਸ ਜਿਹੜਾ ਪਿਕਚਰ ਦੇ ਵਿੱਚ ਜਿਹੜਾ ਐਕਟਰ ਪਲੇ ਕਰਦਾ, ਉਹਨੂੰ ਹਰ ਵੇਲੇ ਅਹਿਸਾਸ ਰਹਿੰਦਾ ਕਿ ਮੈਂ ਅਸਲ ਵਿੱਚ ਕੀ ਆ। ਨਾ ਉਹ ਜਦੋਂ ਮੁੱਕ ਜਾਵੇ ਉਸ ਤੋਂ ਪਿੱਛੋਂ ਆ ਕੇ ਉਸੇ ਰੋਲ ਨੂੰ ਪਲੇ ਕਰਦਾ। ਪਰ ਸਾਡਾ ਹਾਲ ਕੀ ਆ ਕਿ ਅਸੀਂ ਉਸ ਰੋਲ ਨੂੰ ਬਿਲਕੁਲ ਅਸਲੀ ਮੰਨ ਲਿਆ। ਇਹ ਮੈਂ ਦੇ ਵਿੱਚ ਤੇ ਇਸ ਮਨ ਦੀ ਮੱਤ ਦੇ ਵਿੱਚ ਇਹੀ ਸਾਡੇ ਕੋਲੇ ਭਰਮ ਆ ਕਿ ਅਸੀਂ ਕਰਨਾ ਸਾਰਾ ਕੁਛ ਆ, ਪਰ ਅਸੀਂ ਇਹ ਕਦੇ ਵੀ ਭੁੱਲਣਾ ਨਹੀਂ ਕਿ ਅਸਲ ਵਿੱਚ ਅਸੀਂ ਕੀ ਆ। ਸੋ ਜਿਹੜਾ ਕਿ ਰਾਤ ਮੈਨੂੰ ਸੰਤੋਖ ਸਿੰਘ ਦੀ ਗੱਲ ਚੇਤੇ ਆਉਂਦੀ ਹੈ ਕਿ ਅਸੀਂ ਹੈ ਕੀ ਆ, ਅਸੀਂ ਇੱਥੇ ਕਰਨ ਕੀ ਆਏ ਆ। ਸੋ ਜਿਹੜੇ ਅਸੀਂ ਅਸਲ ਵਿੱਚ ਕੀ ਆ, ਅਸੀਂ ਉਸ ਪਰਮਾਤਮਾ ਦੀ ਅੰਸ਼ ਆ। ਉਹ ਅਸੀਂ ਜਾਣਨ ਦੀ ਵੀ ਲੋੜ ਨਹੀਂ ਸਮਝਦੇ। ਜੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ, ਕਦੇ ਮਨ ਵਿੱਚ ਖਾਸ ਰੋਸ ਵੀ ਨਹੀਂ ਆਉਂਦਾ, ਕੋਈ ਸ਼ਿਕਾਇਤ ਵੀ ਨਹੀਂ ਕਰਦੇ। ਸਾਨੂੰ ਇੰਨਾ ਇਸ ਦੇ ਵਿੱਚ ਅਸੀਂ ਗਲਤਾਨ ਹੋਏ ਆ ਕਿ ਜਿਹੜੀ ਸਾਡੀ ਰੋਲ ਪਲੇ ਕਰਨ ਆਏ ਆ ਇੱਥੇ, ਜਿਹੜੀ ਕਿ ਮਾਇਆ ਦੇ ਇੱਕ ਭੁਲੇਖਾ ਹੈਗਾ, ਜਿਹੜੀ ਅਸਲੀਅਤ ਆ ਉਹ ਤੋਂ ਅਸੀਂ ਬਹੁਤ ਦੂਰ ਹਾਂ। ਸੋ ਇਹੀ ਮੈਂ ਇਹਦੇ ਵਿੱਚੋਂ ਜਾਣੀ ਵੀ ਜੀਵਤ ਮਰ, ਜਿਹੜੇ ਜੀਵ ਇਸ ਗੁੰਝਲ ਨੂੰ ਪਛਾਣ ਲੈਂਦੇ ਨੇ, ਉਹ ਆਪਣੀ ਫੈਮਿਲੀ ਵਿੱਚ ਵੀ ਰਹਿੰਦੇ ਨੇ, ਸਭ ਕੁਝ ਕਰਦੇ ਨੇ, ਪਰ ਉਹਨਾਂ ਨੂੰ ਹਰ ਵੇਲੇ ਇਹ ਅਹਿਸਾਸ ਹੁੰਦਾ ਕਿ ਅਸਲ ਉਹਨਾਂ ਦਾ ਅਸਲਾ ਕੀ ਆ। ਉਹਦੇ ਨਾਲ ਉਹ ਹਰ ਵੇਲੇ ਜੁੜੇ ਰਹਿੰਦੇ ਨੇ, ਆਪਣੀਆਂ ਰੋਲਸ ਵੀ ਪਲੇ ਕਰਦੇ ਨੇ, ਪਰ ਉਹ ਇਹਦੇ ਵਿੱਚ ਕਦੇ ਖੁੱਬਦੇ ਵੀ ਨਹੀਂ ਗੇ ਹੈਗੇ, ਤੇ ਇਹਨੂੰ ਉਹ ਭੁੱਲਦੇ ਵੀ ਨਹੀਂ ਗੇ ਜਿਹੜੀ ਉਹਨਾਂ ਦੀ ਅਸਲੀਅਤ ਵਾ। ਤਾਂ ਮੈਂ ਕਿੰਨੀਆਂ ਬੜੀਆਂ ਤੁਕਾਂ ਦੇਖਦੀ ਸੀ ਗੁਰਬਾਣੀ ਦੇ ਵਿੱਚ, ਜਿਹੜੀਆਂ ਕਿ ਸਾਨੂੰ ਪੁਕਾਰ ਕੇ ਉੱਚੀ ਉੱਚੀ ਗੁਰਬਾਣੀ ਕਹਿ ਰਹੀ ਆ ਕਿ ਤੁਸੀਂ ਇਹ ਕਾਸ ਦੇ ਵਿੱਚ ਰੁਝੇ ਹੋਏ ਹੋ। ਉੱਥੇ ਗੁਰੂ ਜੀ ਨੇ ਕਿਹਾ, ਇਹ ਜਗਤ ਭਰਮ ਭੁਲਾਇਆ,
ਬਿਰਲਾ ਬੁੱਝਾ ਕੋਏ। ਇਹਦਾ ਹੈ ਨੇ ਕਈ ਉੱਚੀਆਂ ਰੂਹਾਂ ਜਿਨ੍ਹਾਂ ਨੇ ਜੀਵਤ ਮਾਰਿਆ ਇਸ ਮਨ ਨੂੰ, ਇਸ ਮਨ ਦੇ ਭਰਮ ਨੂੰ, ਇਸ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਮਾਰ ਲਿਆ ਤੇ ਉਹਨਾਂ ਨੇ ਅਸਲੀਅਤ ਦੇ ਨਾਲ ਜੁੜ ਗਏ ਨੇ, ਪਰ ਬਿਰਲੇ ਬਿਰਲੇ ਇਸ ਨੂੰ ਬੁੱਝਦੇ ਨੇ। ਫਿਰ ਲਿਖਿਆ ਤ੍ਰੇਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਈ। ਇੱਕ ਕਿਸਮ ਦੇ ਅਸੀਂ ਇੱਕ ਨੀਂਦ ਦੇ ਵਿੱਚ ਸੁੱਤੇ ਪਏ ਹਾਂ, ਮਸਤੀ ਦੇ ਵਿੱਚ, ਮਾਇਆ ਦੀ ਮਸਤੀ ਦੇ ਵਿੱਚ ਸੁੱਤੇ ਪਏ ਹਾਂ। ਅਸਲੀਅਤ ਨੂੰ ਅਸੀਂ ਪਛਾਣਦੇ ਨਹੀਂਗੇ ਕਿ ਅਸਲੀਅਤ ਕੀ ਆ, ਭਰਮ ਦੇ ਵਿੱਚ ਫਿਰਦੇ ਹਾਂ। ਕਦੇ ਵੀ ਸੋਚਦੇ ਨਹੀਂ ਕਿ ਰਿਐਲਿਟੀ ਕੀ ਆ ਤੇ ਅਸਲੀ ਭਰਮ ਕੀ ਆ, ਜਿਹੜਾ ਝੂਠ ਕੀ ਆ ਤੇ ਸੱਚ ਕੀ ਆ। ਹਉਮੈ ਵਿੱਚ ਜਗਤ ਮੁਆ, ਮਰਦੋ ਮਰਦਾ ਜਾਏ। ਫਿਰ ਅੱਗੇ ਗੁਰੂ ਜੀ ਕਹਿੰਦੇ ਨੇ, ਜਗ ਹਉਮੈ ਮੈਲ ਦੁੱਖ ਪਾਲਿਆ, ਮਲ ਲਾਗੀ ਦੂਜਾ ਪਾਏ। ਸੋ ਜਿਹੜੇ ਬਾਅਦ ਵਿੱਚ ਮੈਂ ਉੱਪਰ ਜਾਊਂਗੀ ਉਸ ਮਲ ਦੇ ਉੱਪਰ ਵੀ, ਤਾਂ ਇਹ ਮਲ ਆਪਾਂ ਕਹਿ ਦਿੰਦੇ ਹਾਂ ਕਿ ਅਸੀਂ, ਕਿਉਂਕਿ ਅਸੀਂ ਇਹਦੇ ਵਿੱਚ ਇੰਨੇ ਗ੍ਰਸਤ ਹੋਏ ਆ, ਇਸ ਦੀ ਮੈਲ ਦੇ ਨਾਲ ਅਸੀਂ ਬਿਲਕੁਲ ਲਿਬੜੇ ਪਏ ਆ, ਹਉਮੈ ਦੀ ਤੇ ਮਾਇਆ ਦੇ ਵਿੱਚ ਆ ਕੇ। ਤੇ ਫਿਰ ਉਹਨਾਂ ਨੇ ਕਿਹਾ, ਜਿਵੇਂ ਆਪਾਂ ਉਸ, ਜੇ ਹੁਣ ਉਹ ਪਿਕਚਰ ਦੇ ਵਿੱਚ ਕੰਮ ਕਰਨ ਵਾਲਾ ਐਕਟਰ, ਅਗਰ ਉਹ ਆਮ ਜ਼ਿੰਦਗੀ ਦੇ ਵਿੱਚ ਵੀ ਉਹੀ ਰੋਲ ਪਲੇ ਕਰੀ ਜਾਵੇ, ਆਪਾਂ ਉਹਨੂੰ ਕਹਾਂਗੇ ਵੀ ਇਹ ਤਾਂ ਪਾਗਲ ਹੈ, ਇਹਨੂੰ ਤਾਂ ਇਹ ਸੁਣਦਾ ਨਹੀਂ ਵੀ ਤੂੰ ਉਹ ਗੱਲ ਕਰ ਰਿਹਾ। ਸੋ ਸਾਨੂੰ ਗੁਰੂ ਜੀ ਕਿੰਨਾ ਉੱਚੀ ਉੱਚੀ ਇਹ ਗੱਲਾਂ ਕਹਿ ਰਹੇ ਨੇ, ਜਿਵੇਂ ਉਹਨੂੰ ਆਪਾਂ ਕਹੀਏ ਇਹ ਕਮਲਾ ਹੈ, ਇਹਨੂੰ ਤਾਂ ਭੁੱਲੇ ਗਿਆ ਵੀ ਇਹਦੇ ਅਸਲ ਵਿੱਚ ਕੌਣ ਹੈ। ਸਾਨੂੰ ਗੁਰੂ ਜੀ ਇਹੀ ਅਹਿਸਾਸ ਕਰਨ ਲਈ ਬੜੇ ਡੂੰਘੇ ਲਫ਼ਜ਼ਾਂ ਵਿੱਚ ਕਹਿੰਦੇ ਨੇ, ਅੰਧ ਗੁੰਗ ਪਿੰਗਲ ਮਤਹੀਣਾ, ਪ੍ਰਭ ਰਾਖੋ ਰਾਖਣਹਾਰਾ, ਜਿਨ ਕੀਆ ਤਿਸ ਚੇਤ ਪ੍ਰਾਨੀ, ਜਿਉ ਪ੍ਰਾਨ ਜਿਨ ਧਾਰਾ। ਏਦੋਂ ਉੱਚਾ ਸਾਨੂੰ ਕਿਵੇਂ ਦੱਸ ਸਕਦੇ ਨੇ ਵੀ ਤੁਸੀਂ, ਜੇ ਤੁਸੀਂ ਨਹੀਂ ਹੁਣ ਆਪਣੀ ਰਿਐਲਿਟੀ ਨੂੰ ਰਿਆਨ ਕਰਦੇ, ਇਹਦਾ ਮਤਲਬ ਤੁਸੀਂ ਅੰਨੇ ਹੋ, ਇਹਦਾ ਮਤਲਬ ਹੈ ਤੁਸੀਂ ਗੁੰਗੇ ਹੋ, ਉਹ ਬੋਲੀ ਤੁਸੀਂ ਉਹ ਬੋਲਦੇ ਹੋ ਜਿਹੜੀ ਮਾਇਆ ਦੀ ਆ। ਤੇ ਫਿਰ ਮੈਂ ਅੱਗੇ ਇੱਕ ਹੋਰ ਮੇਰੇ ਮੂਹਰੇ ਆਇਆ ਸ਼ਬਦ ਪੜ੍ਹਦੀ ਨੂੰ, ਖੋਟੇ ਕੋ ਖਰਾ ਕਹੈ, ਖਰੇ ਸਾਰ ਨਾ ਜਾਣਾ, ਸੁੱਤੇ ਕੋ ਜਾਗਤ ਕਹੈ, ਜਾਗਤ ਕੋ ਸੁੱਤਾ, ਜੀਵਤ ਕੋ ਮੁਆ ਕਹੈ, ਮੁਏ ਨਹੀਂ ਰੋਤਾ, आवत को जाता कहे, जाते को आया, पर की को अपनी कहे, अपनों नहीं पाया, मीठे को कौड़ा कहे, एक कौड़ा कौड़े को मीठा। ਇਹ ਮਾਇਆ ਦੀ ਜਿਹੜੀਆਂ ਮਾਇਆ ਦੀਆਂ ਚੀਜ਼ਾਂ ਨੇ ਉਹ ਤਾਂ ਸਾਨੂੰ ਬਹੁਤ ਮਿੱਠੀਆਂ ਲੱਗਦੀਆਂ ਨੇ, ਹਾਲਾਂਕਿ ਉਹ ਸਾਰੀਆਂ ਇੱਕ ਇੱਥੇ ਉਹ ਅਸਲੀਅਤ ਨਹੀਂ, ਉਹ ਇੱਕ ਭਰਮ ਆ ਜਿਹੜੀ ਕਿ ਇੱਕ ਰੋਲ ਦੀ ਹੈ, ਅਸਲੀਅਤ ਹੋਰ ਆ। ਪਰ ਜਦੋਂ ਜਿਹੜਾ ਪਰਮਾਤਮਾ ਦਾ ਨਾਮ ਆ ਉਹਨੂੰ ਅਸੀਂ ਕੌੜਾ ਸਮਝਦੇ ਆ, ਉਹਦੇ ਵੱਲ ਕੋਈ ਜਾਂਦਾ, ਉਹੀ ਜਿਹੜੀਆਂ ਉੱਚੀਆਂ ਉੱਠੀਆਂ ਰੂਹਾਂ ਨੇ ਉਹੀ ਜਾਂਦੀਆਂ ਨੇ। ਫਿਰ ਉਹ ਕਹਿੰਦੇ ਨੇ ਖੋਟੇ ਕੋ ਖਰਾ ਕਹੈ, ਖਰੇ ਸਾਰ ਨਾ ਜਾਣਾ। ਜਿਹੜਾ ਤਾਂ ਨਾਮ ਤੁਹਾਨੂੰ ਆ ਉਹਦੇ ਵੱਲ ਤਾਂ ਅਸੀਂ ਜਾਂਦੇ ਨਹੀਂ, ਅਸਲੀ ਤਾਂ ਇਸ ਦੁਨੀਆ ਦੇ ਜਿਹੜੀ ਮਾਇਆ ਹੈ ਉਹਦੇ ਮਗਰ ਅਸੀਂ ਦੌੜੇ ਫਿਰਦੇ ਹਾਂ, ਉਹੀ ਸਾਨੂੰ ਅਸਲੀ ਧਨ ਲੱਗਦਾ। ਤਾਂ ਫਿਰ ਤੁਸੀਂ ਅੱਗੇ ਚਲੇ ਜਾਓ ਕਿ ਜੀਵਤ ਕੋ ਮੁਆ ਕਹੈ, ਮੁਏ ਕੋ ਨਹੀਂ ਰੋਤਾ। ਸੋ ਜਿਹੜੇ ਤਾਂ ਇਸ ਮਾਇਆ ਦੇ ਵੱਲ ਜਾਂਦੇ ਨੇ, ਉਹ ਲੱਗੇ ਹੋਏ ਨੇ, ਉਹਨਾਂ ਨੂੰ ਤਾਂ ਕਹਿੰਦੇ ਆ ਅਸੀਂ ਵੀ ਉਹ ਜਿਉਂਦੇ ਨੇ, ਚੰਗਾ ਕੰਮ ਕਰਦੇ ਨੇ। ਦੂਜਿਆਂ ਨੂੰ ਅਸੀਂ ਸੋਚਦੇ ਹਾਂ ਇਹ ਤਾਂ ਐਵੇਂ ਮਰਿਆਂ ਵਾਲੇ ਕੰਮ ਕਰਨ ਲੱਗੇ ਹੋਏ ਨੇ, ਇਹਨੇ ਕੋਈ ਕੰਮ ਕਮਾਉਣਾ, ਇਹਨੇ ਕੁਛ ਖਾਣਾ। ਆਵਤ ਕੋ ਜਾਵਤ ਕਹੈ, ਜਾਤੇ ਕੋ ਆਇਆ। ਜਿਹੜਾ ਪ੍ਰਮਾਤਮਾ ਦੇ ਵੱਲ ਨੂੰ ਤੁਰਿਆ ਫਿਰਦਾ ਉਹਨੂੰ ਅਸੀਂ ਕਹਿੰਦੇ ਇਹ ਪਤਾ ਨਹੀਂ ਕਿੱਧਰ ਨੂੰ ਤੁਰਿਆ ਫਿਰਦਾ, ਇਹਨੂੰ ਕੋਈ ਸੁੱਧ ਬੁੱਧ ਨਹੀਂ, ਵਿੱਚ ਕੋਈ ਕੰਮ ਨਹੀਂ ਕਰਦਾ, ਕੁਛ ਨਹੀਂ ਕਮਾਉਂਦਾ। ਪਰ ਜਿਹੜਾ ਮਾਇਆ ਦੇ ਵਿੱਚ ਚੰਗੀ ਤਰ੍ਹਾਂ ਉਲਝਿਆ ਹੋਇਆ ਉਹਨੂੰ ਅਸੀਂ ਕਹਿੰਦੇ ਹਾਂ ਉਹ ਚੰਗਾ ਭਲਾ ਪੂਰਾ ਤੁਰਿਆ ਫਿਰਦਾ, ਠੀਕ ਪਾਸੇ ਨੂੰ ਜਾਂਦਾ ਹੈ ਉਹ। ਸੋ ਇਹ ਨੇ ਥੋੜ੍ਹੀ ਜਿਹੀਆਂ ਗੱਲਾਂ ਕਿ ਅਸੀਂ ਕਿਸ ਤਰ੍ਹਾਂ ਇਸ ਭਰਮ ਦੇ ਵਿੱਚ ਉਲਝੇ ਹੋਏ ਹਾਂ। ਪਰ ਕਦੇ ਵੀ ਸਾਨੂੰ ਗੁਰਬਾਣੀ ਨੇ ਉੱਚੀ ਉੱਚੀ ਪੁਕਾਰ ਕੇ ਕਿਹਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਸਾਡੀ ਅਸਲੀਅਤ ਕੀ ਆ, ਅਸਲੀ ਅਸੀਂ ਕੀ ਆ, ਸੋ ਉਹਨੂੰ ਪਛਾਣਨਾ। ਪਰ ਇਹ ਅਸੀਂ ਪੜ੍ਹ ਲੈਂਦੇ ਹਾਂ ਉੱਪਰੋਂ, ਤਾਂ ਸਾਡਿਆਂ ਤੋਂ ਜਿਵੇਂ ਪੱਥਰ ਤੋਂ ਪਾਣੀ ਤਿਲਕ ਜਾਂਦਾ,
ਸਾਡੇ ਤੋਂ ਵੀ, ਮੇਰੇ ਤੋਂ ਵੀ ਵਿੱਚੇ, ਮੈਂ ਇਹ ਨਹੀਂ ਕਹਿ ਰਹੀ ਹੈ ਨਾ। ਸੋ ਇਹ ਸੀਗਾ ਥੋੜਾ ਜਿਹਾ ਕਿ ਇਹ ਜੀਵਤ ਮਰਨਾ ਕੀ ਹੈਗਾ। ਸੋ ਇਹਦੇ ਵਿੱਚ ਮੈਂ ਕਈਆਂ ਅਸੀਂ ਸ਼ਾਇਦ ਇੱਧਰਲੇ ਪਾਸੇ ਨੂੰ ਆਤਮਿਕ ਮੌਤ ਤੋਂ ਉਧਰਲੇ ਪਾਸੇ ਨੂੰ ਤੁਰੇ ਤਾਂ ਹਾਂ, ਸਾਨੂੰ ਵਾਹਿਗੁਰੂ ਨੇ ਰਸਤਾ ਦਿਖਾਲਿਆ ਹੋਇਆ। ਤਾਂ ਸੋ ਨੇ ਉਹ ਉੱਚੀਆਂ ਰੂਹਾਂ ਜਿਹੜੀਆਂ ਕਿ ਇਸ ਜੀਵਨ ਦੇ ਵਿੱਚ ਹੀ ਇਸ ਮਨ ਨੂੰ, ਇਸ ਹਉਮੈ ਨੂੰ ਮਾਰ ਲੈਂਦੇ ਨੇ, ਤੇ ਫਿਰ ਵੀ ਇਹ ਦੁਨੀਆ ਦੇ ਵਿੱਚ ਵਿਚਰ ਕੇ ਆਪਣੀ ਰੋਲ ਬਹੁਤ ਚੰਗੀ ਤਰ੍ਹਾਂ ਕਰ ਲੈਂਦੇ ਨੇ। ਫਿਰ ਮੇਰੀ ਧਿਆਨ ਇਸ ਤੋਂ ਪਿੱਛੋਂ ਉਸ ਤੇ ਵੀ ਡੂੰਘਾ ਗਿਆ, ਜਿਹੜੀ ਕਿ ਹੈਗੀ ਆ ਉਲਟੀ ਹੋਵੇ ਮਤ ਬਦਲਾ ਹੋ। ਸੋ ਇੱਕ ਗੱਲ ਤਾਂ ਇਹ ਸਾਡੀ ਮਤ ਦੀ ਆ। ਜੇ ਅਸੀਂ ਜੇ ਸਾਡੇ ਫੁਰਨੇ ਹੀ ਏਦਾਂ ਦੇ ਹੋਣਗੇ ਮਾਇਆ ਵਾਲੇ, ਮਤ ਹੀ ਸਾਡੀ ਇਸ ਮਾਇਆ ਵਿੱਚ ਲੱਗੀ ਹੋਈ ਆ, ਫਿਰ ਅਸੀਂ ਇਸ ਹਾਲਤ ਤੋਂ ਉੱਚੇ ਕਦੇ ਉੱਠਣਾ ਪੋਸੀਬਲ ਨਹੀਂ ਗਾ ਹੈਗਾ। ਪਰ ਜੇ ਫਿਰ ਮੈਂ ਉੱਪਰਲੀ ਤੁਕ ਵੱਲ ਜਾਂਦੀ ਹਾਂ, ਜਿਹੜੀ ਮੈਂ ਕਿਹਾ ਸੀ ਮੈਂ ਬਾਅਦ ਵਿੱਚ ਆਉਣੀ ਆ, ਕਿ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਵਾ ਖਨਲੀ ਧੋਤੀ ਉਜਲੀ ਨਾ ਹੋ ਗਈ, ਜੇ ਸੋ ਧੋਆ ਪਾ। ਕਿ ਅਸੀਂ ਪਤਾ ਨਹੀਂ ਬਾਕੀ ਦੀਆਂ ਜੁਨਾਂ ਤੋਂ ਪਿੱਛੋਂ ਪਤਾ ਨਹੀਂ ਅਸੀਂ ਇਸ ਇਨਸਾਨੀ ਜਾਮੇ ਵਿੱਚ ਕਿੰਨੇ ਕੁ ਚੱਕਰ ਲਾ ਲਏ ਨੇ। ਤਾਂ ਇਹ ਜਿਹੜੀ ਮਾਇਆ ਦੀ ਹਉਮੈ ਦੀ ਜਿਹੜੀ ਮੈਲ ਆ, ਇਹ ਇੱਕ ਵਾਰੀ ਨਹੀਂ, ਹਰੇਕ ਵਾਰੀ ਜਦੋਂ ਤੁਸੀਂ ਉਸ ਚੀਜ਼ ਨੂੰ ਵਾਰ-ਵਾਰ ਅਭਿਆਸ ਕਰੀ ਚੱਲੋ, ਉਸ ਚੀਜ਼ ਦਾ, ਉਸ ਚੀਜ਼ ਨੂੰ ਰਿਪੀਟ ਕਰੀ ਚੱਲੋ, ਉਹ ਸਾਡੇ ਤਾਣੇ ਬਾਣੇ ਵਿੱਚ, ਸਾਡੇ ਇੱਕ ਇੱਕ ਰੋਮ ਵਿੱਚ ਉਹ ਵਸ ਜਾਂਦੀ ਆ। ਤਾਂ ਇਹ ਪਤਾ ਨਹੀਂ ਕਿੰਨੇ ਜਨਮਾਂ ਤੋਂ ਆਪਾਂ ਇਸ ਹਉਮੈ ਦੇ ਵਿੱਚ, ਮੈਂ ਦੇ ਵਿੱਚ, ਇਸ ਮਾਇਆ ਦੇ ਭੁਲੇਖੇ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਫਸੇ ਹੋਏ ਆ। ਤਾਂ ਇਹ ਇੰਨੀ ਪੱਕ ਚੁੱਕੀ ਆ, ਕਾਲਾ ਹੋਇਆ ਸਿਆ, ਇਹ ਜਿਹੜਾ ਮਨ ਆ ਇਹਦਾ ਇਹ ਹਾਲ ਹੋਇਆ ਹੈ। ਉਸ ਤਰ੍ਹਾਂ ਦਾ ਹੋਇਆ ਇੱਕ ਕੋਲੂ ਦੇ ਵਿੱਚ, ਜਿਵੇਂ ਜਿਹੜਾ ਤੇਲੀ ਦੀ ਲੀਰ ਹੁੰਦੀ ਹੈ ਜਿਹਦੇ ਨਾਲ ਉਹ ਸਫਾਈ ਕਰਦਾ, ਇਸ ਤੁਕ ਦਾ ਇਹੀ ਮਤਲਬ ਹੈ ਕਿ ਜਿਹੜੀ ਉਹ ਲੀਰ ਦੇ ਨਾਲ ਉਹਦੀ ਸਫਾਈ ਕਰਦਾ, ਤੇਲ ਹੁੰਦਾ ਵਿੱਚ, ਗੰਦ ਹੁੰਦਾ, ਮਿੱਟੀ ਘੱਟਾ ਹੁੰਦਾ, ਉਹ ਉਸ ਲੀਰ ਦੇ ਵਿੱਚ ਇਸ ਤਰ੍ਹਾਂ ਰਚ ਕੇ ਉਹਦੇ ਤਾਣੇ ਪੇਟੇ ਦੇ ਵਿੱਚ ਉਹਦਾ ਹਿੱਸਾ ਬਣ ਚੁੱਕਿਆ। ਉਹ ਸਾਡਾ ਹਾਲ ਵਾ। ਜੇ ਹੁਣ ਉਹ ਤੇਲੀ ਉਸ ਲੀਰ ਨੂੰ ਧੋਣ ਵੀ ਜਾਵੇ, ਉਹ ਮੁੜ ਕੇ ਕਦੇ ਚਿੱਟੀ ਨਹੀਂ ਹੋ। ਉਹ ਹਾਲ ਆ ਸਾਡੇ ਮਨ ਦਾ। ਸੋ ਇਹ ਇੱਥੇ ਉਹਨਾਂ ਨੇ ਕਿਹਾ ਉਲਟੀ ਹੋਵੇ ਮਤ ਬਦਲਾ ਹੋ। ਸੋ ਆਪਾਂ ਚੱਲੇ ਹੋਏ ਆ ਮਾਇਆ ਦੇ ਰਾਹ ਤੇ, ਮੈਂ ਦੇ ਰਾਹ ਦੇ ਉੱਤੇ ਜਾਣਾ। ਜੇ ਇੱਧਰੋਂ ਆਪਾਂ ਨੇ ਦੂਜੇ ਪਾਸੇ ਨੂੰ, ਉਲਟੇ ਪਾਸੇ ਨੂੰ ਜਾਣਾ, ਉਹ ਹੈਗਾ ਆਤਮਿਕ ਜਿਹੜਾ ਅੰਸ਼ ਪਰਮਾਤਮਾ ਦਾ ਸਾਡੇ ਅੰਦਰ ਹੈ। ਜੇ ਉਹਦੇ ਵੱਲ ਨੂੰ ਜਾਣਾ ਹੈਗਾ ਤਾਂ ਫਿਰ ਤੁਹਾਨੂੰ ਕਿ ਇਸ ਮੱਤ ਦੇ ਉੱਤੇ ਕੰਮ ਕਰਨਾ ਪੈਣਾ। ਬਾਕੀ ਚੀਜ਼ਾਂ ਦੇ ਵਾਂਗੂ ਮਨ ਦਾ ਜਿਹੜੇ ਆਪਣੇ ਫੁਰਨੇ ਨੇ, ਮਨ ਦਾ ਕੰਮ ਹੀ ਅਨੇਕਾਂ ਫੁਰਨੇ ਕਰਨਾ। ਜੇ ਆਪਾਂ ਇਹਨੂੰ ਕਹੀਏ ਉਹ ਬੰਦ ਕਰਕੇ ਤਾਂ ਉਹ ਕਰੀਏ, ਉਹਦੇ ਜਿਹੜਾ ਅਸਲੀ ਕੰਮ ਹੈ ਉਹ ਤੋਂ ਹਟਾਇਆ ਨਹੀਂ ਜਾ ਸਕਦਾ। ਉਹ ਉਸ ਦੀ ਰੋਲ ਹੀ ਹੈ, ਪਰਮਾਤਮਾ ਨੇ ਹੁਕਮ ਵਿੱਚ ਹੋ ਰਿਹਾ ਉਹ। ਪਰ ਇੱਕ ਗੱਲ ਮੈਂ ਸੋਚ ਰਹੀ ਸੀ ਕਿ ਜਿਹੜੀ ਕਿਸੇ ਚੀਜ਼ ਨੂੰ ਵੀ ਤੁਸੀਂ ਉਸ ਨੂੰ ਅਗਰ ਤੁਸੀਂ ਉਹਨੂੰ ਸੁਪਰੈਸ ਕਰੋ, ਉਹਦੇ ਨਾਲੋਂ ਬਿਹਤਰ ਹੈਗਾ ਕਿ ਉਸ ਦੇ ਥਾਂ ਤੇ ਤੁਸੀਂ ਕੋਈ ਸਬਸਟੀਟਿਊਟ ਲੱਭੋ। ਜੇ ਅਸੀਂ ਇਸ ਮਤ ਨੂੰ ਬਦਲਾਉਣਾ ਹੈ ਤਾਂ ਮੇਰੇ ਸਾਹਮਣੇ ਇੱਕ ਬੜੀ ਵੱਡੀ ਐਗਜ਼ਾਮਪਲ ਆਈ ਕਿ ਪਿਉਂਦ ਚੜਾਉਣ ਦੀ, ਗ੍ਰਾਫਟਿੰਗ ਕਰਨ ਦੀ, ਹੈ ਨਾ। ਤੇ ਕਈ ਦਰਖਤ ਨੇ, ਬੂਟੇ ਨੇ, ਫਲ ਨੇ, ਉਹਨਾਂ ਨੂੰ ਕਈ ਵਾਰੀ ਕੋਈ ਬਿਮਾਰੀ ਲੱਗਦੀ ਆ, ਕਈ ਵਾਰੀ ਬੜੀ ਚੰਗੀ ਕਿਸਮ ਦਾ ਉਹਦੇ ਉੱਤੇ ਦਰਖਤ ਲਾਉਣਾ ਹੈਗਾ, ਕੋਈ ਉਸ ਕਲਾਈਮੇਟ ਵਿੱਚ ਨਹੀਂ ਹੁੰਦਾ ਜਾਂ ਕੋਈ ਬਿਮਾਰੀਆਂ ਨੇ, ਤਾਂ ਉਹ ਜਿਵੇਂ ਉਸ ਦੇ ਉੱਤੇ ਪਿਉਂਦ ਚੜਾਉਣੀ ਹੈ, ਇਸ ਮੱਤ ਦੇ ਉੱਤੇ ਵੀ ਸਾਨੂੰ ਇਹੀ ਅਗਰ ਚੰਗੇ ਉਸ ਮਾਇਆ ਦੇ ਖਿਆਲਾਂ ਨਾਲੋਂ ਕਿਸੇ ਅਸੀਂ ਉਹੀ ਚੰਗੇ ਗੁਣਾਂ ਦੇ ਵੱਲ ਨੂੰ ਇਸ ਮੱਤ ਨੂੰ ਲਿਜਾਈਏ
ਤਾਂ ਉਹ ਜਿਹੜਾ ਇੰਨਾ ਚਿਰ ਦਾ ਉਹਦੇ ਤੇ ਅਭਿਆਸ ਕਰ ਕਰਕੇ ਉਹ ਪੂਰਾ ਕਾਲਾ ਸਿਆਹ ਹੋਇਆ ਤਾਂ ਇਹ ਉਲਟੇ ਪਾਸੇ ਨੂੰ ਚੱਲ ਸਕਦਾ, ਆਤਮਿਕ ਪਾਸੇ ਨੂੰ ਚੱਲ ਸਕਦਾ ਹੈਗਾ। ਸੋ ਇਹਦੇ ਵਿੱਚ ਮੈਂ ਇੱਕ ਦੋ ਤੁਕਾਂ ਗੁਰਬਾਣੀ ਵਿੱਚੋਂ ਲਈਆਂ ਕਿ ਗੁਰੂ ਜੀ ਕਹਿ ਰਹੇ ਨੇ ਬੁੱਧ ਬਦਲੀ ਸਿੱਧ ਪਾਈ। ਸੋ ਇਹ ਬੁੱਧ ਨੂੰ, ਇਸ ਮੱਤ ਨੂੰ ਆਪਾਂ ਅਸਲੀਅਤ ਵੱਲ ਲਾਉਣ ਦੀ ਕੋਸ਼ਿਸ਼ ਕਰਨੀ ਆ। ਫਿਰ ਗੁਰੂ ਜੀ ਕਹਿੰਦੇ ਨੇ ਨਾਨਕ ਸੇਵਕ ਸੇਵਈ ਆਖੀਆ ਜੋ ਸਿਰ ਧਰੇ ਉਤਾਰ। ਇਹ ਜਿਹੜੀ ਮੱਤ ਆ ਸਾਡੀ, ਜਿਹੜੀ ਕਿ ਇਸ ਵੇਲੇ ਬਿਲਕੁਲ ਇੱਕ ਭਰਮ ਦੇ ਵਿੱਚ ਉਹਨੂੰ ਪੂਰਾ ਸੱਚ ਬਣਾ ਕੇ ਉਹਦੇ ਵਿੱਚ ਗੁਲਤਾਨ ਹੋਈ ਆ, ਤਾਂ ਇਸ ਨੂੰ ਉਹਨਾਂ ਨੇ ਦੱਸਿਆ ਕਿ ਇਹ ਮੱਤ ਨੂੰ ਬਦਲਣਾ ਹੈ ਇਸ ਨੂੰ। ਤਾਂ ਇਹਨੇ ਉਲਟੇ ਪਾਸੇ ਨੂੰ, ਜਿਹੜਾ ਕਿ ਆਤਮਿਕ ਅੰਸ਼, ਪਰਮਾਤਮਾ ਦੇ ਅੰਸ਼ ਵਾਲਾ, ਆਤਮਾ ਵਾਲਾ ਪਾਸਾ ਹੈ, ਉਧਰ ਨੂੰ ਚੱਲੂ। ਤੇ ਬੇਸ਼ੱਕ ਤੁਸੀਂ ਜੇ ਇਹ ਆਪਣੀਆਂ ਰੋਲਸ ਫਿਰ ਵੀ ਪਲੇ ਕਰੀ ਚੱਲੋ। ਤੇ ਇਹ ਕਰਨ ਲਈ ਬਾਕੀ ਦੀਆਂ ਇੰਨੀਆਂ ਜੂਨਾਂ ਨੂੰ ਮੈਂ ਦੇਖਦੀ ਹਾਂ ਕਿ ਜਿੱਥੇ ਦਰਖਤ ਖੜਾ, ਉਹ ਜਿਹੜੀ ਰੌਂ ਵਿੱਚ ਪਰਮਾਤਮਾ ਨੇ ਉਹਨਾਂ ਨੂੰ ਲਾਇਆ, ਉਹ ਉਸੇ ਰੌਂ ਵਿੱਚ ਚੱਲ ਰਹੇ ਨੇ। ਤਾਂ ਤੁਸੀਂ ਬਾਕੀ ਜੀਵਾਂ ਨੂੰ ਦੇਖ ਲਵੋ, ਉਹ ਉਸੇ ਰੌਂ ਵਿੱਚ ਚੱਲ ਰਹੇ ਨੇ। ਪਰ ਇੱਕ ਇਨਸਾਨ ਹੈ ਜਿਹੜਾ ਕਿ ਅਸੀਂ ਆਪਣੀ ਮਨਮੱਤ ਨੂੰ, ਬੁੱਧੀ ਨੂੰ, ਗੁਰੂ ਮੱਤ ਨੂੰ ਨਹੀਂ, ਮਨ ਦੀ ਮੱਤ ਨੂੰ ਵਰਤ ਕੇ ਅਸੀਂ ਆਪ ਹੀ ਉਸ ਨੂੰ ਤੋੜਦੇ, ਭੰਨਦੇ, ਘੜਦੇ ਤੇ ਨਤੀਜੇ ਕੱਢਦੇ ਹਾਂ। ਤੇ ਉਹ ਫਿਰ ਅਸੀਂ ਕੁਰਾਹੇ ਪੈ ਜਾਂਦੇ ਹਾਂ, ਉਸ ਤੋਂ ਉਹ ਦੂਜੇ ਪਾਸੇ ਚੱਲਦੇ ਹਾਂ, ਜਿਹੜਾ ਪਰਮਾਤਮਾ ਦੀ ਅੰਸ਼ ਵਾਲਾ ਆਤਮਿਕ ਪਾਸਾ ਸੀ, ਉਧਰੋਂ ਹਟ ਕੇ ਆਪਾਂ ਮਾਇਆ ਦੇ ਵਿੱਚ ਹੀ ਗਲਤਾਨ ਹੋਏ ਰਹਿੰਦੇ ਹਾਂ। ਇੱਥੇ ਵੀ ਉਹਨਾਂ ਨੇ ਕਿਹਾ, ਗੁਰੂ ਜੀ ਕਹਿ ਰਹੇ ਨੇ ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾ ਖਾਏ। ਕਿਉਂਕਿ ਗੁਰੂ ਜੀ ਨੇ ਤਾਂ ਉਹਨਾਂ ਨੇ ਇਹ ਸਾਰਾ ਖੇਲ ਰਚ ਕੇ, ਇਹ ਮਾਇਆ ਪਾ ਕੇ ਸਾਡੇ ਵਿੱਚ, ਨਾਲ ਉਹਨਾਂ ਨੇ ਇੱਕ ਅਟਲ ਸਦੀਵੀ ਹੁਕਮ ਵੀ ਜਾਰੀ ਕਰ ਦਿੱਤਾ, ਜਿਹੜਾ ਕਿ ਸਾਨੂੰ ਸਾਫ਼ ਕਹਿ ਦਿੱਤਾ, ਹੁਕਮ ਰਜਾਈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਇਹ ਜਿਹੜੀ ਹਉਮੈ ਆਪਣੇ, ਜੇ ਅਸੀਂ ਉਸੇ ਹੁਕਮ ਵਿੱਚ ਰਹਿ ਕੇ, ਜਿਹੜਾ ਉਹਦਾ ਸਦੀਵੀ ਅਭੁੱਲ ਹਮੇਸ਼ਾ ਚੱਲਣ ਵਾਲਾ, ਉਹਨੇ ਇਹ ਕਾਇਮ ਕਰ ਦਿੱਤਾ ਕਾਨੂੰਨ, ਜੇ ਅਸੀਂ ਉਹਦੇ ਵਿੱਚ ਰਹਿ ਕੇ ਹੀ ਕਰੀਏ ਤਾਂ ਫਿਰ ਅਸੀਂ ਇਸ ਹਉਮੈ ਨੂੰ ਪਛਾਣ ਸਕਦੇ ਹਾਂ ਕਿ ਇਹ ਕੀ ਹੈਗੀ ਆ। ਸੋ ਇਹ ਸੀਗੀਆਂ। ਅੱਗੇ ਇੱਕ ਹੋਰ ਹੈ, ਇਸੇ ਤੁਕ ਨਾਲ ਮੇਰੇ ਖਿਆਲ ਵਿੱਚ ਆਉਂਦਾ, ਸਤ ਸੰਗਤ ਮਾਹੇ ਵਿਸਾਰ ਹੋਏ ਹਰ ਜੀਵਤ ਮਰਤ ਸੰਸਾਰੀ। ਸੋ ਜੇ ਅਸੀਂ ਉਸ ਸੱਚੇ ਦੀ ਸੰਗਤ ਕਰਕੇ ਉਸ ਨਾਲ ਪਾਸੇ ਚੱਲੀਏ ਤਾਂ ਇਹ ਸੰਸਾਰੀ ਜੀਵ ਹੈ, ਜਿਹੜਾ ਇਹ ਜੀਵਤ ਮਰਨ ਦੇ ਗੁੰਝਲ ਨੂੰ, ਇਸ ਬੁਝਾਰਤ ਨੂੰ ਸਮਝ ਸਕਦਾ ਤੇ ਇਹਦੇ ਤੇ ਚੱਲ ਸਕਦਾ ਹੈਗਾ। ਇਹ ਸੀਗਾ ਮੇਰਾ ਥੋੜਾ ਜਿਹਾ ਇਸ ਮਤ ਨੂੰ ਕਰਨ ਦੇ ਉੱਤੇ। ਤਾਂ ਅਸੀਂ ਸਾਰੇ ਦਿਮਾਗੀ ਤੌਰ ਤੇ ਮੈਂ ਵੀ ਬਹੁਤ ਸੋਚ ਸਕਦੀ ਹਾਂ, ਪਰ ਅਸਲੀ ਗੱਲ ਤਾਂ ਹੈਗੀ ਹੈ ਇਹਦੀ ਕਮਾਈ ਕਰਨ ਦੀ, ਜ਼ਿੰਦਗੀ ਦੇ ਵਿੱਚ ਲਿਆਉਣ ਦੀ। ਗਿਆਨ ਤਾਂ ਸਾਨੂੰ ਵੀ ਸਾਰਾ ਆਈ ਥਿੰਕ ਕੁਛ ਕਿਸੇ ਦਰਜੇ ਤੱਕ ਮੈਂ ਵੀ ਸੋਚ ਸਕਦੀ ਹਾਂ, ਪਰ ਗੁਰੂ ਜੀ ਨੇ ਇਹ ਵੀ ਸਾਫ਼ ਕਿਹਾ ਕਿ ਜਗ ਗਿਆਨੀ ਬਿਰਲਾ ਆਚਾਰੀ। ਕੋਈ ਬਿਰਲੇ ਨੇ ਉਹ ਰੂਹਾਂ ਜਿਹੜੀਆਂ ਅਸਲ ਵਿੱਚ ਇਸ ਬੁਝਾਰਤ ਨੂੰ ਸਮਝ ਕੇ ਤੇ ਦੁਨਿਆਵੀ ਰੋਲ ਨੂੰ ਪਲੇ ਕਰਦੇ ਉਹ ਅਸਲੀਅਤ ਦੇ ਨਾਲ ਜੁੜੇ ਰਹਿੰਦੇ ਨੇ। ਸੋ ਇਹ ਸੀਗੇ ਦੋ ਹਿੱਸੇ। ਮੈਂ ਇਹੀ ਸੋਚਦੀ ਸੀ ਕਿੱਡਾ ਵੱਡਾ ਫਲਸਫਾ ਇਸ ਛੋਟੀ ਜਿਹੀ ਤੁਕ ਦੇ ਵਿੱਚ ਗੁਰੂ ਜੀ ਨੇ ਸਾਡੇ ਸਾਹਮਣੇ ਰੱਖਿਆ ਹੋਇਆ ਹੈ। ਹੁਣ ਮੈਂ ਥੋੜਾ ਜਿਹਾ ਗੁਰਪ੍ਰਸਾਦ ਵੱਲ ਜਾਂਦੀ ਹਾਂ। ਇਹ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਇਹਦੇ ਵਿੱਚੋਂ ਮੇਰੇ ਸਾਹਮਣੇ ਆਈਆਂ ਸੀਗੀਆਂ। ਗੁਰਪ੍ਰਸਾਦ, ਇਹਦਾ ਜਿਹੜਾ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਜਿਹੜਾ ਇਹਦਾ ਅਰਥ ਹੈ ਉਹ ਇਹੀ ਹੈ ਕਿ ਉਹਦੀ ਮਿਹਰ ਵਿੱਚ ਨਾਲ, ਉਹਦੀ ਬਖਸ਼ਿਸ਼ ਨਾਲ, ਪਰਮਾਤਮਾ ਦੀ ਬਖਸ਼ਿਸ਼ ਨਾਲ, ਉਹਦੀ ਦਾਤ ਵਾ
ਤੇ ਉਸ ਪਰਮਾਤਮਾ ਨੇ ਜਦੋਂ ਇਹ ਉਹਨੇ ਇਹ ਸਾਰੀ ਰਚਨਾ ਰਚੀ ਆ, ਰਚ ਕੇ ਉਹਨੇ ਆਪਣੇ ਆਪ ਨੂੰ ਵੀ ਵਿੱਚ ਰੱਖਿਆ, ਤਾਂ ਉਸ ਵੇਲੇ ਉਸ ਨੇ ਸਾਰਾ ਕੁਝ, ਆਪਣੀਆਂ ਦਾਤਾਂ ਸਾਨੂੰ ਸਭ ਕੁਝ ਉਹਨੇ ਬਖਸ਼ ਦਿੱਤਾ, ਅਤੇ ਉਹ ਇੱਕੋ ਇੱਕ ਵਾਅ ਦੇ ਵਿੱਚ ਬਖਸ਼ ਦਿੱਤਾ, ਹਮੇਸ਼ਾ ਲਈ ਬਖਸ਼ ਦਿੱਤਾ ਸਾਰਾ ਕੁਝ। ਤੇ ਉਸ ਪਰਮਾਤਮਾ ਦੀ ਜਿਹੜੀ ਮਿਹਰ ਆ, ਜਿਹੜੀ ਉਹਦੀ ਬਖਸ਼ਿਸ਼ ਆ, ਉਹ ਤਾਂ ਲਗਾਤਾਰ ਹਰ ਵੇਲੇ ਬਰਸ ਰਹੀ ਆ, ਹਰ ਵੇਲੇ ਉਹਦੀ ਬਖਸ਼ਿਸ਼ ਹਰ ਵੇਲੇ ਚੱਲ ਰਹੀ ਆ। ਪਰ ਜਦੋਂ ਅਸੀਂ ਉਹ ਹੈ ਹੀ ਨਹੀਂ, ਅਸੀਂ ਉਹਦਾ ਅੰਸ਼ ਆ, ਅਸੀਂ ਉਸ ਬਖਸ਼ਿਸ਼, ਜਦੋਂ ਵੀ ਅਸੀਂ ਉਹਦੇ ਕੋਲ ਜਾਈਏ, ਹਮੇਸ਼ਾ ਉਹ ਬਖਸ਼ਿਸ਼ਾਂ ਸਾਰੀਆਂ ਸਾਡੇ ਉੱਪਰ ਨੇ। ਸਾਨੂੰ ਉਹ ਆਨੰਦ, ਜਿਹੜਾ ਕਿ ਅਸੀਂ ਖੁਸ਼ੀ ਲੱਭਦੇ ਹਾਂ ਇਸ ਜੀਵਨ ਵਿੱਚ, ਜਿਹਦੇ ਨਾਲ ਹਰ ਵੇਲੇ ਦੁੱਖ ਚੰਬੜੇ ਹੋਏ ਨੇ, ਉਹ ਜਿਹੜਾ ਸਦੀਵੀ ਸੁੱਖ ਆ, ਉਹ ਆਨੰਦਮਈ ਜੀਵਨ ਆ, ਉਹ ਸਾਨੂੰ ਉਸ ਪਰਮਾਤਮਾ ਕੋਲੋਂ ਹਰ ਵੇਲੇ ਉਹ ਬਖਸ਼ਿਸ਼ਾਂ ਨੇ। ਪਰ ਜਦੋਂ ਅਸੀਂ ਭੁੱਲ ਕੇ ਆਪਣੇ ਆਪ ਨੂੰ ਪਛਾਣਦੇ ਹੀ ਨਹੀਂ, ਮੈਂ ਥੋੜਾ ਜਿਹਾ ਇਸ ਧਰਤੀ ਦੇ ਉੱਤੇ ਆਪਣੇ ਇਨਸਾਨੀ ਜੀਵਨ ਦੇ ਨਾਲ ਥੋੜੀ ਜਿਹੀ ਕੰਪੈਰੀਜ਼ਨ ਕਰਦੀ ਸੀ। ਬੇਸ਼ੱਕ ਗੁਰੂ ਜੀ ਨੇ ਉਸ ਨੂੰ, ਪਰਮਾਤਮਾ ਨੂੰ, ਪਿਤਾ, ਮਾਤਾ, ਸੁੱਤ, ਮੀਤ ਬਹੁਤ ਕੁਝ ਕਿਹਾ, ਪਰ ਮੇਰੇ ਸਾਹਮਣੇ ਇੱਕ ਮਾਂ ਦੀ ਐਗਜ਼ਾਮਪਲ ਬਹੁਤ ਆਈ। ਇਹ ਥੋੜੀ ਜਿਹੀ ਉਦਾਹਰਨ ਨੂੰ, ਬੇਸ਼ੱਕ ਉਹ ਇੱਕ ਮੱਧਮ ਜਿਹਾ ਪਰਛਾਵਾਂ ਹੈ ਉਸ ਪਰਮਾਤਮਾ ਦਾ, ਪਰਮਾਤਮਾ ਦੇ ਪਿਆਰ ਵਿੱਚ ਬਿਲਕੁਲ ਵੀ ਇਹ ਤ੍ਰੈਗੁਣੀ ਮਾਇਆ ਦਾ ਕੋਈ ਉਹਦੇ ਵਿੱਚ ਪ੍ਰਭਾਵ ਨਹੀਂ ਗਾ ਹੈਗਾ, ਉਹਦੇ ਵਿੱਚ ਹਉਮੈ ਦਾ ਪ੍ਰਭਾਵ ਨਹੀਂ, ਉਹਦੇ ਵਿੱਚ ਕੋਈ। ਪਰ ਸਾਡੇ ਜਿਹੜਾ ਮਾਂ ਦੀ ਉਦਾਹਰਨ ਮੈਂ ਦਿੰਨੀ ਆ, ਉਹਦੇ ਵਿੱਚ ਤ੍ਰੈਗੁਣੀ ਮਾਇਆ ਵੀ ਆ, ਉਹਦੇ ਵਿੱਚ ਮੋਹ ਵੀ ਆ, ਤੇ ਉਹਦੇ ਵਿੱਚ ਪਰ ਉਸ ਮਾਂ ਦੇ ਵਿੱਚ ਬਹੁਤ ਬਖਸ਼ਿਸ਼ਾਂ ਨੇ। ਉਹਦੇ ਬੱਚੇ ਜਦੋਂ ਵੀ, ਹਮੇਸ਼ਾ ਉਹਦੇ ਕਨਸੀਵ ਹੋਣ ਤੋਂ ਲੈ ਕੇ ਕਦੇ ਵੀ ਉਹਦੇ ਮੋਹਰੇ ਆਉਣ, ਉਹਦੀਆਂ ਬਖਸ਼ਿਸ਼ਾਂ ਉਹਦੇ ਲਈ, ਉਹਨਾਂ ਬੱਚਿਆਂ ਲਈ ਹਮੇਸ਼ਾ ਹੀ ਨੇ। ਸੋ ਮੈਂ ਥੋੜਾ ਜਿਹਾ ਦੇਖਦੀ ਸੀ ਕਿ ਇਸ ਤੋਂ ਮੈਂ ਦੇਖਦੀ ਸੀ ਕਿ ਉਹ ਪਰਮਾਤਮਾ ਦੀਆਂ ਬਖਸ਼ਿਸ਼ਾਂ, ਸਾਨੂੰ ਕੋਈ ਉਹਦੇ ਲਈ ਉਦਮ ਨਹੀਂ ਕਰਨਾ, ਕੋਈ ਕਾਨੂੰਨ ਦਾ ਬੰਦ ਨਹੀਂ, ਉਹ ਬਖਸ਼ਿਸ਼ਾਂ ਹਰ ਵੇਲੇ ਭਰਪੂਰ ਸਦੀਵੀ ਚੱਲ ਰਹੀਆਂ ਨੇ। ਪਰ ਸਾਨੂੰ, ਜਦੋਂ ਅਸੀਂ ਆਪਣਾ ਆਪ ਹੀ ਉਸ ਅੰਸ਼ ਤੋਂ ਦੂਰ ਕੀਤਾ ਹੋਇਆ, ਜਦੋਂ ਵੀ ਅਸੀਂ ਉਹਦੇ ਮੂਹਰੇ ਜਾਈਏ, ਸਾਰੀਆਂ ਬਖਸ਼ਿਸ਼ਾਂ ਪੈ ਰਹੀਆਂ ਨੇ, ਉਹਦੇ ਲਈ ਸਾਨੂੰ ਕੋਈ ਹੋਰ ਉਦਮ ਨਹੀਂ ਕਰਨਾ, ਕੋਈ ਕਾਨੂੰਨ ਨਹੀਂ ਕਿ ਉਹਦੇ ਨਾਲ ਹੀ ਉਹ ਹੋਣੀਆਂ ਨੇ। ਸੋ ਇਹ ਹੈਗਾ ਸੀ ਗੁਰਪ੍ਰਸਾਦ ਦਾ, ਮੈਂ ਥੋੜਾ ਜਿਹਾ ਤੇ ਦੇਖਿਆ। ਪਰ ਸੋ ਇਹੀ ਹੈ ਕਿ ਇਹ ਸਾਨੂੰ, ਇਹ ਜਿਹੜੀ ਸਾਡੀ ਮੱਤ ਆ, ਇਸ ਨੂੰ, ਇਹਦੇ ਨਾਲ ਅਸੀਂ ਆਪਣੇ ਆਪ ਨੂੰ, ਆਪਣੀ ਅਸਲੀਅਤ ਨੂੰ ਪਛਾਣਨਾ, ਤੇ ਅਸੀਂ ਉਸ ਪਰਮਾਤਮਾ ਦੇ ਨਾਲ ਜੁੜਨਾ, ਤੇ ਇਸ ਦੁਨੀਆ ਦੇ ਜਿਹੜੀਆਂ ਸਾਡੀ ਰੋਲ ਵਾ, ਉਸ ਨੂੰ ਪਲੇ ਕਰਦੇ ਕਰਦੇ। ਇੰਨਾ ਕਿ ਸੀਗਾ। ਤੇ ਇੱਕ ਸ਼ਬਦ ਸੀਗਾ, ਮੈਂ ਵੀਰ ਜੀ ਨੂੰ ਕਿਹਾ ਸੀ ਕਿ ਉਹ ਸ਼ਬਦ ਤੁਸੀਂ ਪਾ ਦਿਓ, ਤੇ ਉਹਦੇ ਵਿੱਚ ਥੋੜਾ ਜਿਹਾ ਮੈਂ ਇਹਨੂੰ ਅਪਲਾਈ ਕਰਨਾ ਚਾਹੁੰਦੀ ਹਾਂ। ਹਾਂਜੀ, ਓਕੇ। ਮੇਰੇ ਖਿਆਲ ਵਿੱਚ ਇਹ ਸ਼ਬਦ ਆਪਾਂ ਨੇ ਆਮ ਕਰਕੇ ਜਦੋਂ ਹੁਕਮਨਾਮਾ ਲੈਂਦੇ ਹਾਂ, ਬਹੁਤ ਵਾਰੀ ਸਾਡੇ ਸਾਹਮਣੇ ਆਉਂਦਾ, ਤੇ ਮੈਂ ਕਈ ਵਾਰੀ ਇਸ ਨੂੰ ਸੋਚਣਾ, ਤੇ ਹੁਣ ਮੈਂ ਦੇਖਦੀ ਹਾਂ ਕਿ ਇਹ ਉਹਨਾਂ ਰੂਹਾਂ ਨੂੰ ਅਪਲਾਈ ਕਰਦਾ ਜਿਨ੍ਹਾਂ ਨੇ ਇਸ ਗੁੰਝਲ ਨੂੰ ਸਮਝ ਲਿਆ ਕਿ ਅਸਲੀਅਤ ਕੀ ਆ ਤੇ ਭੁਲੇਖਾ ਕੀ ਆ, ਕਿਹੜੇ ਭਰਮ ਵਿੱਚੋਂ ਆ। ਤੇ ਸੋ ਇੱਕ ਵਾਰੀ ਮੈਂ ਇਹਨੂੰ ਪੜ੍ਹਦੀ ਹਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕੈ, ਕੰਚਨ ਮਾਟੀ ਮਾਨੈ ਰਹਾਉ, ਨਹਿ ਨਿੰਦਿਆ ਨਹਿ ਉਸਤਤ ਜਾਂ ਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ।
गुर कृपा जे नर को कीनी ते ए जुगत पछानी नानक लीन पयो गोविंद स्यों ज्यों पानी संग पानी। हाँ जी, बेशक इस नूं वीर जी कर दो क्योंकि मैं तो ओवरऑल ही करना है इस तो, है ना। ਹੁਣ ਇਸੇ ਤੁਕ ਦੇ ਵਿੱਚ ਮੈਂ ਇਹ ਪੜ੍ਹਿਆ ਸੀਗਾ ਕਿ ਜਦੋਂ ਉਹਨਾਂ ਨੇ ਇਹ ਗੁਰਪ੍ਰਸਾਦ ਤੇ ਜੀਵਤ ਮਨ ਤੇ ਮਤ ਦੇ ਨਾਲ ਉਲਟਾ ਕਰ ਲਿਆ ਰਸਤਾ ਆਪਣਾ, ਨਾਨਕ ਮੈਲ ਨਾ ਲੱਗ ਗਈ ਨਾ ਫਿਰ ਜੋਨੀ ਪਾਏ। ਫਿਰ ਇਹ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗਦੀ ਆ, ਫਿਰ ਇਹ ਮੈਲ ਨਾ ਲੱਗੂਗੀ। ਤੇ ਫਿਰ ਇਸ ਦੁਨੀਆ ਦੇ ਜਿਹੜਾ ਜਦੋਂ ਅਸੀਂ ਅਸਲੀਅਤ ਦੇ ਨਾਲ ਹੀ ਜੁੜ ਗਏ ਤਾਂ ਫਿਰ ਇਹ ਜਿਹੜਾ ਜੂਨਾਂ ਦੇ ਵਿੱਚ ਕੀ ਆਉਂਦਾ, ਜੂਨਾਂ ਦੇ ਵਿੱਚ ਤਾਂ ਇਹ ਜਿਹੜਾ ਹਉਮੈ ਉਹੀ ਲੈ ਕੇ ਆਉਂਦਾ। ਜਦੋਂ ਹਉਮੈ ਮੁੱਕ ਗਿਆ ਤਾਂ ਅਸੀਂ ਤਾਂ ਉਸ ਪਰਮਾਤਮਾ ਦੇ ਵਿੱਚ ਇੱਕਮਿਕ ਹੋ ਗਏ ਹਾਂ। ਸੋ ਇਸ ਸ਼ਬਦ ਦੇ ਵਿੱਚ ਇਹੀ ਦੱਸਿਆ ਹੋਇਆ ਕਿ ਜਿਹੜੀ ਅਸਲੀ ਦੁਨੀਆ ਦੇ ਸਾਡੇ ਸਰੀਰ ਨੂੰ ਦੁੱਖ ਤੇ ਸੁੱਖ ਹੋਣੇ ਨੇ ਇੱਥੇ, ਪਰ ਉਹਨਾਂ ਨੂੰ ਇਸ ਚਾਹੇ ਸੋਨਾ ਚਾਹੇ ਮਿੱਟੀ ਆ ਚਾਹੇ ਕਿਸੇ ਨੇ ਵਡਿਆਈ ਕਰ ਦਿੱਤੀ। ਹੁਣ ਮੇਰੀ ਆ, ਅੱਜ ਸਵੇਰੇ ਮੈਨੂੰ ਕਿਸੇ ਨੇ ਬੁਰਾ ਕਹਿ ਦਿੱਤਾ, ਮੇਰਾ ਸਾਰਾ ਦਿਨ ਖਰਾਬ ਹੋ ਜਾਂਦਾ। ਕਿਸੇ ਨੇ ਮੇਰੀ ਵਡਿਆਈ ਕਰ ਦਿੱਤੀ, ਮੇਰਾ ਉਹ ਦਿਨ ਮੈਂ ਕਹਿੰਦੀ ਹਾਂ ਉਹ ਯੂ ਮੇਡ ਮਾਈ ਡੇ। ਪਰ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਸਾਰਾ ਕੁਛ ਇੱਕ ਭਰਮ ਆ। ਉਹਨਾਂ ਨੂੰ ਅਸਲੀਅਤ ਨਾਲ ਇਹਨਾਂ ਚੀਜ਼ਾਂ ਦਾ ਕੋਈ ਵੀ ਲੈਣਾ ਦੇਣਾ ਨਹੀਂਗਾ ਹੈਗਾ। ਸੋ ਉਹ ਇਹ ਰੋਲ ਨੂੰ ਜਦੋਂ ਨਿਭਾ ਰਹੇ ਨੇ, ਇਹ ਦੁਨਿਆਵੀ ਦੁੱਖ ਸੁੱਖ, ਇਹ ਦੁਨਿਆਵੀ ਧਨ ਮਾਲ, ਇਹ ਦੁਨਿਆਵੀ ਜਿਹੜੀ ਵਡਿਆਈ ਆ ਸ਼ੋਹਰਤ ਆ, ਇਹ ਸਾਰੇ ਕੁਛ ਨੂੰ ਉਹਨਾਂ ਨੂੰ ਇਸ ਭਰਮ ਦਾ ਪੂਰਾ ਗਿਆਨ ਹੋ ਜਾਂਦਾ। ਤੇ ਇਹ ਉਹਨਾਂ ਨੂੰ ਪਤਾ ਲੱਗਦਾ ਜਿਨ੍ਹਾਂ ਨੇ ਇਸ ਗੁੰਝਲ ਨੂੰ ਸਮਝ ਲਿਆ ਤੇ ਉਹ ਉਸ ਪਰਮਾਤਮਾ ਦੇ ਨਾਲ ਉਹਦੇ ਨਾਲ ਮਿਲ ਗਏ। ਬਹੁਤ ਮਿਹਰਬਾਨੀ ਸਾਰਿਆਂ ਦੀ। ਇਹ ਮੈਂ ਥੋੜੀ ਜਿਹੀ ਆਪਣੀ ਮਤ ਤੁਹਾਡੇ ਨਾਲ ਸ਼ੇਅਰ ਕੀਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਪੰਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। Very well done. In fact, nicely sort of connected all the aspects. ਕਿ ਅਸੀਂ ਜਾਣਗੇ ਵੀ ਹਉਮੈ ਮੋਹ ਮਮਤਾ ਦੇ ਭਰਮ ਦੇ ਵਿੱਚ, ਇਹਦੀ ਭਟਕਣਾ ਵਿੱਚ, ਇਹਦੇ ਕੁਰਾਏ 'ਚ ਪਏ ਹੋਏ ਸਿੱਧੇ ਰਸਤੇ ਤੇ ਕਿਸ ਤਰ੍ਹਾਂ ਪੈ ਕੇ ਆਪਣੀ ਮੰਜ਼ਿਲ ਤੇ ਪਹੁੰਚਣਾ ਹੈਗਾ। I think she's touched all these aspects. ਹਾਂਜੀ, So I ਪਰ want to ਮੈਨੂੰ repeat ਪਤਾ everything else. ਕਿ ਮੋਹਨ ਨੇ ਨਾ ਹਉਮੈ ਨੂੰ, ਮੈਨੂੰ ਪਤਾ ਕਿ ਕਿੱਡਾ ਵੱਡਾ ਇਹ ਫਲਸਫਾ ਜਿਹੜਾ ਹਉਮੈ ਦਾ, ਉਹ ਹਮੇਸ਼ਾ ਹੀ ਹਉਮੈ ਨੂੰ ਲਿਆਉਂਦੇ ਨੇ। ਤਾਂ ਮੈਂ ਦੇਖਦੀ ਹਾਂ ਵੀ ਇਹਨੇ ਸਾਨੂੰ ਕਿੰਨਾ ਮੈਨੇ ਸਾਡੇ ਕੋਲੇ ਕੋਈ ਵੀ ਚੀਜ਼ ਨਹੀਂ ਜਿਹੜੀ ਮੇਰੀ ਆ। ਥੈਂਕ ਯੂ ਵੀਰ ਜੀ। Thank you ji. We've got 15 minutes. So let's have your input, comments. Whoever wants to kick off, just either show your hand and unmute yourself. Anybody else? Come on. ਮੈਨੂੰ ਸੰਤੋਖ ਸਿੰਘ ਦਾ, ਮੈਨੂੰ ਰਾਤ ਦਾ ਜਦੋਂ ਮੈਂ ਇਹ ਸ਼ਬਦ ਕਰਨ ਲੱਗੀ ਮੇਰੇ ਮੂਹਰੇ ਆ ਗਿਆ ਕਿ ਸਾਰਾ ਕੁਛ ਤਾਂ ਮੈਂ ਜੋ ਕੁਛ ਇਹਦੇ ਵਿੱਚ ਲਿਆਉਣਾ ਹੈ, ਉਹਨਾਂ ਨੇ ਰਾਤ ਹੀ ਕਹਿ ਦਿੱਤਾ ਸੀ ਕਿ ਮੈਂ ਕੌਣ ਆ। ਅਸੀਂ ਕੌਣ ਨੂੰ ਭੁੱਲ ਕੇ ਅਸੀਂ ਕੋਈ ਆਪਣੀ ਉਸ ਭਰਮ ਦੇ ਵਿੱਚ ਹੀ ਫਸੇ ਹੋਏ ਆ। ਫਿਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਕਰਨ ਕੀ ਆਏ ਆ ਇੱਥੇ, ਉਹ ਕਿਵੇਂ ਕਰਨਾ। ਸੋ ਇਹ ਮੇਰਾ ਜਿਹੜਾ ਅੱਜ ਦਾ ਸੀਗਾ, ਉਹਨਾਂ ਦੇ ਤਿੰਨਾਂ ਉਹਨਾਂ ਨੇ ਰਾਤ ਹੀ ਕਹਿ ਦਿੱਤੇ ਸੀਗੇ। ਠੀਕ ਹੈ, ਹਾਂਜੀ। Can we have your contributions, please? Comments on anything that would add value to the discussion? Hanji, Dr. Sani. Okay. Simranjeet ne mera naam kya liya si na about home. I keep talking about home, maybe probably because I must have the most home in myself because it bothers me. That's probably the reason. I think the ultimate time or ultimate way to treat home is when we die. But we don't want to die. We want to treat our home while we are alive. I think what I think क्या जीवत्यां
मर रही है. हाँ जी. I think we have to live as if we are nothing. I mean, in a scheme of things, we are just less than a speck of dust in the whole universe. ਸਾਡੀ ਆਕੜ ਸਾਡੀ ਇੰਨੀ ਹੈਗੀ ਹੈ ਕਿ ਅਸੀਂ ਸਮਝਦੇ ਹਾਂ ਮਾੜਾ ਜਿਹਾ ਸਾਨੂੰ ਕੋਈ ਕਹਿ ਦੇ, ਕੋਈ ਗੱਲ ਵੀ ਕਹਿ ਦੇਵੇ, ਸਾਨੂੰ ਇੰਨਾ ਗੁੱਸਾ ਆਉਂਦਾ. ਬਿਕੋਜ਼ ਜਿਹੜਾ ਗੁੱਸਾ ਹੈਗਾ is one of the ਵਿਕਾਰਸ. ਐਂਡ ਕਿਸੇ ਨੇ ਕਿਹਾ ਜਿਹੜਾ ਗੁੱਸਾ ਨਾ ਹੰਕਾਰ ਦਾ ਦੂਜਾ ਰੂਪ ਹੈਗਾ. I think that's absolutely true. ਬਿਕੋਜ਼ ਗੁੱਸਾ ਉਸ ਬੰਦੇ ਨੂੰ ਆਉਂਦਾ ਜਿਹਦੇ ਕੋਲ ਹੰਕਾਰ ਹੁੰਦਾ. ਅਦਰਵਾਈਜ਼ ਕਿਸੇ ਨੂੰ ਗੁੱਸਾ ਆਉਂਦਾ ਹੀ ਨਹੀਂ ਹੈਗਾ. So really, because ਸਾਡੇ ਤੇ ਰੱਬ ਦੇ ਵਿਚਕਾਰ ਸਾਡਾ ਏਮ ਤਾਂ ਇਹੀ ਹੈ ਨਾ, ਅਸੀਂ ਰੱਬ ਨੂੰ ਮਿਲਣਾ ਹੈਗਾ. ਐਂਡ ਦ ਗ੍ਰੇਟੈਸਟ ਹਰਡਲ ਰੱਬ ਤੇ ਸਾਡੇ ਦੇ ਵਿਚਕਾਰ ਜਿਹੜੀ ਹਰਡਲ ਹੈਗੀ ਹੈ ਉਹ ਹਉਮੈ ਹੈਗੀ ਹੈ. ਬਿਕੋਜ਼ ਜੇ ਤੁਹਾਡੇ 'ਚ ਹਉਮੈ ਭਰੀ ਹੋਈ ਹੈਗੀ, ਰੱਬ ਨੂੰ ਨਾ ਤੁਹਾਡੇ ਰੱਬ ਨੂੰ ਰਹਿਣ ਲਈ ਤੁਹਾਡੇ ਅੰਦਰ ਸਾਫ਼ ਜਗ੍ਹਾ ਚਾਹੀਦੀ ਹੈ. ਪਰ ਅਸੀਂ ਇਹਨੇ ਗੰਦ ਦੇ ਭਰੇ ਹੋਣ. I'm not talking about physical ਗੰਦ, I'm talking about ਜਿਹੜਾ ਸਾਡਾ ਇਮੋਸ਼ਨਲ ਗੰਦ ਹੈਗੀ, ਹਉਮੈ ਹੈਗੀ ਹੈ, 5 ਵਿਕਾਰ ਹੈਗੇ ਹੈ. ਕਿਉਂਕਿ ਰੱਬ ਇੰਨਾ ਵਾਸਟ ਹੈਗਾ, he can't live in you if you got even one vikar. Home is the biggest vikar. And actually ਜਿਹੜੀ ਰੱਬ ਨੂੰ ਨਾ ਮਿਲਣਾ is directly proportional to the amount how much home you got. ਜਿੰਨੀ ਜ਼ਿਆਦਾ ਤੁਹਾਡੇ ਚ ਹਉਮੈ ਹੋਊਗੀ, ਰੱਬ ਤੋਂ ਉਹਨਾਂ ਜ਼ਿਆਦਾ ਦੂਰ ਹੋਊਗਾ. So ਉਹਨਾਂ ਹੀ ਆਤਮਿਕ ਮੌਤ ਵਾਲਾ ਤੁਸੀਂ. Yeah. So ਐਕਚੁਅਲੀ ਮੈਂ ਬਹੁਤ ਦੇਰ ਦਾ ਸੋਚਦਾ ਸੀਗਾ ਨਾ ਵੀ ਲੋਕ ਗੱਲਾਂ ਬਹੁਤ ਕਰਦੇ, ਅਸੀਂ ਬਹੁਤ ਕਰਦੇ. ਮੈਂ ਵੀ ਸੋਚਦਾ ਪਰ ਰੱਬ ਨੂੰ ਅਸੀਂ ਰੱਬ ਤੋਂ ਵਿਛੜੇ ਰੱਬ ਨੂੰ ਮਿਲਣਾ ਹੈਗਾ ਜਾ ਕੇ. That's our ultimate aim. We keep talking about it, but how do we do it? But then it clicked. ਦੋ ਗੱਲਾਂ ਮੈਨੂੰ ਸੁਝੀਆਂ, which I'm sure we can discuss amongst our gathering ਕਿ ਹੋਰ ਕਿਹੜੇ ਤਰੀਕੇ ਹੈਗੇ ਹੈ. As far as I understand, I think the absolute way to meet or merge with God is to manage your home and also ਰੱਬ ਦਾ ਭਾਣਾ. ਜਦ ਤੱਕ ਤੁਸੀਂ ਦੋ ਚੀਜ਼ਾਂ ਨੂੰ ਮੈਨੇਜ ਨਹੀਂ ਕਰਦੇ, ਰੱਬ ਨੂੰ ਤੁਸੀਂ ਰੱਬ ਵਾਲੇ ਪਾਸੇ ਨੂੰ ਤੁਰ ਵੀ ਨਹੀਂ ਸਕਦੇ. That's the problem. Because ਕਿਉਂਕਿ ਜਿਹੜਾ ਰੱਬ ਦਾ ਭਾਣਾ ਹੈਗਾ ਤੇ ਹਉਮ ਹੈ, they are interlinked. ਕਿਉਂਕਿ ਜਿਹੜੇ ਬੰਦੇ 'ਚ ਹਉਮ ਹੈਗੀ ਹੈ ਉਹ ਰੱਬ ਦਾ ਭਾਣਾ ਕਦੀ ਮੰਨ ਹੀ ਨਹੀਂ ਸਕਦਾ. ਬਿਕੋਜ਼ ਉਹਨੂੰ ਕੁਛ ਹੋ ਜਾਵੇ ਨਾ, ਮਾੜੀ ਮੋਟੀ ਕਿੱਦਾਂ ਕੋਈ ਬਿਮਾਰੀ ਹੋ ਜਾਵੇ, ਫਰਸਟ ਥਿੰਗ ਹੀ ਵਿਲ ਥਿੰਕ ਵਾਈ ਮੀ. ਪਹਿਲੀ ਗੱਲ ਇਹ ਸੋਚੋ ਵਾਈ ਮੀ. ਸੋ ਦੈਟ ਰੀਲੀ ਵਾਟ ਹੀ ਇਜ਼ ਸੇਇੰਗ ਕਿ ਲੋਕਾਂ ਨੂੰ ਬਿਮਾਰੀਆਂ ਹੋਣ, ਲੋਕਾਂ ਨੂੰ ਦੁੱਖ ਪਹੁੰਚੇ, ਮੈਨੂੰ ਨਾ ਦੁੱਖ ਪਹੁੰਚੂਗੀ. ਦੈਟਸ ਅ ਵੈਰੀ ਸੈਲਫਿਸ਼ ਥਿੰਗ ਟੂ ਸੇ ਐਜ਼ ਵੈਲ. ਸੋ ਉਦੋਂ ਤਾਂ ਪਹਿਲਾਂ ਨਾ ਕਹਿੰਦਾ ਰਹਿੰਦਾ ਸਭ ਕੁਛ ਮੇਰਾ ਹੈ ਨਾ, ਸਭ ਕੁਛ ਮੇਰਾ ਹੈਗਾ, ਮੇਰੇ ਨਿਆਣੇ ਹੈਗੇ, ਮੇਰਾ ਘਰ ਹੈਗਾ, ਮੇਰੀ ਕਾਰ ਹੈਗੀ, ਵਾਟ ਐਵਰ. ਪਰ ਜਦੋਂ ਕਿ ਦੁੱਖ ਹੁੰਦਾ ਉਹਨੂੰ ਫਿਰ ਕਹਿੰਦਾ ਵਾਈ ਮੀ. ਫਿਰ ਉਹ ਕੁਐਸਚਨ ਕਰਦਾ ਵਾਈ ਮੀ. ਪਹਿਲਾਂ ਕਹਿੰਦਾ ਮੇਰਾ ਸਭ ਕੁਛ ਹੈਗਾ, ਪਰ ਜਦੋਂ ਉਹਨੂੰ ਕੁਛ ਹੁੰਦਾ, ਕੋਈ ਦੁੱਖ ਪਹੁੰਚਦਾ, ਫਿਰ ਕਹਿੰਦਾ ਵਾਈ ਮੀ. ਸੋ ਸੋਰੀ ਉਹਦੀ basically what is he doesn't want anything to happen to anything bad happen to him. He just wants to have others to suffer, but he wants to be free from all suffering, or whether it's physical or mental illness. So I think we need to probably discuss this. I don't know how much time we have left. Okay. I think they are the only two ways to merge with God. Management of your, or getting rid of. When I say you can't really, I don't think management is enough. You have to get rid or absolute surrender to God. ਜੇ ਤੁਸੀਂ ਰੱਬ ਨੂੰ ਮਿਲਣਾ ਹੈਗਾ ਨਾ, that's the only way. ਤੁਸੀਂ ਮਾੜੀ ਵੀ 1% ਹੋਮਾ ਵੀ ਹੋਊਗੀ ਨਾ ਥੋੜਾ ਜਿਹਾ, I don't think okay ਤੁਸੀਂ ਰੱਬ ਦੇ ਮੇਬੀ ਨੇੜੇ ਪਹੁੰਚ ਜਾਓਗੇ, ਮੇਬੀ ਪਰ 1 ਮੀਲ ਮੇਬੀ ਅੱਧਾ ਮੀਲ ਫਿਰ ਵੀ ਦੂਰ ਰਹਿ ਜਾਓਗੇ ਤੁਸੀਂ ਰੱਬ ਤੋਂ. ਰੱਬ ਨੂੰ ਫਿਰ ਵੀ ਨਹੀਂ ਮਿਲ ਸਕਦੇ. So let's thank you more. I think Paji is announcing on himself. I think he is eager to come in. ਅਜੀ ਆਪਾਂ ਗੱਲ ਕਰਦੇ ਹੈਗੇ, ਆਪਾਂ ਭੈਣ ਜੀ ਨੇ ਗੱਲ ਕੀਤੀ ਹੈ ਹਉਮੈ ਤੇ ਭਾਜੀ ਬਾਅਦ ਚ ਗੱਲ ਕੀਤੀ ਜਿਹੜੀ ਉਹਨਾਂ ਬਾਰੇ 5 ਵਿਕਾਰ ਜਿਹੜੇ ਹੈ. ਹਾਂਜੀ, ਹਉਮੈ ਤੇ 5 ਵਿਕਾਰ ਤੋਂ ਬਗੈਰ ਇਨਸਾਨ ਪੈਦਾ ਹੀ ਨਹੀਂ ਹੋਇਆ. ਪਹਿਲੀ ਗੱਲ ਸ਼ੁਰੂ ਤੋਂ ਉਹ ਵਿੱਚ ਪਾਈ ਆ, ਪਰ ਜਿਹੜੇ ਆ ਉਹਦੇ ਵਿੱਚ ਇਹ ਜੀਵ ਦੇ ਪੈਦਾ ਹੁੰਦਿਆਂ ਨਾਲ ਪਏ ਹੋਏ ਆ. ਕਰਕੇ ਜੇ ਅਸੀਂ ਇਹ ਸੋਚੀਏ ਕਿ 5 ਵਿਕਾਰ ਮਾਰ ਲੈਣੇ ਆ ਅਸੀਂ, ਤੇ ਮਾਰ ਕੇ ਅਸੀਂ ਆਪਣਾ ਜੀਵਨ ਕਰਕੇ ਤੇ ਪਰਮਾਤਮਾ ਲਾ ਕੇ ਚੱਲ ਜਾਣਾ, ਉਹ ਨਹੀਂ ਹੋਣਾ ਹੈ. ਠੀਕ ਹੈ, ਇਹ ਜ਼ਰੂਰ ਹੈ ਕਿ ਇਕੁਇਲਿਬ੍ਰੀਅਮ ਦੇ ਵਿੱਚ ਇਕੁਇਲਿਬ੍ਰੀਅਮ ਇਹਨਾਂ ਬਣਾਉਣਾ ਪਏਗਾ. ਇਹ
ਕਿ 5 ਵਿਕਾਰ ਕਿੱਥੋਂ ਤੱਕ ਇਹ ਫਾਇਦੇਮੰਦ ਹੁੰਦੇ, ਕਿੱਥੋਂ ਤੱਕ ਇਹ ਨੁਕਸਾਨ ਕਰਦੇ ਹੈਗੇ ਜ਼ਿੰਦਗੀ ਨੂੰ, ਇਹ ਜ਼ਿੰਦਗੀ ਦੀ ਬਰਬਾਦੀ ਲੈ ਕੇ ਆਉਂਦੇ ਆ। ਉਹ ਇਕੁਇਲਿਬ੍ਰਿयम ਬਣਾ ਕੇ ਆਪਣੀ ਸੋਚ ਦੇ ਮੁਤਾਬਕ, ਆਪਣੀ ਮਤ ਦੇ ਮੁਤਾਬਕ ਆਪਣੀ ਇਨਸਾਨ ਨੂੰ ਜ਼ਿੰਦਗੀ ਆਪਣੀ ਤੋੜਨੀ ਪਏਗੀ। ਜੇ ਕਹੀਏ ਕਿ ਅਸੀਂ ਹੰਕਾਰ ਨੂੰ ਜਾਂ ਹਉਮੈ ਨੂੰ ਬਿਲਕੁਲ ਹੀ ਖਤਮ ਕਰ ਦਈਏ ਤੇ ਨਹੀਂ ਹੋਣੀ ਹੈ ਹਉਮੈ ਤਾਂ, ਕਿਉਂਕਿ ਤੁਸੀਂ ਜ਼ਿੰਦਗੀ ਵਿੱਚ ਕਿਸੇ ਪਾਸੇ ਵੀ ਤੁਰਨਾ, ਕੁਛ ਵੀ ਕਰਨਾ ਹੈ, ਆਪਣੀ ਸੂਝ ਮਤ ਨਾਲ ਕਰੋਗੇ ਨਾ, ਤੇ ਜੇ ਤੁਸੀਂ ਸੂਝ ਮਤ ਨਾਲ ਕੋਈ ਵੀ ਕੰਮ ਕਰਦੇ ਹੋ, ਕਿਸੇ ਨੂੰ ਹੋ ਸਕਦਾ ਪਿਛਲੇ ਬਣੇ ਛੱਡ ਵੀ ਆਏ ਹੋਵੋਗੇ ਤੁਸੀਂ ਉਹਨੂੰ, ਜਾਂ ਉਹਨੂੰ ਪਛਾੜ ਦਿੱਤਾ ਹੋਏਗਾ ਉਹ ਹਉਮੈ, ਫਿਰ ਤੁਸੀਂ ਨੇ ਕੀਤੀ ਤੇ ਉਹਦੇ ਮਨ 'ਚ ਤਾਂ ਆ ਗਈ ਲੈ ਕਿੱਦਾਂ ਕਰਨਾ ਮੁਰੇ ਨਾ ਗਿਆ ਮੁਰੇ। ਸੋ ਇਟਸ ਅ ਵੈਰੀ ਬੈਲੈਂਸਿੰਗ ਸਿਚੁਏਸ਼ਨ ਕਿ ਤੁਸੀਂ ਆਪਣੇ ਜਿੰਨੇ ਵੀ ਵਿਕਾਰ ਹੈਗੇ ਆ, ਵਿਕਾਰਾਂ ਨੂੰ ਖਤਮ ਕਰਨ ਦੇ ਜੇ ਸੋਚੀਏ ਤੇ ਅਸੀਂ ਸਾਡੀ ਹਾਰ ਪਹਿਲਾਂ ਹੀ ਸ਼ੁਰੂ ਹੋ ਗਈ ਹੈ। ਮੇਰੀ ਤਾਂ ਮੈਂ ਆਪਣੀ ਜਗ੍ਹਾ ਆਪਣੇ ਵੱਲੋਂ ਸੋਚਦਾ ਹਾਂ, ਜੇ ਮੈਂ ਕਹਾਂ ਕਿ ਮੈਂ ਇਹਨਾਂ ਵਿਕਾਰਾਂ ਤੋਂ ਮੁਕਤੀ ਪਾ ਜਾਣੀ ਆ ਤੇ ਮੈਂ ਸ਼ੁਰੂ ਵਿੱਚ ਹੀ ਆਪਣੀ ਹਾਰ ਹੀ ਮੰਨ ਲਈ, ਸਮਝੋ ਇਹ। ਹਾਂ, ਮੈਂ ਇਹ ਕਹਿ ਸਕਦਾ ਕਿ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਉਹ ਬੈਲੈਂਸ ਇਸ ਤਰੀਕੇ ਨਾਲ ਬਣੇ ਕਿ ਬਰਬਾਦੀ ਦੇ ਪਾਸੇ ਮੈਨੂੰ ਨਾ ਖਿੱਚ ਕੇ ਲਿਜਾਣ। ਉਹ ਆਪਣੇ ਜੀਵਨ ਦੇ ਵਿੱਚ ਆਪਣੇ ਵਿਹਾਰ ਦੇ ਨਾਲ, ਆਪਣੀ ਸੋਚ ਦੇ ਨਾਲ ਇਨਸਾਨ ਨੂੰ ਪਤਾ ਲੱਗਣਾ ਚਾਹੀਦਾ ਆ ਕਿ ਇੱਕ ਕਿਹੜੇ ਪਾਸੇ ਮੈਨੂੰ ਕਿਹੜੀ ਚੀਜ਼ ਜਾ ਰਹੀ ਹੈ, ਤੇ ਇੱਥੇ ਬਰਬਾਦੀ ਆਮ ਦਿਸਦੀ ਹੋਈ ਹੈ ਕੀ ਹੋਣਾ ਮੁਰੇ। ਲੇਕਿਨ ਫਿਰ ਵੀ ਉਹ ਧਾਵੀ ਇੰਨੀ ਹੋਈ ਹੁੰਦੀ ਹੈ ਕਿ ਇਨਸਾਨ ਦੀ ਮੱਤ ਉੱਤੇ ਢਿੱਲੀ ਪੈ ਜਾਂਦੀ ਹੈ, ਉਹ। ਤੇ ਮੈਂ ਤਾਂ ਇਹ ਕਹਿਣਾ ਕਿ ਬਾਕੀ ਉਹ ਤ੍ਰਿਗੁਣੀ ਮਾਇਆ ਦੀ ਗੱਲ ਕੀਤੀ ਹੈ ਤੁਸੀਂ, ਉਹ ਵੀ ਠੀਕ ਹੈ, ਉਹ ਵੀ ਉਹਦੀ ਕੁਦਰਤ ਦੀ ਖੇਡ ਆ ਸਭ ਸਾਰੀ। ਇਹ ਵੀ ਉਸੇ ਚੀਜ਼ ਦੇ ਵਿੱਚ ਹੀ ਮੈਂ ਲੈ ਆਉਣਾ ਹੈ ਉਹ ਕਿ ਇਸ ਤੁਹਾਡੇ ਜਿੰਨਾ ਵੀ ਉਹ ਜਿੱਥੇ ਤੁਸੀਂ ਉਹ ਵਿਆਖਿਆ ਕੀਤੀ ਹੈ ਬਹੁਤ ਸੋਹਣੀ ਹੈ ਉਹ, ਲੇਕਿਨ ਉਹ ਐਂਡ ਤੇ ਜਾ ਕੇ ਤੁਸੀਂ ਆਪਾਂ ਇਹੀ ਗੱਲ ਕੀਤੀ ਹੈ ਕਿ ਭਾਜੀ ਮੋਹਣੇ ਨੇ ਕਿ ਉਹੀ ਗੱਲ ਕਹਿੰਦੇ ਆ ਕਿ ਜੇ ਹਉਮੈ ਵਿੱਚ 1% ਜਾ ਜਾਏ ਤੇ ਅਸੀਂ ਪਰਮਾਤਮਾ ਨਾਲ 1 ਮੀਲ ਦੂਰ ਹੋ ਜਾਵਾਂਗੇ, ਸਮਥਿੰਗ ਲਾਈਕ ਦੈਟ। ਤੇ ਅਸੀਂ ਹਉਮੈ ਨੂੰ ਖਤਮ ਕਰਕੇ ਕਿੱਦਾਂ ਜੀ ਲਓਗੇ ਤੁਸੀਂ? ਵਿਕਾਰ, ਹਉਮੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮੋਹ ਤੋਂ ਬਿਨਾਂ ਸੰਸਾਰ ਨਹੀਂ ਚੱਲਦਾ। ਮੋਹ ਤੋਂ ਬਿਨਾਂ ਮਾਂ ਆਪਣੇ ਬੱਚਿਆਂ ਨੂੰ ਪਾਲ ਨਹੀਂ ਸਕਦੀ, ਜੋ ਮਰਜ਼ੀ ਕਰ ਲਵੇ ਉਹ, ਜਿੰਨਾ ਮਰਜ਼ੀ ਕੰਟਰੋਲ ਕਰ ਲਵੇ। ਇਸ ਕਰਕੇ ਉਹ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ। ਮੈਂ ਤਾਂ ਇੰਨੇ ਕੁਝ ਕਹਿਣਾ ਚਾਹੁੰਦਾ ਸੀਗਾ। ਜਿਹੜਾ ਤੁਸੀਂ ਵੀਰ ਜੀ ਕਿਹਾ ਨਾ, ਗੁਰੂ ਜੀ ਨੇ, ਮੈਂ ਇੱਕ ਤੁਕ ਪੜ੍ਹਦੀ ਸੀ, ਜਿਨ ਰਚ ਰਚਿਆ ਪੁਰਖ ਵਿਦਾਤੇ ਨਾਲੇ ਹਉਮੈ ਪਾਈ। ਜਦੋਂ ਉਸ ਪਰਮਾਤਮਾ ਨੇ ਇਹ ਰਚਿਆ ਸਾਰਾ ਕੁਛ, ਉਹਨੇ ਆਪ ਵਿੱਚ ਪਾਈ ਆ, ਤੇ ਇਹ ਜਿਹੜਾ ਖੇਲ ਚੱਲਣਾ ਹੈ ਇਹ ਸਾਡੇ ਤੇ, ਅਸੀਂ ਇਹਦੇ ਗੁਲਾਮ ਨਾ ਹੋ ਜਾਈਏ। ਇਹਨੂੰ ਇਹ ਕੁਛ ਤਾਂ ਸਿਰਫ ਅਸੀਂ ਇਹ ਖੇਲ ਖੇਲਣ ਦੇ ਲਈ ਚੱਲਦਾ, ਪਰ ਅਸੀਂ ਤਾਂ ਹੁਣ ਇਹੀ ਬਣੇ ਪਏ ਆ। ਸਾਡਾ ਆਪਾਂ ਜੋ ਅਰਦਾਸ ਕਰਦੇ ਹਾਂ ਵਿਵੇਕ ਬੁੱਧੀ ਦੀ ਗੱਲ ਆਮ ਹਰੇਕ ਵਾਰੀ ਕੀਤੀ ਜਾਂਦੀ ਹੈ। ਉਹੀ ਵਿਵੇਕ ਬੁੱਧੀ ਨੂੰ ਉਹਦਾ ਟੇਕ ਲਾ ਕੇ ਤੇ ਦੇਖਣਾ ਹੈ ਕਿ ਕਿਹੜੇ ਪਾਸੇ ਨੂੰ ਇਹ ਬੁਰਾਈ ਦੇ ਪਾਸੇ ਨੂੰ ਜਾ ਰਹੀ ਹੈ ਤੇ ਚੰਗਿਆਈ ਦੇ ਪਾਸੇ ਨੂੰ ਜਾ ਰਹੀ ਹੈ। ਲੇਕਿਨ ਜੇ ਅਸੀਂ ਮਨ ਵਿੱਚ ਇਹ ਧਾਰ ਲਈਏ ਕਿ ਮੈਂ ਇਹ ਖਤਮ ਕਰ ਦੇਣੀ ਆ, ਇਹ ਨਹੀਂ ਹੋ ਸਕਦਾ। ਉਹ ਤਾਂ ਉਹਨੇ ਪਾਈ ਹੈ ਖੇਲ ਹੀ ਉਹਦੇ ਨਾਲ ਚੱਲਣੀ। ਇਹ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਇਹ ਗਾਈਡਲਾਈਨ ਦਿੱਤੀਆਂ, ਇਹ ਕਿ ਆਹ ਗਾਈਡਲਾਈਨ ਆਹ ਤਰੀਕਾ ਆ, ਇਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਥੋੜਾ ਸੌਖੇ ਤਰੀਕੇ ਨਾਲ ਬਤੀਤ ਕਰ ਸਕਦੇ ਹੋ। ਤੇ ਨਹੀਂ ਤਾਂ ਜੇ ਦੂਜੇ ਪਾਸੇ ਨੂੰ ਜਾਵਾਂਗੇ, ਢਹਿੰਦੇ ਪਾਸੇ ਨੂੰ ਜਾਵਾਂਗੇ ਤਾਂ ਉੱਥੇ ਨੁਕਸਾਨ ਹੋਣ ਦੇ ਚਾਂਸ ਜ਼ਿਆਦਾ ਹੈ। ਹਾਂਜੀ, ਸਾਦੇ ਤਰੀਕੇ ਨਾਲ ਮੈਂ ਕਹਿ ਸਕਦਾ ਹਾਂ। ਜਿਹੜਾ ਵੀਰ ਜੀ ਮੋਹਨ ਨੇ ਕਿਹਾ ਸੀਗਾ ਨਾ ਕਿ ਉਹਦੇ ਰਜਾ ਦੇ ਵਿੱਚ, ਭਾਣੇ ਦੇ ਵਿੱਚ, ਇਹ ਬਹੁਤ ਜ਼ਰੂਰੀ ਆ। ਮੈਨੂੰ ਉਹਨਾਂ ਦਾ ਇਹ ਪੁਆਇੰਟ ਬਹੁਤ ਚੰਗਾ ਲੱਗਿਆ ਕਿ ਅਸੀਂ ਆਪਣੀ ਤੋੜ ਫੋੜ ਕਰਦੇ ਆ। ਇੱਕ ਇਹ ਮੈਂ 3-4 ਸ਼ਬਦ ਮੈਂ ਇਹਦੇ ਵਿੱਚ ਕਰੇ ਵੀ ਉਹਦੀ ਰਜਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਜਾਣਾ ਰਹਿਣਾ ਸਾਨੂੰ ਜ਼ਰੂਰੀ ਆ। ਜੇ ਇਹੀ ਆ ਜਾਵੇ ਤਾਂ ਸਾਰਾ ਮਸਲਾ ਹੀ ਹੱਲ ਹੋ ਗਿਆ। ਹਾਂਜੀ, ਹਰੇਕ ਚੀਜ਼ ਆਪਾਂ ਮੰਨ ਲਈਏ ਕਿ ਉਹਦੇ ਭਾਣੇ ਵਿੱਚ ਹੀ ਹੋ ਰਹੀ ਹੈ ਤੇ ਸਾਰੇ ਮਸਲੇ ਪੂਰੇ ਖਤਮ ਹੋ ਜਾਂਦੇ ਆ। ਹਾਂਜੀ, ਗੁਰ ਕੀ ਮਤ ਤੂੰ ਲੈ ਆਣੇ, ਭਗਤੀ ਬਿਨਾ ਬਹੁ ਡੁੱਬੇ ਸਿਆਣੇ, ਛੋੜ ਸਗਲ ਸਿਆਣਪ ਸਾਚ ਸ਼ਬਦ ਲਿਵ ਲਾਏ। ਤਾਂ ਫਿਰ ਕਹਿੰਦੇ ਇੱਕ ਬਹੁਤ ਮੈਂ ਚੰਗਾ ਸ਼ਬਦ ਪੜ੍ਹਿਆ ਵਿੱਚੋਂ, ਪਾਸੇ ਨੂੰ ਜਾਂਦੀ ਹੈ ਨਾ, ਉਹ ਸਿਆਣਪਾਂ ਦੀ ਗੱਲ ਕੀਤੀ ਹੈ। ਜਿਹੜੀ ਆਮ ਸਿਆਣਪ ਹੋਣਾ ਮਾੜੀ ਗੱਲ ਨਹੀਂ ਹੈ। ਹਾਂਜੀ, ਸਿਆਣਪ ਉਹ ਆ ਜਿਹੜੀ ਉਹ ਸਿਆਣਪ ਜਿਹੜੀ ਮੈਨੂੰ ਕਿ ਕਿਰਾਏ ਪਾਸੇ ਲਿਜਾ ਰਹੀ ਹੈ। ਉਹ ਜਿਹੜਾ ਅਸੀਂ ਤੋੜ ਭੱਜ ਕਰਕੇ ਆਪ ਦੀ ਮੱਤ ਦੇ ਮਨ ਦੀ ਮੱਤ ਨਾਲ ਕਰਦੇ ਆ ਕਿ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਠੀਕ ਹੈ। ਹਾਂਜੀ, ਸੰਤੋਖ ਸਿੰਘ ਜੀ ਅਨਮਿਊਟ ਕਰੋ ਪਹਿਲਾਂ। ਗੱਲਾਂ ਤਿੰਨੇ ਹੀ ਸੀਗੀਆਂ ਜਿਹੜੀਆਂ ਭੈਣ ਜੀ ਨੇ ਸਾਂਝੀਆਂ ਕੀਤੀਆਂ, ਬਹੁਤ ਸਪੀਚ ਹੋ ਚੁੱਕੀ ਹੈ। ਉਹ ਬਸ ਗੁਰਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾ। ਹੁਣ ਗੱਲ ਤਾਂ ਇਹੀ ਸੀਗੀ ਵੀ ਜੇ ਤਾਂ ਸਾਨੂੰ ਪਹਿਲੇ ਆਪਣੀ ਲਾਈਫ ਜਿਹੜੀ ਜਦੋਂ ਸਟਾਰਟਿੰਗ ਪੁਆਇੰਟ ਆ,
ਉਹ ਸਟਾਰਟਿੰਗ ਤੋਂ ਆਪਾਂ ਬੁੱਝ ਲਈਏ। ਆਨੰਦ ਬਾਣੀ ਪੜ੍ਹਦੇ ਉਹਦੇ ਵਿੱਚ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਤਲਬ ਅਸੀਂ ਦੁਨੀਆ ਦੇ ਵਿੱਚ ਆਪਣੀ ਪ੍ਰੈਜ਼ੈਂਸ ਆਉਂਦੀ ਆ, ਉਹਦੇ ਵਿੱਚ ਮਾਇਆ ਦਾ ਪ੍ਰਭਾਵ ਪੈਂਦਾ ਤੇ ਲਿਵ ਜੇ ਕਮਜ਼ੋਰ ਹੋਏ, ਮਤਲਬ ਉਹ ਇੰਬੈਲੈਂਸ ਜਿਹੜੀ ਲਾਈਫ ਹੈ ਸਾਡੀ ਚੱਲ ਪੈਂਦੀ ਹੈ, ਸਾਡਾ ਮਾਇਆ ਵੱਲ ਨੂੰ ਝੁਕਾਅ ਪੈਂਦਾ ਤੇ ਜਿਹੜੀ ਰਿਐਲਿਟੀ ਸੀਗੀ ਸਾਡੀ ਹੋਂਦ ਦੇ ਵਿੱਚ ਜੋਤ ਦੀ ਪ੍ਰਗਟਾਵਾ ਸੀ, ਉਹਨੂੰ ਕਦੇ ਸੋਚਦੇ ਵੀ ਨਹੀਂਗੇ। ਸੋ ਜਦੋਂ ਹੁਣ ਇੱਥੇ ਗਈ ਆ ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ, ਉਹ ਉਲਟੀ ਹੋਣ ਦਾ ਮਤਲਬ ਕੀ ਆ? ਆਪਣੇ ਆਪ ਦਾ ਰਿਵਰਸ ਗੇਅਰ ਮਾਰਨਾ। ਜਿੱਥੇ ਵੀ ਅਸੀਂ ਖੜੇ ਆ ਆਪਣੇ ਆਪ ਦਾ ਰਿਵਰਸ ਗੇਅਰ ਮਾਰ ਕੇ ਅਸੀਂ ਉੱਥੇ ਵੀ ਹਾਂ। ਜੇ ਅਸੀਂ ਪਹਿਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਉਚਾਰਨ ਕੀਤਾ, ਜੇ ਅਸੀਂ ਉਹ ਪਹਿਰਿਆਂ ਦੀ ਬਾਣੀ ਨੂੰ ਉਚਾਰਾਂਗੇ ਤਾਂ ਮਹਾਰਾਜ ਸਾਨੂੰ ਬਾਰ-ਬਾਰ ਉੱਥੇ ਜਾ ਕੇ ਦੱਸਦੇ ਆ ਕਿ ਮਾਂ ਦੇ ਪੇਟ ਦੇ ਵਿੱਚ ਤੂੰ ਭਗਤੀ ਕਰਦਾ ਸੀ, ਉਹ ਭਗਤੀ ਦੇ ਫਲਸਰੂਪ ਹੀ ਤੈਨੂੰ ਆ ਸਰੀਰ ਮਿਲਿਆ। ਜੈ ਸੁੰਦਰ ਦੇਹੀ ਲੈ ਆਵੋ ਤੇ ਸਰਾਮ ਸਨੇਹੀ। ਹੁਣ ਜੇ ਉਸ ਗੱਲ ਨੂੰ ਆਪਾਂ ਸਮਝ ਲਈਏ, ਜੇ ਉਲਟੀ ਹੋ ਜਵੇ, ਆਪਣੇ ਆਪ ਨੂੰ ਡਾਇਗਨੋਸ ਕਰਨ ਲੱਗ ਪਵੇ, ਗੱਲ ਰਿਅਲਾਈਜੇਸ਼ਨ ਦੀ ਆ। ਜਦੋਂ ਰਿਅਲਾਈਜੇਸ਼ਨ ਕਰ ਲਿਆ ਫਿਰ ਆਪਣੇ ਜਿਹੜਾ ਆਤਮਿਕ ਮੌਤ ਆ, ਆਤਮਿਕ ਮੌਤ ਦਾ ਸਿੰਪਟਮਸ ਇਹ ਹੁੰਦਾ ਕਿ ਸਾਡੇ ਅੰਦਰ ਚਿੰਤਾ ਆਲਵੇਜ਼ ਘਰ ਕਰਕੇ ਬੈਠੀ ਆ। ਜਿਹੜਾ ਚਿੰਤਾ 'ਚ ਗਰਸਿਆ ਜੀਵ ਆ ਉਹ ਆਤਮਿਕ ਮੌਤ ਤੇ ਮਰਿਆ ਹੁੰਦਾ। ਚਿੰਤਾ ਤੋਂ ਨਿਰਲੇਪ ਹੋ ਜਾਣਾ ਆਤਮਿਕ ਜੀਵਨ ਪ੍ਰਾਪਤ ਕਰਨ ਵਾਲੀ ਗੱਲ ਆ। ਸੋ ਚਿੰਤਾ ਤੋਂ ਮੁਕਤ ਹੋਣਾ ਤਾਂ ਗੁਰਪ੍ਰਸਾਦ ਜਿਹੜਾ ਪਿਆ, ਜਿਹੜਾ ਸਾਡਾ ਸਿਧਾਂਤ ਆ ਕਿ ਗੁਰੂ ਪ੍ਰਸਾਦ ਦੁਆਰਾ ਹੀ ਇਹ ਹਰੇਕ ਚੀਜ਼ ਜਿਹੜੀ ਪੋਸੀਬਲ ਆ। ਸੋ ਗੁਰੂ ਪ੍ਰਸਾਦ ਦੁਆਰਾ ਹੀ ਜੀ ਮਾਇਆ ਦੀ ਜਿਹੜੀ ਅਟੈਚਮੈਂਟ ਹੈ ਉਧਰੋਂ ਡਿਟੈਚ ਹੋਣਾ ਤੇ ਜੋਤ ਦੇ ਨਾਲ ਆਪਣੀ ਅਟੈਚਮੈਂਟ ਕਰਨੀ ਹੈ। ਗੱਲ ਆ ਵੀ ਤੱਕੜੀ ਜਿਹੜੀ ਆ ਬਰਾਬਰ ਬਰਾਬਰ ਤਾਂ ਚੱਲੂਗੀ ਜੇ ਦੋਹਾਂ ਪਾਸੇ ਬਰਾਬਰ ਬੈਲੈਂਸ ਹੋਊਗਾ ਤੇ ਕੰਟਾ ਸਿੱਧਾ ਹੋ ਜਾਊਗਾ। ਪਰ ਐਟ ਦਾ ਮੋਮੈਂਟ ਜਿਹੜਾ ਸਾਡਾ ਜੀਵ ਹੈਗਾ ਮਟੀਰੀਅਲ ਵਾਈਜ਼ ਮਾਇਆ ਦੇ ਪ੍ਰਭਾਵ ਦੇ ਵਿੱਚ, ਗੁਰਪ੍ਰਸਾਦ ਜਿਹੜਾ ਆ ਉਹਨੇ ਜਿਹੜੀ ਭਗਤੀ ਆ, ਜਿਹੜੀ ਆਤਮਿਕ ਖਜ਼ਾਨਾ ਆ, ਉਹ ਇੱਕ ਪਲੜੇ 'ਚ ਪਾ ਕੇ ਸਾਡੀ ਜ਼ਿੰਦਗੀ ਨੂੰ ਬੈਲੈਂਸ ਕਰਨਾ, ਜਿਹਨੂੰ ਆਪਾਂ ਇਹ ਕਹਿ ਦਿੰਦੇ ਆ ਮੈਨੇਜਮੈਂਟ ਇਹਨੂੰ ਕਰਨੀ ਆ ਗਈ ਹੈ। ਸੋ ਬੇਸਿਕਲੀ ਗੱਲ ਤਾਂ ਇੰਨੀ ਕੁ ਆ ਕਿ ਜੇ ਸਾਨੂੰ ਸਾਰੀਆਂ ਡਰਾਈਵਸ ਦੀ ਜਿਹੜੇ ਕਾਮ ਆ, ਕ੍ਰੋਧ ਆ, ਲੋਭ ਮੋਹ ਹੰਕਾਰ ਆ, ਗੁਰਪ੍ਰਸਾਦ ਦੀ ਕਿਰਪਾ ਦੇ ਨਾਲ ਸਾਨੂੰ ਮੈਨੇ ਆ ਜਾਂਦੀ ਆ। ਮਿਸ ਮੈਨੇਜਮੈਂਟ ਦੇ ਵਿੱਚ ਆਤਮਿਕ ਮੌਤ ਆ, ਜੇ ਮੈਨੇਜਮੈਂਟ ਕਰਨੀ ਆ ਗਈ ਆਤਮ ਤੇ ਆਪਣੀ ਜੀਵਨ ਜਿਹੜਾ ਸਫਲ ਹੈ। ਧੰਨਵਾਦ। ਥੈਂਕ ਯੂ ਜੀ। ਆਈ ਥਿੰਕ ਇਨ ਸਮਰੀ ਜੀਵਤ ਮਰਨਾ ਤਾਂ ਸਿਰਫ ਇਹੀ ਹੈ ਕਿ ਜਿਹੜੀ ਆਪਣੇ ਆਪ ਦੀ ਮਿਸਕਨਸੈਪਸ਼ਨ ਹੈਗੀ ਆ ਉਹਦੀ ਰਿਐਲਿਟੀ ਨੂੰ ਸਮਝਣਾ, ਆਪਣੇ ਆਪ ਨੂੰ ਮਨ ਨਹੀਂ ਜੋਤ ਸਰੂਪ ਸਮਝ ਕੇ ਬਦਲਾਹਟ ਕਰਨੀ। ਇਸੇ ਤਰ੍ਹਾਂ ਜਿਹੜੀ ਮਤ ਨੂੰ ਉਲਟਾਉਣਾ ਹੈਗਾ, ਇਹ ਹੈਗਾ ਵੀ ਆਪਣੇ ਮਨ ਦੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਪਕੜ ਕੇ ਸਿੱਧੇ ਰਸਤੇ ਤੇ ਆਉਣਾ। ਇਸੇ ਤਰ੍ਹਾਂ ਹੀ ਜਾਣੀ ਕਿ ਗੁਰੂ ਤਰੀਕਾ ਕੀ ਹੋਇਆ, ਗੁਰੂ ਦੀ ਮਿਹਰ ਸਦਕਾ ਪਾ ਕੇ, ਗੁਰੂ ਦੀ ਮਿਹਰ ਸਦਕਾ ਤਾਂ ਹੀ ਪਾਵਾਂਗੇ ਜੇ ਗੁਰੂ ਨੂੰ ਸਮਰਪਣ ਕਰਕੇ ਗੁਰੂ ਦਾ ਉਪਦੇਸ਼ ਕਮਾਵਾਂਗੇ। ਤਾਂ ਜਦੋਂ ਗੁਰੂ ਦਾ ਉਪਦੇਸ਼ ਕਮਾਉਂਦੇ ਹਾਂ ਕਿ ਅਸੀਂ ਸਿੱਧੇ ਰਸਤੇ ਆ ਕੇ ਤੇ ਸਾਨੂੰ ਉਹਦੀ ਮਿਹਰ ਸਦਕਾ ਇਹ ਫਲ ਮਿਲਦਾ ਹੈਗਾ ਕਿ ਅਸੀਂ ਜਾਣੀ ਕਿ ਵੀ ਹੁਣ ਉਹਦੇ ਨਾਲ ਉਹਦੇ ਨਜ਼ਦੀਕ ਹੋ ਜਾਂਦੇ ਹਾਂ, ਉਹਦੇ ਨਾਲ ਜੁੜ ਜਾਂਦੇ ਹੈਗੇ ਆ। And so on. I think all these aspects have been covered pretty well today, I think. So I think if there are still any questions, if there is any time left in the end, then we can certainly sort of look into that. Sandokh Singh ji, haan ji. That ਛੋਟੀ ਜਿਹੀ ਗੱਲ ਹੈ ਜਿਹੜੀ ਇਹ ਆਖਰ ਤੇ ਆ ਕੇ ਪੜੀ ਆ। ਉਸ ਤੋਂ ਪਹਿਲਾਂ ਨੇ ਜਿਹੜਾ ਕੁਐਸਚਨ ਹੈ ਸਾਡਾ ਨਾ ਵੀ ਜਨਮ ਜਨਮ ਕੀ ਐਸ ਮਾਲਾ ਹੋਇਆ ਸ਼ਾਹ, ਖੰਨੀ ਧੋਤੀ ਉਜਲੀ ਨਾ ਹੋਵੇ। ਅਸੀਂ ਜਿਹੜੀ ਖੰਨੀ ਆ ਉਹ ਮਨ ਆ ਸਾਡਾ, ਉਹ ਜਿਹੜਾ ਮਨ ਆ ਉਹਨੂੰ ਮਟੀਰੀਅਲ ਦੇ ਨਾਲ ਹੀ ਧੋਣਾ ਚਾਹੁੰਦੇ ਆ, ਤ੍ਰਿਪਤ ਕਰਨਾ ਚਾਹੁੰਦੇ ਆ, ਤੇ ਮਨ ਮਾਇਆ ਦੇ ਵਿੱਚ ਰੱਜਦਾ ਨਹੀਂਗਾ। ਸੋ ਖੰਨੀ ਧੋਤੀ ਨੂੰ ਜਿੰਨੇ ਮਰਜੀ ਹੀਰੇ ਜਵਾਹਰਾਤ ਇਕੱਠੇ ਕਰ ਲਾ, ਜੋ ਮਰਜੀ ਮਨ ਦੇ ਅੱਗੇ। ਗੁਰੂ ਮਹਾਰਾਜ ਨੇ ਕਿਹਾ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾਂ ਪੁਰੀਆਂ। ਸੋ ਸਾਨੂੰ ਰਿਐਲਿਟੀ 'ਚ ਪਤਾ ਲੱਗ ਗਿਆ ਕਿ ਮਨ ਨੂੰ ਕਿਸੇ ਵੀ ਪਾਹ ਦੇ ਨਾਲ ਉਸ ਜਨਮ ਮਰਨ ਦੇ ਚੱਕਰ 'ਚੋਂ ਤਰਾਇਆ ਨਹੀਂ ਜਾ ਸਕਦਾ। ਸੋ ਉਹ ਜਿਹੜਾ ਚਿੱਕੜ ਆ, ਘੱਟ ਪਾਣੀ ਪੈ ਜਾਵੇ ਮਿੱਟ ਜਾਂਦਾ, ਤੇ ਉਹੋ ਹੀ ਜੇ ਬਹੁਤ ਤਾਤ ਵਿੱਚ ਪਾਣੀ ਆ ਜਾਵੇ ਚਿੱਕ ਕਰ ਦਿੰਦਾ। ਜਿਹੜੀ ਗੁਰਪ੍ਰਸਾਦ ਆ ਉਹ ਜਿੱਦਾਂ ਕਹਿ ਦਈਏ ਵੀ
ਅਨਲਿਮਟਿਡ ਜਿਹੜਾ ਗਿਆਨ ਆ ਨਾਮ ਉਹਨੇ ਹਉਮੈ ਦਾ ਚਿੱਕੜਿਆ ਉਹਨੂੰ ਵਾਸ਼ ਕਰ ਦੇਣਾ। ਜਦ ਵਾਸ਼ ਕਰ ਦੇਣਾ ਮਨ ਦਾ ਜਾਣ ਹੋ ਜਾਣਾ, ਮਨ ਨੂੰ ਉਹਦੀ ਰਿਐਲਿਟੀ ਬਾਰੇ ਪਤਾ ਲੱਗ ਜਾਂਦਾ ਕਿ ਐਕਚੁਅਲ ਮੈਂ ਜੋਤ ਆ ਨਾ ਕਿ ਮੈਂ ਸਰੀਰ ਹਾਂ। So that's all, sir. Thank you. Thank you, Ji. Now I think we turn towards the second half of today's presentation. ਤੇ ਸਾਡੇ ਵੀਰ ਸਵਰਨਜੀਤ ਸਿੰਘ ਉਹਨਾਂ ਨੇ ਕਰਨੀ ਹੈ। ਸਵਰਨਜੀਤ ਸਿੰਘ ਜੀ, whenever you're ready, just give me the hint, then I'll put the shabd on. ਸ਼ੁਰੂ ਹੋ ਜਾ। Okay, just give me 1 second. There you are. ਆਸਾ ਮਹਿਲਾ ਪਹਿਲਾ, ਪੌਣ ਉਪਾਏ ਧਰੀ ਸਭ ਧਰਤੀ, जल अग्नि का बंद किया, अंदर दैसर मूड कटाया, रावण मार क्या वड्डा पया, क्या उपमा तेरी आखी जाए, तू सर्वे पूर रह लिबलाए। Just 1 second, sorry, man. कोई गल नहीं, कोई गल नहीं। Oh dear, I don't know what's happened. Just 1 second, sorry. Oh dear me. Bear with me, sir. I've just lost the. Oh dear me. Nearly there, don't worry. Hanji, sorry. तो सर्वे पूर रहा लिबलाए रहाओ, जिया उपाय जोक्त हथ कीनी, काली नथ क्या वड्डा प्या, किस तू पुरख जोरू कौन कही है, सर्व निरंतर रब रहा, नाल कुटुंब साथ वरदाता, ब्रह्मा पालन सृष्ट गया, आ गए अंत न पायो तांका, कंस छेद क्या वड्डा पाया, रतन उपाय धरे खीर मथया, होर पखलाए जे असी किया, कहे नानक छपै क्यों छपया, एक ही वंड दिया। ये जो शब्द हैगा ये अपने अवतारवाद दे नाल ਉਹਦੇ ਵਿੱਚ ਚੱਲ ਰਿਹਾ ਹੈਗਾ ਕਿ ਅਵਤਾਰਵਾਦ ਜਿਹੜਾ ਹੈ ਠੀਕ ਹੈ, ਉਹ ਜੋ ਕੁਛ ਚੱਲਦਾ ਹੈਗਾ, ਪਰ ਉਹ ਅਵਤਾਰਵਾਦ ਜਿਹੜਾ ਆ ਉਹ ਅਕਾਲ ਪੁਰਖ ਦਾ ਮੁਕਾਬਲਾ ਨਹੀਂ ਕਰ ਸਕਦਾ। ਸੋ ਅਕਾਲ ਪੁਰਖ ਦੀ ਜਿਹੜੀ ਤਾਕਤ ਉਹ ਪਹਿਲੀ ਲਾਂਚ ਤੋਂ ਸ਼ੁਰੂ ਕਰਦੇ ਹੈਗੇ ਆ। ਵੈਸੇ ਜਿਹੜੀ ਹੈਗੀ ਆ ਰਹਾਉ ਦੀ ਤੁੱਖ ਹੈ, ਉਹ ਕਹਿੰਦੇ ਹੈਗੇ ਆ, ਕਿਆ ਉਪਮਾ ਤੇਰੀ ਆਖੀ ਜਾਏ, ਇਹ ਅਕਾਲ ਪੁਰਖ ਤੇਰੀ ਵਡਿਆਈ किस तरह की जा सकती है, कौन कर सकता है, तेरी वड्याई कोई नहीं कर सकता, क्या उपमा तेरी आखी जाए, तू बेअंत है, तेरा कोई अंत नहीं, तू सर्वे पूर रह लिबलाए, तू जे अपनी जिहड़ी तेरी रचना है उस रचना दे विच जो रचिया होवे, तू सर्वे पूर रह लिबलाए, तो उस रचना दे विच लीन है, बिल्कुल उहदे विच व्यापक है। रहाओ अगे कहंदे हैगे आ, पौन उपाय धरी सब धरती, जल अग्नि का बंद के। थोड़ा जिहा आपां मारू राग ते जाइए तो जिथे चलदा हैगा अरब रब धुंदू कर, मैनूं दो ही लफ्ज़ याद है, बाकी नहीं याद हैगे, ते ओहदे विचों चीज़ चलदी है। पहला कुछ नहीं सीगा, उस तो बाद अपने जो रब ने रचना की, अकाल पुरख ने रचना की, ओहदे विचों धरती साजी, धरती साज के जी चीज़ की सी कि पहला उन्होंने हवा बनाई, फिर धरती साजी, ते इस धरती दे उत्ते
ਜਿਹੜੀ ਚੀਜ਼ਾਂ ਸੀ ਜੀਵਨ ਉਪਤੀ ਵਾਸਤੇ ਉਹਨਾਂ ਨੇ ਵਿਰੋਧੀ ਤੱਤ ਜੋ ਉਹ ਮਿਲੇ, ਜਲ ਅਗਨੀ ਕਾ ਬੰਦ ਕੀਆ, ਜੋ ਵਿਰੋਧੀ ਤੱਤ ਸੀਗੇ ਉਹਨਾਂ ਦਾ ਮਿਲਾਪ ਕੀਤਾ। ਇਹ ਉਸ ਦੀ ਬੇਅੰਤਤਾ ਹੈ, ਇਹ ਉਸ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹ ਕਿਤਨੀ ਵੱਡੀ ਤਾਕਤ ਦਾ ਮਾਲਕ ਹੈ ਕਿ ਜਿੱਥੇ ਉਹ ਵਿਰੋਧੀ ਅੰਤ ਵਿਰੋਧੀ ਤੱਤ ਜੋੜ ਕੇ ਚੀਜ਼ਾਂ ਬਣਾ ਦਿੰਦਾ ਹੈਗਾ। ਸੋ ਇਹ ਤੋਂ ਜਿਹੜੀ ਦੂਸਰੀ ਚੀਜ਼ ਚੱਲਦੀ ਹੈ, ਆਮ ਤੌਰ ਤੇ ਜੋ ਆਪਣੇ ਰਾਮ ਤੇ ਰਾਵਣ ਬਾਰੇ ਕਿਹਾ ਜਾਂਦਾ ਹੈਗਾ ਕਿ ਰਾਵਣ ਨੂੰ ਮਾਰ ਕੇ ਤੇ ਰਾਮ ਬਹੁਤ ਵੱਡਾ ਹੋ ਗਿਆ, ਉਹਦੇ ਬਾਰੇ ਕਹਿ ਰਿਹਾ ਹੈਗਾ ਅੰਧਲੇ ਦੈਸਰ ਮੂੰਡ ਕਟਾਇਆ। ਆਪਣੇ ਜੋ ਰਾਵਣ ਸੀਗਾ ਆਪਣੀ ਬਦਸਮਝੀ ਨਾਲ, ਬੇਅਕਲੀ ਨਾਲ ਉਸਨੇ ਆਪਣਾ ਸਰੀਰ ਕਟਾਇਆ। ਹੁਣ ਇਹਦੇ ਵਿੱਚ ਕਹਾਣੀਆਂ ਤਾਂ ਬਹੁਤ ਚੱਲਦੀਆਂ ਹੈਗੀਆਂ ਕਿ ਉਹ ਸੀਤਾ ਨੂੰ ਲੈ ਆਇਆ ਤੇ ਉਹਦੀ ਲੜਾਈ ਹੋਈ ਤੇ ਉਹਦਾ ਸਿਰ ਕੱਟਿਆ ਗਿਆ। ਤੇ ਉਹ ਆਪਣੇ ਗੁਰੂ ਸਾਹਿਬ ਕਹਿ ਰਿਹਾ ਹੈ ਕਿ ਠੀਕ ਆ, ਉਹਨੇ ਜੋ ਕੁਛ ਕੀਤਾ ਹੈਗਾ, ਰਾਵਣ ਮਾਰ ਕੇ ਵੱਡਾ ਪਿਆ। ਹੁਣ ਰਾਵਣ ਨੂੰ ਜਿਹੜਾ ਰਾਵਣ ਨੂੰ ਮਾਰਨੇ ਵਾਲਾ ਸੀ ਰਾਮ, ਕਿ ਉਹ ਇੱਕ ਰਾਵਣ ਨੂੰ ਮਾਰ ਕੇ ਕਿੰਨਾ ਕੁ ਵੱਡਾ ਹੋ ਗਿਆ। ਤੇ ਦੇ ਤੋਂ ਅੱਗੇ ਚੱਲਦੇ ਹੈ, ਜੀ ਉਪਾਏ ਜੁਗਤ ਹੱਥ ਕੀਨੀ, ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕੇ ਵੱਡਾ ਪਿਆ। ਜੀ ਉਪਾਏ ਉਸਨੇ, ਉਸ ਅਕਾਲ ਪੁਰਖ ਨੇ ਇਹ ਰਚਨਾ ਰਚੀ, ਇਹਦੇ ਵਿੱਚ ਜੀਵ ਨੂੰ ਪੈਦਾ ਕੀਤਾ, ਪਰ ਉਹ ਜਿਹੜੀ ਜੀਵ ਦੀ ਜੀਵਨ ਜੁਗਤ ਸੀਗੀ ਉਹ ਉਸਨੇ ਆਪਣੇ ਹੱਥ ਵਿੱਚ ਰੱਖੀ ਤੇ ਆਪਣੇ ਜਿਹੜੇ ਉਹਨੂੰ ਆਪਣੀ ਰਜ਼ਾ 'ਚ ਤੋਰਦਾ ਹੈਗਾ ਤੇ ਜਿਹੜੇ ਦੂਸਰੇ ਲਫ਼ਜ਼ਾਂ 'ਚ ਉਹਨੂੰ ਆਪਣੇ ਹੱਥ ਦੇ ਵਿੱਚ ਨੱਥਿਆ ਹੋਇਆ ਹੈ। ਤੇ ਜੋ ਆਪਣੇ ਹਿੰਦੂ ਧਰਮ 'ਚ ਚੱਲਦਾ ਹੈ ਕਿ ਕਾਲੀ ਜਿਹੜਾ ਨਾਗ ਸੀਗਾ ਉਹਨੂੰ ਨੱਥਿਆ। ਉਹ ਕਹਿੰਦੇ ਵੀ ਇਹ ਜਿਹੜਾ ਸੀਗਾ ਨਾਗ, ਇੱਕ ਕਾਲੇ ਨਾਗ ਨੂੰ ਨੱਥ ਕੇ, ਕਾਲੀ ਨਾਗ ਜਿਹੜਾ ਸੀ ਨੱਥ ਕੇ, ਇਹ 'ਚ ਕੀ ਵੱਡਪਣ ਹੋ ਗਿਆ। ਜੇ ਉਪਾਏ ਜੁਗਤ ਹੱਥ ਕੀਨੀ, ਉਹ ਤਾਂ ਸਾਰੀ ਦੁਨੀਆ ਨੂੰ ਚਲਾ ਰਿਹਾ। ਇੱਕ ਨਾਗ ਨੂੰ ਮਾਰ ਕੇ ਜਾਂ ਇੱਕ ਨਾਗ ਨੂੰ ਨੱਥ ਕੇ ਉਹ ਕਿਤਨਾ ਕੁ ਵੱਡਾ ਹੋ ਗਿਆ। ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਵ ਨਿਰੰਤਰ ਰਵ ਰਿਹਾ। ਕਿਸ ਨੂੰ ਪੁਰਖ, ਕਿਸ ਨੂੰ ਆਪਣੇ ਜਿਹੜਾ ਹੈਗਾ ਆ ਜੋਰੂ ਕੌਣ, ਕਿਸ ਤੂੰ ਪੁਰਖ ਤੇ ਜੋਰੂ ਕੌਣ ਕਹੇ। ਇੱਥੇ ਇਹ ਆਪਣੇ ਪਤੀ ਪਤਨੀ ਦੇ ਹਿਸਾਬ 'ਚ ਚੀਜ਼ ਚੱਲਦੀ ਹੈ ਵੀ ਕਿਸ ਦਾ ਤੂੰ ਪਤੀ ਹੈ ਤੇ ਕਿਸ ਦਾ ਤੂੰ ਪਤਨੀ ਹੈ, ਪਰ ਤੂੰ ਤਾਂ ਕਹਿੰਦੇ ਸਭ ਪਾਸੇ ਹੀ ਨਿਰੰਤਰ ਜਿਹੜਾ ਰਵਿਆ ਹੋਇਆ ਹੈ, ਸਭ ਪਾਸੇ ਤੇਰਾ ਹੀ ਪ੍ਰਸਾਰਾ ਹੈ। ਨਾਲ ਕੁਟੰਬ ਸਾਥ ਬਰਦਾਤਾ, ਇੱਥੇ ਬ੍ਰਹਮਾ ਦੀ ਗੱਲ ਚੱਲਦੀ ਹੈ ਕਿ ਬ੍ਰਹਮਾ ਨੂੰ ਦੱਸਿਆ ਜਾਂਦਾ ਕਿ ਉਹ ਕਮਲ ਫੁੱਲ ਦੇ ਨਾਲ ਦੇ ਵਿੱਚੋਂ ਪੈਦਾ ਹੋਇਆ ਸੀਗਾ। ਨਾਲ ਕੁਟੰਬ ਸਾਥ ਬਰਦਾਤਾ, ਕੁਟੰਬ ਉਹ ਦੇਖਣ ਲਈ ਕਿ ਉਹਨੂੰ ਆਪਣੇ ਕਿ ਮੈਂ ਦੇਖਣਾ ਚਾਹੁੰਦਾ ਹੈਗਾ ਜਿਹੜੀ ਨਾਲ ਆ ਇਹਦਾ, ਮੈਂ ਦੇਖਣਾ ਚਾਹੁੰਦੇ ਵਿੱਚ ਕੀ ਆ, ਕੀ ਹਿਸਾਬ ਕਿਤਾਬ ਹੈਗਾ। ਤੇ ਉਹਦੇ ਵਿੱਚ ਉਹ ਚੱਲ ਪਿਆ ਨਾਲ ਕੁਟੰਬ ਸਾਥ ਬਰਦਾਤਾ। ਜਿਹੜਾ ਬ੍ਰਹਮਾ ਆਪਣੇ ਵਿਸ਼ਨੂੰ ਵੀ ਸੀ ਉਹਦਾ ਸਾਥੀ ਸੀਗਾ। ਬ੍ਰਹਮਾ ਭਾਲਣ ਸ੍ਰਿਸ਼ ਗਿਆ ਕਿ ਇਸ ਦਾ ਅੰਤ ਕੀ ਹੈਗਾ, ਇਸ ਜਿਹੜੀ ਨਾਗ ਦਾ ਅੰਤ ਆ, ਇਹਦਾ ਅੰਤ ਕਿੱਥੇ ਤੱਕ ਹੈਗਾ, ਇਹਦਾ ਅੰਤ ਦੇਖਿਆ ਇਹਦੇ ਵਿੱਚ ਕੀ ਸੀਗਾ। ਆਗੇ ਅੰਤ ਨਾ ਪਾਇਓ ਤਾਂ ਕੰਸ ਚੇਤ ਕਿਆ ਵੱਡਾ ਪਿਆ, ਪਰ ਉਹ ਉਸ ਨਾਗ ਦਾ ਵੀ ਅੰਤ ਨਾ ਪਾ ਸਕਿਆ। ਤੇ ਇੱਥੇ ਕ੍ਰਿਸ਼ਨ ਉਹਨਾਂ ਦੇ ਜੋ ਹੈਗਾ ਆ, ਉਹਨਾਂ ਨੇ ਕੰਸ ਨੂੰ ਖਤਮ ਕੀਤਾ। ਉਹ ਕਹਿੰਦੇ ਵੀ ਇਹ ਜਿਹੜੀਆਂ ਚੀਜ਼ਾਂ ਐਡੀਆਂ ਵੱਡੀਆਂ ਹੈਗੀਆਂ ਤੇ ਇੱਕ ਕੰਸ ਨੂੰ ਮਾਰ ਕੇ ਆਪਣੇ ਨੂੰ ਵੱਡਾ ਖਾ ਲੈਣਾ, ਇਹ ਕੋਈ ਵੱਡੀ ਗੱਲ ਨਹੀਂ ਹੈ। ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕਿਹਾ। ਰਤਨ ਉਪਾਏ ਧਰੇ ਖੀਰ ਪਥਿਆ, ਇੱਕ ਮਿਥਿਹਾਸਿਕ ਗੱਲ ਚੱਲਦੀ ਹੈ ਕਿ ਖੀਰ ਸਮੁੰਦਰ ਦੇ ਵਿੱਚ ਰਤਨ ਸੀਗੇ, ਸਾਰਿਆਂ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਖੀਰ ਸਮੁੰਦਰ ਨੂੰ ਰਿੜਕਿਆ, ਉਹਦੇ ਵਿੱਚੋਂ 14 ਰਤਨ ਕੱਢੇ। 14 ਰਤਨ ਕੱਢ ਕੇ ਹੋਰ ਪਖਲਾਏ ਜੇ ਅਸੀਂ ਕਿਹਾ ਕਿ ਇਹ ਸਾਰੇ ਰਲ ਪਏ, ਅਸੀਂ ਦੇਖੋ ਯਾਰ ਰਤਨ ਕਰ ਲੈ, ਜੇ ਕਰ ਲੈ ਬੋਲ, ਤੇ ਆਪਣੇ ਰਤਨਾਂ ਦੀ ਗੱਲ ਆ ਗਈ। ਕਹੇ ਨਾਨਕ ਛਪਿਆ ਇੱਕ ਹੀ। ਤੇ ਉਹ ਤੋਂ ਬਾਅਦ ਜਿਹੜਾ ਉਹਨਾਂ ਨੇ ਰਤਨ ਕੱਢ ਲੈ, 14 ਰਤਨ ਕੱਢ ਲੈ, ਤਾਂ ਉਹਨਾਂ ਨੂੰ ਲੈਣ ਵਾਸਤੇ ਉਹਨੇ ਆਪਸ ਲੜਾਈ, ਦੈਂਤਾਂ ਦੇ ਵਿੱਚ ਜਿਹੜੇ ਸੀਗੇ ਦੇਵਤਿਆਂ ਦੇ ਵਿੱਚ ਲੜਾਈ ਹੋਈ। ਤੇ ਉਹਦੇ ਵਿੱਚ ਕਹੇ ਨਾਨਕ ਛਪੇ ਕਿਉਂ ਸੀਗਾ, ਉਹਦੇ ਵਿੱਚ ਜਿਹੜੇ ਸੀਗੇ ਆਪਣੇ ਰਤਨ, ਉਹਨਾਂ ਨੂੰ ਵੰਡਣ ਵਾਸਤੇ ਆਪਣੇ ਜਿਹੜਾ ਹੈਗਾ ਆ ਕਹੇ ਨਾਨਕ ਛਪੇ ਸੀ, ਇੱਕ ਮੋਹਣੀ ਅਵਤਾਰ ਵਿਸ਼ਨੂੰ ਬਣ ਕੇ ਆਉਂਦਾ ਹੈਗਾ ਤੇ ਉਹ ਫਿਰ ਇੱਕ ਇੱਕ ਕਰਕੇ ਸਾਰਿਆਂ ਨੂੰ ਵੰਡ ਦਿੰਦਾ ਹੈਗਾ।
ਤੇ ਕਹਿ ਨਾਨਕ ਛਪੇ ਕੇ ਛਪਿਆ। ਉਹ ਅਕਾਲ ਪੁਰਖ ਦੀ ਇੱਥੇ ਗੁਰੂ ਨਾਨਕ ਸਾਹਿਬ ਵਡਿਆਈ ਕਰਦੇ ਹੈਗੇ ਆ ਕਿ ਇੱਕ ਹੀ ਵੰਡ ਦੇਣ ਦਾ ਨਾਲ ਕੋਈ ਵੱਡੀ ਚੀਜ਼ ਨਹੀਂ ਹੋ ਗਈ ਹੈਗੀ। ਇੱਕ ਕਰਕੇ ਸਾਰਿਆਂ ਨੂੰ ਆਪਣੇ ਮੋਹਣੀ ਅਵਤਾਰ ਬਣ ਕੇ ਵੰਡਦੇ, ਬਹੁਤ ਵੱਡੀ ਗੱਲ ਨਹੀਂ ਹੈਗੀ। ਅਕਾਲ ਪੁਰਖ ਦੇ ਸਾਹਮਣੇ ਇੱਕ ਬਹੁਤੀ ਵੱਡੀ ਗੱਲ ਨਹੀਂ। ਇਹ 'ਚ ਸਾਰਾ ਜਿਹੜਾ ਅਕਾਲ ਪੁਰਖ ਦੀ ਸਿਫਤ ਕਿ ਅਕਾਲ ਪੁਰਖ ਹੀ ਸਭ ਕੁਛ ਹੈ। ਜੋ ਦੇਵਤੇ ਜਾਂ ਹੋਰ ਕੁਛ ਕਰਦੇ ਰਹੇ, ਅਵਤਾਰਵਾਦ ਦੇ ਵਿੱਚ ਚੱਲਦਾ ਰਿਹਾ, ਠੀਕ ਹੈ। ਉਹਨਾਂ ਨੂੰ ਦੁਨੀਆ ਕਹਿੰਦੀ ਕਿ ਬਹੁਤ ਵੱਡੇ ਸੀ, ਬਹੁਤ ਸੋਹਣਾ ਕੀਤਾ। ਪਰ ਜਦੋਂ ਤੁਸੀਂ ਅਕਾਲ ਪੁਰਖ ਨੂੰ ਉਸ ਚੀਜ਼ ਦੇ ਸਾਹਮਣੇ ਰੱਖ ਕੇ ਦੇਖਦੇ ਆ ਤਾਂ ਉਹ ਇੱਕ ਸਧਾਰਨ ਜਿਹੀ ਚੀਜ਼ ਰਹਿ ਜਾਂਦੀ ਹੈਗੀ। ਮੇਰੀ ਸਮਝ ਤਾਂ ਇਹ ਕੁਛ ਆਇਆ ਹੈਗਾ। Thank you ji. Just before I sort of open it to the floor, let me just add another twist. मैं ना शब्द वही है, पर मैं उत्थे थोड़ा जिहा विश्रामा करके ਜਾਂ ਜਿੱਥੇ ਕੁਛ ਗ੍ਰਾਮਰ ਦੇ ਭੇਦ ਹੈਗੇ ਆ ਜਾਂ ਉਚਾਰਨ ਦੀਆਂ ਗੱਲਾਂ ਹੈਗੀਆਂ, ਉਹਦੀ ਸਪਸ਼ਟੀ ਲਈ ਕੁਛ ਹਾਈਲਾਈਟ ਕੀਤੇ। ਮੈਂ ਪੜ੍ਹ ਕੇ ਦੱਸਦਾ ਪਹਿਲਾਂ। ਪਾਉਣ ਉਪਾਏ ਫਿਰ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੰਗ ਲੈ ਦਹ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ। ਉਹ ਪਰ ਅਧਿਕ ਨਹੀਂ ਸੀ, ਮੈਂ ਅਧਿਕ ਲਾ ਕੇ ਤਾਂ ਕਰਕੇ ਹਾਈਟ ਕਰਕੇ ਦੱਸਿਆ ਗਿਆ, ਨਹੀਂ ਤਾਂ ਉਹਦਾ ਵੱਡਾ ਬਣਨਾ ਵੱਡਾ ਕਹਿਣਾ ਸੀਗਾ ਵੱਡਾ। ਸੋ ਕਿਆ ਉਪਮਾ ਤੇਰੀ ਆਖੀ ਜਾਏ, ਇੱਥੇ ਨਾ ਬੜੀ ਵਿਸਮਾਦਿਕ ਗੱਲ ਹੈਗੀ ਆ। ਤੇ ਇਸ ਕਰਕੇ ਸਿਰਫ ਐਕਸਪਲੇਨੇਸ਼ਨ ਜਾ ਕਰਕੇ ਜਾਣੀ ਕਿ ਉਚਾਰਨ ਬੋਲਦੇ ਜਾਂਦਾ ਵੀ ਕਿਆ ਉਪਮਾ ਤੇਰੀ ਆਖੀ ਜਾਏ। ਤੂੰ ਸਰਬੇ ਪੂਰ ਰਹਾ ਲਿਵ ਲਾਏ ਰਹਾਓ, ਜੀ ਉਪਾਏ ਜੁਗਤ ਜਾਂ ਜੁਗਤੀ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਭਇਆ। ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਸਰਬ ਨਿਰੰਤਰ ਰਵ ਰਹਾ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸਿਸ਼ਟ ਜਾਂ ਸ੍ਰਿਸ਼ਟੀ ਗਿਆ, ਆ ਗਏ ਅੰਤ ਨਾ ਪਾਇਓ ਤਾਂ ਕਾ, ਕੰਸ ਛੇਦ ਕਿਆ ਵੱਡਾ ਭਇਆ। It's a question. So ਕਿਆ ਵੱਡਾ ਭਇਆ। ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕੀਆ। ਮਾੜੀ ਆਪਣੇ ਬਿੰਦੀ ਲਾ ਕੇ, ਕਿਉਂ ਹੈ ਬਿੰਦੀ ਤਾਂ ਹੈ ਨਹੀਂ, ਉਹਦਾ ਹੈ ਤਾਂ ਅਸੀਂ ਆ, ਅਸੀਂ, ਪਰ ਹੈ ਅਸੀਂ ਵੀ। ਹੋਰ ਪਖਲਾਏ ਜੇ ਅਸੀਂ ਕੀਆ, ਕਾਹੇ ਨਾਨਕ ਛਪੈ ਕਿਉਂ ਛਪਿਆ, ਇੱਕ ਹੀ ਵੰਡ ਦਿਆ। ਰਾਈਟ। ਸੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਨਾ ਜਾਣੀ ਕਿ ਹੈ ਤਾਂ ਅਵਤਾਰਵਾਦ ਜਿਹੜਾ ਹੈਗਾ ਜਾਣੀ ਕਿ ਇੱਕ ਆਪਣੇ ਸਮੇਂ ਦੇ ਵਿੱਚ ਉਸ ਲੋਕਾਈ ਨੇ ਉਹਨਾਂ ਅਵਤਾਰਾਂ ਨੂੰ ਰੱਬ ਦਾ ਰੂਪ, ਰੱਬ ਹੀ ਸਮਝ ਲਿਆ। ਤਾਂ ਗੁਰੂ ਨਾਨਕ ਦੇਵ ਜੀ ਇਹ ਨਹੀਂ ਕਹਿ ਰਹੇ ਜਾਣੀ ਕਿ ਤੁਸੀਂ ਕਿਉਂ ਕੀਤਾ, ਕਿਉਂ ਨਹੀਂ ਕੀਤਾ। ਇਹ ਉਹਨਾਂ ਦੀ ਜਿਹੜੀ ਗਲਤ ਮਨੌਤ ਸੀਗੀ, ਉਹਨਾਂ ਨੇ ਜਾਣੀ ਕਿ ਖੰਡਨ ਕਰਦੀ ਹੈ ਤੇ ਜਾਣੀ ਕਿ ਕੰਟਰਾਸਟ ਕਰਦੇ ਹੈਗੇ ਵੀ ਜਾਣੀ ਕਿ ਜੇ ਉਹਨੇ ਇੰਨਾ ਕੁਛ ਕੀਤਾ ਹੈਗਾ ਤਾਂ ਲੁੱਕ ਵੀ ਪਰਮਾਤਮਾ ਕੀ ਕੁਛ ਕਰ ਸਕਦਾ ਹੈਗਾ। ਸੋ ਕਹਿੰਦੇ ਵੀ ਪਹਿਲੀ ਗੱਲ ਹੈਗੀ ਆ ਵੀ ਉਹਨਾਂ ਦੀ ਜਿਹੜੀ ਸਿਫਤ ਹੈਗੀ ਆ ਉਹ ਥੋੜੇ ਕੰਮਾਂ ਕਰਕੇ ਬੇਸਡ ਹੈਗੀ, ਜਿਹੜੇ ਅੱਗੇ ਆਪਾਂ ਬਿਆਨ ਕਰਾਂਗੇ। ਦੂਸਰੇ ਪਾਸਿਓਂ ਕਿਆ ਉਪਮਾ ਤੇਰੀ ਆਖੀ ਜਾਏ, ਵੀ ਤੇਰੀ ਇੰਨੀ ਬੇਅੰਤ ਉਪਮਾ ਹੈਗੀ ਆ, ਤੇਰੇ ਬੇਅੰਤ ਗੁਣ ਹੈਗੇ ਆ, ਮੇਰੀ ਇੱਕ ਜ਼ਬਾਨ ਹੈਗੀ ਆ, ਮੈਂ ਉਹਦੇ ਨਾਲ ਕੀ ਬਿਆਨ ਕਰਾਂ। ਤੂੰ ਸਰਬੇ ਪੂਰ ਰਹਿ ਲਿਵ ਲਾਏ, ਤੂੰ ਕਿ ਸਾਰੇ ਪਾਸੇ ਤੂੰ ਜਾਣੀ ਕਿ ਸਰਬ ਵਿਆਪਕ ਹੈਗਾ। ਲਿਵ ਲਾਏ ਮਤਲਬ ਕੀ ਹੈਗਾ, ਜਿਹੜੀ ਵੀ ਚੀਜ਼ ਪੈਦਾ ਕੀਤੀ ਗਈ ਤੇਰਾ ਉਹਦੇ ਵਿੱਚ ਧਿਆਨ ਹੈ, ਤੈਨੂੰ ਪਤਾ ਹੈਗਾ ਹਰ ਚੀਜ਼ ਕੀ ਕਰ ਰਹੀ ਹੈਗੀ ਆ। ਤੇਰੇ ਹੁਕਮ ਤੋਂ ਬਾਹਰ ਜਾਣੀ ਕਿ ਹੁਕਮ ਤੋਂ ਬਾਹਰ ਤਾਂ ਕੁਛ ਹੈ ਹੀ ਚੀਜ਼ ਨਹੀਂ, ਜਾਂ ਤੇਰੀ ਰਜ਼ਾ ਵਿੱਚ ਜਾਂ ਤੇਰੀ ਰਜ਼ਾ ਤੋਂ ਬਾਹਰ ਵਾਟ ਐਵਰ ਇਜ਼ ਹੈਪਨਿੰਗ ਵੀ ਤੇਰਾ ਉਹਦੇ 'ਚ ਧਿਆਨ ਹੈ। You are absolutely aware ਵੀ ਵਾਟ ਐਵਰ ਇਜ਼ ਹੈਪਨਿੰਗ। ਲਿਵ ਲਾਉਣ ਦਾ ਮਤਲਬ ਉਹ ਇਹ ਜਾਣੀ ਕਿ ਉਹ ਵੀ ਸਮਾਧੀ ਲਾ ਕੇ ਬੈਠੇ, ਜਿੱਦਾਂ ਸਾਨੂੰ ਸਮਾਧੀ ਲਾਉਣ ਨੂੰ ਕਿਹਾ ਹੈਗਾ। ਕਹਿੰਦੇ ਫਿਰ ਪਾਉਣ ਉਹ ਜਿਹੜੀ ਨਾ ਗੱਲ ਤੁਸੀਂ ਅਰਬਦ ਨਰਬਦ ਦੀ ਕੀਤੀ ਸੀਗੀ, ਉਹ ਤਾਂ ਠੀਕ ਹੈ ਵੀ ਪਹਿਲਾਂ ਜਾਣੀ ਕਿ ਹਵਾ ਬਣਾਈ ਫਿਰ ਜਲ ਹੋਇਆ ਐਂਡ ਸੋ ਔਨ, ਉਹ ਤਾਂ ਠੀਕ ਆ। ਫਿਰ ਕਹਿੰਦੇ ਪਾਉਣ ਪਾਏ ਹਵਾ ਪੈਦਾ ਕਰਕੇ ਕੀ ਕੀਤਾ, ਧਰੀ ਸਭ ਧਰਤੀ। ਇੱਕ ਧਰਤੀ ਨਹੀਂ ਗੱਲ ਹੈਗੀ ਇੱਥੇ, ਧਰਤੀ ਅਰਥ ਨੂੰ ਨਹੀਂ ਕਿਹਾ ਇੱਥੇ, ਧਰਤੀ ਮਤਲਬ ਪਲੈਨਟਸ। ਇਸ ਹਵਾ ਬਣਾ ਕੇ ਉਹ ਜਿਹੜਾ ਤਰੀਕਾ ਹੈਗਾ ਜਾਣੀ ਕਿ ਪਹਿਲਾਂ ਜਲ ਹੋਇਆ, ਪਹਿਲਾਂ ਹਵਾ ਹੋਈ, ਫਿਰ ਜਲ ਬਣਿਆ, ਫਿਰ ਪਦਾਰਥ ਬਣਿਆ ਕਰਕੇ ਉਹ ਤਾਂ ਠੀਕ ਆ। ਫਿਰ ਕਹਿੰਦੇ ਹਵਾ ਪੈਦਾ ਕਰਕੇ ਸਾਰੇ ਪਲੈਨਟਸ ਉਹਨੇ ਕ੍ਰੀਏਟ ਕਰਕੇ ਟਿਕਾ ਦਿੱਤੇ। ਧਰੀ ਮੀਨਸ ਟਿਕਾ ਦਿੱਤੇ ਜਿੱਥੇ ਟਿਕਣੇ ਸੀਗੇ। ਸਭ ਕਿਹਾ ਉਹਨਾਂ ਨੇ, ਸਭ ਇੱਕ ਧਰਤੀ ਦੀ ਗੱਲ ਨਹੀਂ ਕਿ ਸਭ ਧਰਤੀਆਂ ਸਾਰੇ ਪਲੈਨਟ ਜਾ ਕੇ ਟਿਕਾ ਦਿੱਤੇ। ਇਸੇ ਤਰ੍ਹਾਂ ਹੀ ਉਹ ਜਿਹੜੇ ਵਿਰੋਧੀ ਤੱਤਾਂ ਨੂੰ ਤੁਸੀਂ ਰੈਫਰ ਕੀਤਾ ਸੀਗਾ ਵੀ ਜਲ ਅਗਨੀ ਕਾ ਬੰਦ ਕੇ ਉਹਨਾਂ ਨੇ ਮੇਲ ਕੇ ਨਾ ਤੇ ਦੋਹਾਂ ਦਾ ਲਿਆ ਇੱਥੇ ਵੀ ਜਲ ਤੇ ਅਗਨੀ ਦਾ, ਇਸੇ ਤਰ੍ਹਾਂ ਹੋਰ ਵੀ ਕਈ ਵਿਰੋਧੀ ਤੱਤ ਹੈਗੇ ਆ ਜਾਣੀ ਕਿ ਉਹ ਸਾਰੇ ਜਾਣੀ ਕਿ ਇਕੱਠੇ ਕਰਕੇ ਇੱਕ ਸ੍ਰਿਸ਼ਟੀ ਬਣਾ। ਫਿਰ ਕਹਿੰਦੇ ਆ ਅੰਧਲੇ। ਅੰਧਲੇ ਦਾ ਮਤਲਬ ਹੈਗਾ ਅਗਿਆਨੀ ਤੇ ਨਾਲੇ ਹੰਕਾਰੀ।
ਹੰਕਾਰੀ ਹੋਣ ਸਦਕਾ ਅੰਧਲੈ ਮੀਨਸ ਹੰਕਾਰੀ ਜਾਂ ਅਗਿਆਨੀ ਹੋਣ ਸਦਕਾ ਦਹਿ ਦਸਾਂ ਸਿਰਾਂ ਵਾਲਾ। ਇਹ ਮਤਲਬ ਇਹ ਨਹੀਂ ਵੀ ਜਿੱਦਾਂ ਕਿ 4 ਇੱਧਰ ਤੇ 5 ਇੱਧਰ ਦੇ ਵਿਚਕਾਰ ਇੱਕ 5 10 ਸਿਰ ਹੈਗੇ, ਇਦਾਂ ਦੀ ਗੱਲ ਨਹੀਂ ਹੈਗੀ। ਪਰ ਜਾਣੀ ਕਿ ਵੀ ਇੰਨਾ ਅਕਲਮੰਦ ਸੀ ਉਹ ਵੀ ਉਹਦੇ ਕੋਲ 10 ਦਿਮਾਗਾਂ ਦਾ ਅਕਲ ਸੀਗੀ, ਜਾਣੀ ਕਿ 10 ਬੰਦਿਆਂ ਦੀ ਨਹੀਂ ਅਕਲ ਸੀ ਉਹਦੇ ਕੋਲ। ਪਰ ਡਿਸਪਾਈਟ ਦੈਟ ਉਹਦੀ ਦੁਰਵਰਤੋਂ ਕਰਦਾ ਸੀਗਾ ਉਹ, ਇਸ ਕਰਕੇ ਉਹ ਹੰਕਾਰੀ ਸੀਗਾ। ਹੰਕਾਰੀ ਕਹਿੰਦੇ ਕਿ ਵੀ ਅਗਿਆਨਤਾ ਸਦਕਾ ਜਾਂ ਆਪਣੇ ਹੰਕਾਰ ਹੋਣ ਦੇ ਸਦਕਾ ਇਹ ਜਿਹੜਾ ਬੜਾ ਅਕਲਮੰਦ ਰਾਵਣ ਸੀਗਾ, ਦਹਿਸ਼ਤ ਦਾ ਮਤਲਬ ਜਾਣੀ ਕਿ 10 ਸਿਰਾਂ ਵਾਲਾ ਜਿਹੜਾ ਰਾਵਣ ਜਾਣੀ ਕਿ ਉਹਨੇ ਆਪਣਾ ਸਿਰ ਕਟਵਾ ਲਿਆ, ਜਾਣੀ ਕਿ ਆਪਣਾ ਜਾਣੀ ਕਿ ਖਾਤਮਾ ਕਰਵਾ ਲਿਆ। ਉਹ ਤਾਂ ਸਾਨੂੰ ਪਤਾ ਕਿ ਅੱਗੇ ਆਉਂਦਾ ਕਿ ਜਾਣੀ ਕਿ ਰਾਮ ਨੇ ਖਾਤਮਾ ਕੀਤਾ ਉਹਦਾ। ਕਹਿੰਦੇ ਵੀ ਉਸ ਆਪਣੀ ਅਗਿਆਨਤਾ ਕਰਕੇ ਹੰਕਾਰ ਕਰਕੇ ਇਸ ਅਕਲਮੰਦ ਨੇ ਆਪਣਾ ਸਿਰ ਕਟਵਾ ਲਿਆ। ਪਰ ਕਹਿੰਦੇ ਦੂਸਰੇ ਪੱਖੋਂ ਜਿਹਨੇ ਉਹਨੂੰ ਮਾਰਿਆ ਉਹ ਤਾਂ ਸੀਗਾ ਰਾਮ। ਕਹਿੰਦੇ ਰਾਵਣ ਨੂੰ ਮਾਰ ਕੇ ਕਿਆ ਵੱਡਾ ਪਿਆ ਵੀ ਜੇ ਇੱਕ ਜੀਵ ਨੂੰ ਮਾਰ ਦਿੱਤਾ ਕੀ ਜਾਣੀ ਕਿ ਕਾਹਦੀ ਪ੍ਰਾਪਤੀ ਕਰ ਲਈ। ਜਿਹਨੂੰ ਤੁਸੀਂ ਰੱਬ ਕਰਕੇ ਮੰਨਦੇ ਹੈਗੇ ਆ ਰਾਮ ਨੂੰ, ਪਰ ਜੇ ਉਹਨੇ ਇੱਕ ਏਦਾਂ ਦਾ ਕੰਮ ਕਰ ਦਿੱਤਾ ਤਾਂ ਉਹ ਰੱਬ ਦੀ ਜਾਣੀ ਕਿ ਰੱਬ ਦੀ ਸਮਾਨਤਾ ਨਹੀਂ ਹੋ ਗਿਆ, ਜਾਣੀ ਕਿ ਉਹ ਰੱਬ ਨਹੀਂ ਹੈਗਾ। ਕਹਿਣ ਦਾ ਭਾਵ ਦੇ ਵਿੱਚ ਇਹ ਹੈਗਾ ਰੱਬ ਦਾ ਕੁਛ ਹੋਰ ਹੈਗਾ, ਤੁਸੀਂ ਜਿਹਨੂੰ ਰੱਬ ਮੰਨੀ ਬੈਠੇ ਗਿਆ ਇਹ ਗਲਤ ਹੈਗਾ। ਫਿਰ ਅੱਗੇ ਕੀ ਕਹਿੰਦੇ ਕਿ ਵੀ ਜੀਵ ਪਾਏ ਜੁਗਤੀ ਹੱਥ ਕੀਨੀ। ਜੀਵ ਪਾਏ ਮੀਨ ਸਾਰੇ ਜੀਵ ਜੰਤੂ ਤੋਂ ਪੈਦਾ ਕਰਕੇ ਉਹਨਾਂ ਦੀ ਜਿੰਨੀ ਵੀ ਜਾਣੀ ਕਿ ਵੀ ਜੀਵਨ ਜੁਗਤੀ ਸੀਗੀ ਤੂੰ ਸਭ ਆਪਣੇ ਹੱਥ ਵਿੱਚ ਰੱਖੀ ਗਈ। ਜਾਣੀ ਕਿ ਇਹ ਨਹੀਂ ਕਿ ਮੱਛੀ ਨੂੰ ਕਿਹਾ ਗਿਆ ਤੂੰ ਪਾਣੀ ਛੱਡ ਕੇ ਤੂੰ ਹਵਾ 'ਚ ਆਪਣੇ ਧਰਤੀ ਤੇ ਰਹਿ ਸਕਦੀ ਹੈ ਜਾਂ ਹੋਰ ਤਰੀਕੇ ਨਾਲ ਰਹਿ ਸਕਦੀ ਹੈ। ਵਾਟਐਵਰ ਉਹਨੇ ਹਰ ਇੱਕ ਚੀਜ਼ ਦੀ ਜੀਵਨ ਜੁਗਤੀ ਜਿਹੜੀ ਆ ਬੰਨ ਕੇ ਰੱਖੀ ਹੈਗੀ, ਆਪਣੇ ਕੰਟਰੋਲ 'ਚ ਰੱਖੀ ਹੈਗੀ ਆ। ਦੂਸਰੇ ਪਾਸੇ ਉਹ ਕਹਿ ਰਿਹਾ ਕਿ ਜਸਟ ਬਿਕੋਜ਼ ਕ੍ਰਿਸ਼ਨ ਅਵਤਾਰ ਨੇ ਇੱਕ ਜਿਹੜਾ ਸੱਪ ਸੀਗਾ ਜਿਹਨੂੰ ਕਹਿੰਦੇ ਕਾਲੀ ਨਾਗ ਸੀਗਾ, ਉਹਨੂੰ ਜਮਨਾ ਦੇ ਵਿੱਚੋਂ ਜਾਣੀ ਕਿ ਜਿਹੜਾ ਲੋਕਾਂ ਦੇ ਕਹਿ ਲਓ ਜਾਣੀ ਕਿ ਬੜਾ ਨੁਕਸਾਨ ਕਰਦਾ ਹੋਗਾ, ਜਾਣੀ ਕਿ ਉਹਨੂੰ ਵਸ ਕੀਤਾ ਹੈਗਾ। ਤਾਂ ਕਹਿੰਦੇ ਸੋ ਵਟ, ਜੇ ਕ੍ਰਿਸ਼ਨ ਅਵਤਾਰ ਨੇ ਇੰਨਾ ਕੁਛ ਕਰਕੇ ਆਹ ਕਰ ਦਿੱਤਾ ਤਾਂ ਉਹ ਇੰਨਾ ਵੱਡਾ ਨਹੀਂ ਹੋ ਗਿਆ ਵੀ ਉਹ ਰੱਬ ਦਾ ਮੁਕਾਬਲਾ ਕਰ ਸਕਦਾ ਹੈਗਾ। ਇੱਥੇ ਗੱਲ ਜਾਣੀ ਕਿ ਕ੍ਰਿਸ਼ਨ ਅਵਤਾਰ ਦੀ ਸੀਗੀ, ਜਾਣੀ ਕਿ ਜਿਹੜਾ ਵਿਸ਼ਨੂੰ ਦਾ ਇੱਕ ਅਵਤਾਰ ਹੈਗਾ। ਫਿਰ ਉਹ ਕਹਿੰਦੇ ਹੈਗੇ ਕਹਿੰਦੇ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ, ਜਾਣੀ ਕਿ ਕਿਉਂਕਿ ਉਹ ਸਰਵ ਵਿਆਪਕ ਹੈਗਾ। ਕਿਹਨੂੰ ਅਸੀਂ ਜਾਣੀ ਕਿ ਪੁਰਖ ਕਹੀਏ, ਕਿਹਨੂੰ ਜਾਣੀ ਕਿ ਅਸੀਂ ਇਸਤਰੀ ਕਹੀਏ, ਕਿਉਂਕਿ ਨਾ ਜਾਣੀ ਕਿ ਪਿੱਛੋਂ ਜਿਹੜੇ ਗੁਣਾ ਕਰਕੇ ਕੁਝ ਵਿਰੋਧੀ ਗੁਣ ਹੈਗੇ ਆ ਮਨੁੱਖ ਦੇ। ਆਪਣੇ ਕਹਿ ਲਓ ਪੁਰਖ ਦੇ ਕੁਝ ਗੁਣ ਹੋਰ ਹੈ। ਆਮ ਨਾਟ ਸੇਇੰਗ ਜਾਣੀ ਕਿ ਇਸਤਰੀ ਦੇ ਗੁਣ ਬਿਲਕੁਲ ਟੋਟਲੀ ਆਪੋਜ਼ਿਟ ਹੈਗੇ ਆ, ਪਰ ਜਾਣੀ ਕਿ ਵਖਰੇਵਾ ਹੈ। ਕਹਿੰਦੇ ਜਾਣੀ ਕਿ ਇਸੇ ਤਰ੍ਹਾਂ ਜਾਣੀ ਕਿ ਕੋਈ ਬੜਾ ਗਰਮ ਸੁਭਾਅ ਦਾ ਹੈਗਾ, ਕੋਈ ਬੜਾ ਜਾਣੀ ਕਿ ਦਿਆਲੂ ਪੁਰਖ ਹੈਗਾ। ਜਾਣੀ ਕਿ ਇਸ ਤਰ੍ਹਾਂ ਦੇ ਜਾਣੀ ਕਿ ਵੱਖਰੇ ਵੱਖਰੇ ਸੁਭਾਵਾਂ ਵਾਲੇ ਜੀਵ ਜੰਤੂ ਤੋਂ ਇਕੱਠੇ ਕਰਕੇ ਇੱਥੇ ਸ੍ਰਿਸ਼ਟੀ 'ਚ ਪੈਦਾ ਕੀਤੇ ਹੈਗੇ। ਫਿਰ ਤੂੰ ਉਹਨਾਂ ਵਿੱਚ ਸਾਰਿਆਂ ਵਿੱਚ ਜਾਣੀ ਕਿ ਵਸਿਆ ਪਿਆ ਹੈਗਾ, ਸਰਵ ਵਿਆਪਕ ਹੈ ਤੂੰ। ਸੋ ਇਸ ਕਰਕੇ ਕਹਿੰਦੇ ਇੱਕ ਪਾਸੇ ਤਾਂ ਤੂੰ ਸਰਵ ਵਿਆਪਕ ਹੋ ਕੇ ਸਾਰੇ ਪਾਸੇ ਇਸ ਤਰ੍ਹਾਂ ਕੰਮ ਕਰਦਾ, ਦੂਸਰੇ ਪਾਸਿਓਂ ਇਹ ਜਿਹੜੇ ਅਵਤਾਰ ਹੈਗੇ ਆ ਇਹਨਾਂ ਕੋਲ ਥੋੜ੍ਹੇ ਗੁਣ ਹੈਗੇ ਆ ਜਿਹਨਾਂ ਕਰਕੇ ਅਸੀਂ ਉਹਨਾਂ ਨੂੰ ਗਲਤੀ ਦੇ ਨਾਲ ਜਾਣੀ ਕਿ ਰੱਬ ਦੇ ਸਮਾਨ ਮੰਨੀ ਬੈਠੇ ਹੈਗੇ ਆ। ਫਿਰ ਉਹ ਕਹਿੰਦੇ ਕਿ ਨਾਲ ਕੁਟੰਬ ਨਾਲ ਜਿਹੜਾ ਹੈਗਾ ਇਹ ਨਾਲ ਨਹੀਂ ਹੈਗਾ, ਜਾਣੀ ਕਿ ਵਿਦ ਨਹੀਂ ਹੈਗਾ। ਨਾਲ ਦਾ ਮਤਲਬ ਹੈਗਾ ਨਾਲੀ ਦਾ ਮਤਲਬ ਹੈਗਾ ਸਟੈਮ, ਕਿਉਂਕਿ ਬ੍ਰਹਮਾ ਜਿਹੜਾ ਸੀ ਨਾ ਕੌਲ ਦੇ ਫੁੱਲ ਦੇ ਵਿੱਚੋਂ ਕਹਿੰਦੇ ਪੈਦਾ ਹੋਇਆ ਸੀਗਾ। ਤੇ ਕੁਟੰਬ ਜਿਹੜਾ ਹੈਗਾ ਇਹ ਸੰਸਕ੍ਰਿਤ ਵਿੱਚ ਕਹਿੰਦੇ ਸੀਗਾ ਕੁਟੰਬਨੀ, ਜਿਹਦਾ ਮਤਲਬ ਹੈਗਾ ਮਾਂ ਜਾਂ ਜਨਨੀ। ਜੇ ਉਹ ਹੋਵੇ ਤਾਂ ਕੁਟੰਬ ਦੇ ਬੱਬੇ ਨੂੰ ਔਂਕੜ ਕਿਉਂ ਲੱਗੇਗਾ? ਫਿਰ ਬੰਦਾ ਸੋਚਦਾ ਹੈਗਾ ਕਿਉਂਕਿ ਕੁਟੰਬ ਦਾ ਮਤਲਬ ਹੈਗਾ ਇਟਸ ਅ ਨਾਊਨ ਜਾਂ ਐਡਜੈਕਟਿਵ, ਤਾਂ ਇਟਸ ਅ ਮੇਲ, ਇਟਸ ਅ ਸਿੰਗੂਲਰ। ਸੋ ਇਟ ਕਾਂਟ ਬੀ ਮਾਂ ਜੇ ਜਾਣੀ ਕਿ ਗ੍ਰਾਮੈਟਿਕਲੀ ਦੇਖਿਆ ਜਾਵੇ। ਸੋ ਇੱਥੇ ਕੁਟੰਬ ਦਾ ਮਤਲਬ ਹੈਗਾ ਸ਼ਾਇਦ ਪਰਿਵਾਰ, ਸ਼ਾਇਦ ਬਿਕੋਜ਼ ਆਫ ਦੈਟ। ਕਹਿੰਦੇ ਕਿ ਜਾਣੀ ਕਿ ਬ੍ਰਹਮਾ ਜਿਹੜਾ ਆਪਣੇ ਕੌਲ ਦੇ ਫੁੱਲ ਤੋਂ ਨਿਕਲਿਆ ਸੀਗਾ ਆਪਣੇ ਪਰਿਵਾਰ ਦੇ ਨਾਲ, ਤੇ ਇਸੇ ਤਰ੍ਹਾਂ ਹੀ ਸਾਥ ਵਰਦਾਤਾ ਕਿਹਾ ਹੈਗਾ ਵਿਸ਼ਨੂੰ ਨੂੰ। ਤੇ ਵਿਸ਼ਨੂੰ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਕੀ ਕਰਨ ਚਲ ਗਿਆ ਵੀ ਮੈਂ ਹੁਣ ਨਾ ਸ੍ਰਿਸ਼ਟੀ ਦਾ ਅੰਤ ਲੱਭਣਾ ਹੈਗਾ। ਜਾਣੀ ਕਿ ਕਹਿਣ ਦਾ ਭਾਵ ਹੈਗਾ ਜਿਹਨਾਂ ਨੂੰ ਤੁਸੀਂ ਰੱਬ ਮੰਨੀ ਬੈਠੇ ਹੈਗੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਸ੍ਰਿਸ਼ਟੀ ਕਿੰਨੀ ਵੱਡੀ ਹੈਗੀ ਆ, ਇਹਦਾ ਵਿਸਥਾਰ ਕਿੰਨਾ ਹੈਗਾ, ਕਿਉਂਕਿ ਦੇ ਫੇਲਡ। ਅੱਗੇ ਜਾ ਕੇ ਆਉਂਦਾ ਹੈਗਾ ਵੀ ਆਗੇ ਅੰਤ ਨਾ ਪਾਇਓ ਤਾਂ ਕਾ, ਵੀ ਇਹਨਾਂ ਦੋਨਾਂ ਨੇ ਬੜੀ ਆਪਣੀ ਦਿਮਾਗੀ ਉਡਾਰੀ ਲਾਈ ਜਾਂ ਬੜੀ ਮਿਹਨਤ ਕੀਤੀ ਪਰ ਅੰਤ ਨਾ ਪਾ ਸਕੇ। ਕਿ ਕਿਸ ਤਰ੍ਹਾਂ ਦੇ ਰੱਬ ਹੋਣਗੇ ਜਿਹਨਾਂ ਨੂੰ ਤੁਸੀਂ ਰੱਬ ਮੰਨੀ ਬੈਠੇਗਾ, ਜਿਹਨਾਂ ਨੂੰ ਇਹਨਾਂ ਨਹੀਂ ਪਤਾ ਹੈਗਾ ਵੀ ਜਿਹੜੀ ਜਿਸ ਚੀਜ਼ ਜਿਹਨੂੰ ਅਸੀਂ ਬਣਾਇਆ ਹੈਗਾ ਉਹਦਾ ਅੰਤ ਕਿੰਨਾ ਹੈਗਾ। ਫਿਰ ਕਹਿੰਦੇ ਹੈਗੇ ਆ ਤਾਂਕਾ ਮੀਨਸ ਉਸਦਾ ਕੰਸ ਛੇਦ ਕਿਆ ਵੱਡਾ ਪਿਆ। ਮੁੜ ਕੇ ਰੈਫਰੈਂਸ ਫਿਰ ਆਉਂਦੀ ਕ੍ਰਿਸ਼ਨ ਨੂੰ। ਤੇ ਜੇ ਕ੍ਰਿਸ਼ਨ ਨੇ
ਕੰਸ ਨੂੰ ਆਪਣੇ ਮਾਮੇ ਨੂੰ ਮਾਰ ਦਿੱਤਾ ਹੈਗਾ ਤਾਂ ਸੋ ਵਾਟ, ਉਹ 'ਚ ਕੀ ਵਡਿਆਈ ਹੋ ਗਈ ਵੀ ਇੱਕ ਅਵਤਾਰ ਨੇ ਇੱਕ ਪੁਰਖ ਨੂੰ ਇਸ ਤਰ੍ਹਾਂ ਮਾਰ ਦਿੱਤਾ। ਤਾਂ ਕਹਿੰਦੇ ਕਿ ਵੀ ਪਰਮਾਤਮਾ ਜਿਹਦੇ ਹੱਥ ਵਿੱਚ ਜਾਣੀ ਕਿ ਜੀਵਨ ਵੀ ਹੈਗਾ, ਸਭ ਜਿੰਨੇ ਵੀ ਕ੍ਰਿਏਸ਼ਨ ਹੈਗੇ ਉਹਦਾ ਅੰਤ ਵੀ ਉਹਦਾ ਹੱਥ ਹੈਗਾ, ਉਹ ਤਾਂ ਸਭ ਦਾ ਜਾਣੀ ਕਿ ਅੰਤ ਕਰ ਸਕਦਾ ਹੈਗਾ। ਸੋ ਜਾਣੀ ਕਿ ਵੀ ਕੰਪੈਰੀਜ਼ਨ ਨਹੀਂ ਕੋ ਹੋਇਆ। ਤੇ ਕਹਿੰਦੇ ਕਿ ਰਤਨ ਉਪਾਏ ਧਰੇ, ਰਤਨ ਮੀਨ ਜਾਣੀ ਕਿ ਕੀਮਤੀ ਪਦਾਰਥ ਪੈਦਾ ਕਰਕੇ ਉਹਨੇ ਟਿਕਾ ਦਿੱਤੇ, ਰੱਖ ਦਿੱਤੇ ਸਮੁੰਦਰ ਦੇ ਵਿੱਚ, ਜਾਣੀ ਕਿ ਪਿੱਛੇ ਭਾਵ ਹੈਗਾ। ਖੀਰ ਕਿਹਾ ਹੈਗਾ ਸਮੁੰਦਰ ਨੂੰ, ਪਰ ਖੀਰ ਸਿੰਧੀ ਦੇ ਵਿੱਚ ਦੁੱਧ ਨੂੰ ਵੀ ਕਿਹਾ ਹੈਗਾ। ਜਿਸ ਤਰ੍ਹਾਂ ਆਪਾਂ ਦੁੱਧ ਰਿੜਕ ਕੇ ਉਹ 'ਚ ਮੱਖਣ ਕੱਢਦੇ ਹੈਗੇ ਆ, ਇਸੇ ਤਰ੍ਹਾਂ ਹੀ ਸਟੋਰੀ ਇਤਿਹਾਸ ਹੈਗਾ ਵੀ ਆਪਣੇ ਦੇਵਤਿਆਂ ਨੇ ਤੇ ਦੈਂਤਾਂ ਨੇ ਮੇਰੂ ਪਰਬਤ ਨੂੰ ਵਧਾਣੀ ਦਾ ਇੱਕ ਹਿੱਸਾ ਬਣਾ ਕੇ ਤੇ ਸ਼ੇਸ਼ ਨਾਗ ਨੂੰ ਉਹਦੀ ਰੱਸੀ ਬਣਾ ਕੇ ਰਿੜਕਿਆ ਤਾਂ 14 ਵਿੱਚੋਂ ਰਤਨ ਕੱਢੇ। ਖੀਰ ਮੱਥਿਆ ਮੀਨਸ ਉਹਨੂੰ ਰਿੜਕਿਆ, ਤੇ ਜਦੋਂ ਕਹਿੰਦੇ ਰਿੜ ਕੇ 14 ਰਤਨ ਕੱਢ ਲੈ, ਹੁਣ ਸਾਰਿਆਂ ਨੂੰ ਜਾਣੀ ਕਿ ਲਾਲਚ ਸੀ ਕਿ ਜਾਣੀ ਕਿ ਸਾਨੂੰ ਮਿਲ ਜਾ। ਕਹਿੰਦੇ ਕਿ ਹੋਰ ਪਖਲਾਏ ਜਿਹੜੇ ਤਾਂ ਲੱਗੇ ਸੀ ਰਿੜਕਣ, ਤੇ ਉਹਨਾਂ ਤੋਂ ਹੋਰ ਜਿਹੜੇ ਨਾਲ ਬੈਠੇ ਸੀਗੇ ਉਹ ਸਾਰੇ ਕਹਿੰਦੇ ਨਾ ਉਤੇਜਿਤ ਹੋ ਗਏ, ਜਾਣੀ ਕਿ ਗਰਮ ਹੋ ਗਿਆ ਵੀ ਇਹ ਸਾਡੇ ਹੈ, ਅਸੀਂ ਕੀਤਾ ਹੈਗਾ। ਲੜਾਈ ਹੋ ਗਈ, ਜੇ ਅਸੀਂ ਕੀ ਜਾਣੀ ਕਿ ਅਸੀਂ ਕੀਤਾ ਹੈਗਾ, ਅਸੀਂ ਰਿੜਕਿਆ ਹੈਗਾ, ਇਹ ਸਾਡੇ ਹੋ ਗਿਆ। ਲੜਾਈ ਹੋ ਗਈ ਦੋਨਾਂ ਦੀ। ਉਸ ਲੜਾਈ ਨੂੰ ਜਾਣੀ ਕਿ ਕਹਿੰਦਾ ਕੰਟਰੋਲ ਕਰਨ ਲਈ ਵਿਸ਼ਨੂੰ ਅਵਤਾਰ ਨੇ ਕੀ ਕੀਤਾ, ਮੋਹਣੀ ਅਵਤਾਰ ਦਾ ਬੜੀ ਸੁੰਦਰ ਇਸਤਰੀ ਦਾ ਰੂਪ ਬਣਾ ਕੇ ਉੱਥੇ ਆ ਗਿਆ, ਤੇ ਉਹਨੇ ਆਪਣੇ ਕਹਿ ਲਓ ਤੁਸੀਂ ਮੋਹ ਦੇ ਨਾਲ ਜਿਹੜੇ ਸੋ ਕਾਲਡ ਦੈਂਤ ਸੀਗੇ ਉਹਨਾਂ ਨੂੰ ਜਾਣੀ ਕਿ ਬਸ ਕਰਕੇ ਚੁੱਪ ਕਰਕੇ ਬਿਠਾਇਆ, ਤੇ ਜਿਹੜੇ 14 ਰਤਨ ਸੀ ਇਕੱਲੇ ਕਰਕੇ ਵੰਡ ਦਿੱਤੇ, ਜਿਸ ਦਾ ਅੱਗੇ ਕਿਹਾ ਹੈਗਾ ਕਹੇ ਨਾਨਕ। ਵੀ ਇਹ ਜਿਹੜੀ ਗੱਲ ਹੈਗੀ ਆ ਵੀ ਅਵਤਾਰ ਨੂੰ ਮੰਨ ਕੇ ਵੀ ਰੂਪ ਧਾਰ ਕੇ ਆਉਣਾ ਪਿਆ, ਆ ਕੇ ਫਿਰ ਉਹਨੇ ਇਸ ਤਰ੍ਹਾਂ ਕੰਮ ਕੀਤਾ। ਤੇ ਉਹ ਕਹਿੰਦੇ ਹੈਗੇ ਆ ਵੀ ਸੋ ਵਾਟ, ਜੇ ਵਿਸ਼ਨੂੰ ਨੇ ਇਸ ਤਰ੍ਹਾਂ ਦਾ ਕਰ ਦਿੱਤਾ ਹੈਗਾ। ਕਹਿੰਦੇ ਦੂਸਰੇ ਪਾਸਿਓਂ ਕਹੇ ਨਾਨਕ ਛਪੇ ਕਿਉਂ ਛਪਿਆ, ਵੀ ਜਿਹੜਾ ਪਰਮਾਤਮਾ ਹੈਗਾ ਜਿਹੜਾ ਛੁਪਿਆ ਪਿਆ ਹੈਗਾ ਸਾਡੇ ਸਾਰਿਆਂ ਦੇ ਵਿੱਚ, ਹਰ ਇੱਕ ਜੀਵ ਦੇ ਵਿੱਚ ਛੁਪਿਆ ਪਿਆ ਹੈਗਾ ਜੋਤ ਸਰੂਪ ਹੋ ਕੇ। ਇੱਕ ਤੋਂ ਕਹਿੰਦੇ ਨਾ, ਜਿਹੜੇ ਮੈਂ ਕੱਲ ਯਾਦ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਵੀ ਸਭ ਕੈ ਮਦ ਅਲਿਪਤੋ ਰਹੇ, ਹਰ ਇੱਕ ਚੀਜ਼ ਦੇ ਵਿੱਚ ਬੈਠਾ ਹੋਇਆ ਵੀ ਸਾਡੇ ਤੋਂ ਨਿਰਲੇਪ ਹੈਗਾ, ਸਾਡੇ ਤੋਂ ਪਰੇ ਹੈਗਾ। ਉਹਦੀ ਗੱਲ ਹੈਗੀ ਆ, ਕਹਿੰਦੇ ਵੀ ਉਹਨੂੰ ਆਪਣੇ ਆਪ ਨੂੰ ਜ਼ਾਹਰ ਕਰਨ ਦੀ ਲੋੜ ਨਹੀਂ ਹੈਗੀ, ਉਹਦਾ ਵਾਸਾ ਹੀ ਕੁਦਰਤ ਦੇ ਵਿੱਚ ਸਾਡੇ ਲਈ ਇੱਕ ਜਾਣੀ ਕਿ ਵਿਸਮਾਦਿਕ ਗੱਲ ਹੈਗੀ ਆ ਵੀ ਦੇਖੋ ਵੀ ਹੈ ਕਿ ਇੰਨਾ ਕੁਛ ਹੋ ਰਿਹਾ ਕੁਦਰਤ ਵਿੱਚ। ਇਹੀ ਸਾਨੂੰ ਉਹਦਾ ਨਿਸ਼ਾਨਾ ਹੈਗਾ ਵੀ ਉਹ ਸਾਰੀ ਚੀਜ਼ 'ਚ ਵਸ ਰਿਹਾ ਹੈਗਾ। ਇਹਦੇ ਸਦਕਾ ਹੀ ਆਪਣੇ ਅੰਦਰ ਵਸਦੇ ਹੋਣ ਕਰਕੇ ਹੀ ਉਹ ਹਰ ਇੱਕ ਚੀਜ਼ ਨੂੰ ਕੱਲੇ ਨੂੰ ਉਹਦੇ ਗੁਣਾ ਮੁਤਾਬਕ ਵੰਡ ਰਿਹਾ ਹੈ ਦਾਤਾਂ। ਜਿਹੜਾ ਵੀ ਇੱਕ ਹੀ ਵੰਡ ਰਿਹਾ, ਮੋਹਣੀ ਅਵਤਾਰ ਨੇ ਆ ਕੇ ਇੱਕ ਰਤਨ ਵੰਡ ਦਿੱਤਾ। ਪਰਮਾਤਮਾ ਇਸੇ ਤਰ੍ਹਾਂ ਹਰ ਇੱਕ ਜੀਵ ਨੂੰ ਉਹਦੇ ਕਰਮਾਂ ਅਨੁਸਾਰ ਜੋ ਕੁਝ ਵੀ ਦਾਤ ਉਹਨੇ ਕਿਸੇ ਝੋਲੀ 'ਚ ਪਾਉਣੀ ਹੈਗੀ ਆ ਉਹ ਵੰਡ ਰਿਹਾ ਹੈਗਾ। ਉਹ ਕਹਿੰਦੇ ਕਿ ਜੇ ਇੱਕ ਵਿਸ਼ਨੂੰ ਦਾ ਅਵਤਾਰ ਮੋਹਣੀ ਆ ਕੇ ਬਣ ਗਿਆ ਤਾਂ ਉਹਨੇ 14 ਰਤਨ ਵੰਡ ਦਿੱਤੇ। ਕਹਿੰਦੇ ਸੋ ਵਾਟ, ਕੀ ਹੋ ਗਿਆ? ਕਿ ਉਹ ਤਾਂ ਸਰਵ ਵਿਆਪਕ ਜਿਹੜਾ ਹੈਗਾ ਉਹ ਸਾਰਿਆਂ ਨੇ ਇਸੇ ਤਰ੍ਹਾਂ ਦਾਤਾਂ ਵੰਡ ਰਿਹਾ ਗਿਆ। ਕਹਿਣ ਦਾ ਭਾਵ ਵਿੱਚ ਇਹ ਹੈਗਾ ਜਾਣੀ ਕਿ ਜਿਹੜੀ ਨਾ ਅਵਤਾਰਾਂ ਦੀ ਮਨੌਤ ਸੀਗੀ ਜਾਣੀ ਕਿ ਰੱਬ ਨੂੰ ਦੇਹ ਧਾਰ ਕੇ ਇੱਥੇ ਆ ਕੇ ਜਾਣੀ ਕਿ ਰੱਬ ਬਣਦਾ ਹੈਗਾ। ਦਿਸ ਇਜ਼ ਅ ਮਿਸਨੋਮਰ, ਦਿਸ ਇਜ਼ ਅ ਮਿਸਕਨਸੈਪਸ਼ਨ। ਵੀ ਰਿਐਲਿਟੀ ਤਾਂ ਉਹ ਹੈਗੀ ਆ ਵੀ ਉਹ ਜੋਤ ਸਰੂਪ ਹੈਗਾ। ਜੋਤ ਸਰੂਪ ਹੋਣ ਦੇ ਬਾਵਜੂਦ ਵੀ ਭਾਵੇਂ ਉਹ ਸਰਵ ਵਿਆਪਕ ਵੀ ਹੈਗਾ, ਆਪਣੇ ਆਪ ਨੂੰ ਉਹਨੇ ਨਿਰਲੇਪ ਰੱਖਿਆ ਹੈਗਾ। ਸਾਨੂੰ ਉਹਨੇ ਇੱਕ ਆਪਣਾ ਇੱਕ ਕਹਿ ਲਓ ਰੂਪ ਦਿੱਤਾ ਹੈਗਾ ਜਿਹਨੂੰ ਆਪਾਂ ਮਨ ਕਹਿੰਦੇ ਜਾਂ ਜੀਵ ਆਤਮਾ ਕਹਿੰਦੇ ਹੈਗੇ ਆ, ਜਿਹਦੀ ਬਤੌਲਤ ਅਸੀਂ ਸਾਰੇ ਕੰਮ ਕਰਦੇ ਹੈਗੇ ਆ। ਖੈਰ ਇੰਨਾ ਕੁ ਕਹਿ ਕੇ I think so now I want to have a break and then open it to everybody for discussion. ਹਾਂਜੀ, so we've now got literally half an hour. ਸਾਰੇ ਚੁੱਪ ਗਏ। ਹਾਂਜੀ ਲੋਕ ਸਿੰਘ ਜੀ। ਡਾਕਟਰ ਸਾਹਿਬ ਮੈਂ ਤਾਂ ਇੰਨੀ ਗੱਲ ਕਹਿਣੀ, ਲੋਕਡਾਊਨ ਦੇ ਵਿੱਚੋਂ ਆਏ ਹੋ ਆ, ਸਾਨੂੰ ਤਾਂ ਕਹਿਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ, ਹੱਥ ਖੜੇ ਹੋਣੇ ਚਾਹੀਦੇ ਸੀ। ਠੀਕ ਹੈ, ਹਾਂਜੀ। let's really join in and either with this particular ਸ਼ਬਦ, ਜੇ ਇਸ ਸ਼ਬਦ ਬਾਰੇ ਕੋਈ ਗੱਲਬਾਤ ਕਰਨੀ ਹੈ ਜਾਂ ਜੇ ਕੋਈ ਪਿਛਲੇ ਬਾਰੇ ਕੋਈ ਰਹਿ ਗਿਆ ਹੋਵੇ ਤਾਂ ਉਹਦੀ ਵੀ ਆਪਾਂ ਗੱਲ ਕਰ ਸਕਦੇ ਹਾਂ। let's just give priority to this particular one ਤਾਂ ਕਿ ਐਟਲੀਸਟ ਇਹਦੇ ਬਾਰੇ ਥੋੜੀ ਬਹੁਤੀ ਗੱਲ ਹੋ ਜਾਏ। ਪਹਿਲਾਂ ਗੱਲ ਤਾਂ ਠੀਕ ਹੈ, ਜਿਹੜੀ ਗੁਰੂ ਸਾਹਿਬ ਜੀ ਨੇ ਗੱਲ ਦੱਸੀ ਆ ਵੀ ਮਤਲਬ ਜਿਹੜੀ ਕ੍ਰੀਏਸ਼ਨ ਆ ਉਹਦੀ ਪੂਜਾ ਤੋਂ ਉਠਾ ਕੇ ਗੁਰੂ ਸਾਹਿਬ ਨੇ ਕ੍ਰੀਏਟਰ ਦੀ ਪੂਜਾ ਵੱਲ ਸਾਨੂੰ ਦਿੱਤਾ ਸੰਦੇਸ਼ ਵੀ ਉਧਰ ਨੂੰ ਜੇ ਚੱਲ ਜਾਈਏ ਤਾਂ ਫਿਰ ਮੂਹਰਿਓਂ ਕੰਮ ਸੈਟਲ ਹੋ ਜਾਂਦਾ। ਜਿਹੜਾ ਪਹਿਲਾ ਸ਼ਬਦ ਸੀਗਾ ਉਹਦੇ ਨਾਲ ਜੇ ਅਸੀਂ ਇਹਨੂੰ ਜੋੜ ਕੇ ਦੇਖੀਏ
ਉਹੀ ਗੱਲ ਆ ਵੀ ਜਿਹੜੀ ਕ੍ਰੀਏਸ਼ਨ ਦੀ ਪੂਜਾ ਆ ਇਹਦੇ ਵਿੱਚ ਅਸੀਂ ਇੰਬੈਲੈਂਸ ਹੋ ਜਾਂਦੇ ਆ, ਤੇ ਜੇ ਕਰਤੇ ਦੀ ਪੂਜਾ ਕ੍ਰੀਏਟਰ ਦੀ ਪੂਜਾ ਕਰਨ ਲੱਗ ਪਈਏ ਤਾਂ ਸਾਰੀਆਂ ਚੀਜ਼ਾਂ ਆਪੋ ਆਪਣੀ ਥਾਂ ਤੇ ਸੈਟਲ ਹੋ ਜਾਂਦੀਆਂ, ਕਿਉਂਕਿ ਕਰਤਾ ਉਹੀ ਆ ਜਿਹਨੇ ਕ੍ਰੀਏਸ਼ਨ ਨੂੰ ਆਪਣੇ ਤਰੀਕੇ ਦੇ ਨਾਲ ਰਚਿਆ ਆ, ਤੇ ਉਹਦੇ ਹੱਥ ਹੀ ਭਾਵ ਉਹਦੀ ਜਿਹੜੀ ਹੁਕਮੀ ਸੱਤਾ ਆ ਉਹਦੇ ਵਿੱਚ ਹਰੇਕ ਜੀਵ ਨੂੰ ਜੀਣ ਦੀ ਜਿਹੜੀ ਯੋਗਤ ਆ ਉਹਦੇ ਵਿੱਚ ਸਾਰਾ ਕੁਝ ਮੌਜੂਦ ਆ। ਸੋ ਬੇਸਿਕਲੀ ਗੱਲ ਤਾਂ ਹੈਗੀ ਆਹ ਹੀ, ਪਰ ਉਹਦੇ ਨਾਲ ਜਿਹੜਾ ਛਪਿਆ ਆ, ਸਾਨੂੰ ਆਮ ਤੌਰ ਦੇ ਉੱਤੇ ਇਹ ਵੀ ਗੱਲ ਦੇਖ ਲੈਣੀ ਚਾਹੀਦੀ ਆ ਕਿ ਜਿਹੜੇ ਰੈਫਰੈਂਸ ਦਿੱਤੇ ਆ ਇਹ ਸਾਰੇ ਪੁਰਾਤਨ ਜਿਹੜੇ ਆ ਵੀ ਸਿੱਖ ਧਰਮ ਤੋਂ ਪਹਿਲਾਂ ਦੇ ਜਿਹੜੇ ਹਿੰਦੂ ਧਰਮ ਦੀਆਂ ਮਨੌਤਾਂ ਆ ਉਹਨਾਂ ਨੂੰ ਗੱਲ ਕੀਤੀ ਆ। ਸੋ ਅੱਜ ਸਾਡੇ ਸਿੱਖਾਂ ਦੀਆਂ ਵੀ ਮਨੌਤਾਂ ਤਕਰੀਬਨ ਇਦਾਂ ਦੀਆਂ ਹੋ ਚੱਲੀਆਂ। ਅਸੀਂ ਵੀ ਗੁਰਬਾਣੀ ਦਾ ਆਸਰਾ ਲੈ ਲੈ ਕੇ ਅਸੀਂ ਵੀ ਬਹੁਤ ਇਦਾਂ ਦੀਆਂ ਹੋਸ਼ੀਆਂ ਜਿਹੀਆਂ ਗੱਲਾਂ ਸਾਡੇ ਕਥਾਵਾਚਕਾਂ ਦੇ ਮੂੰਹੋਂ ਸੁਣਦੇ ਆ ਭਈ ਇਹ ਕੰਮ ਕਰਕੇ ਆਪਾਂ ਵੀ ਕੋਈ ਬੜਾ ਵੱਡਾ ਮਾਰਕਾ ਨਹੀਂ ਮਾਰ ਰਹੇ। ਤੋ ਸਾਨੂੰ ਜਿਹੜਾ ਗੁਰਮਤਿ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਉਹਦੇ ਤੇ ਹੀ ਫੋਕਸ ਕਰਕੇ ਅੱਗੇ ਵਧਣਾ ਚਾਹੀਦਾ। ਜੇ ਕੋਈ ਸਾਖੀ ਸਟੋਰੀ ਗੁਰਬਾਣੀ ਦੇ ਸ਼ਬਦ ਦੇ ਅਨੁਕੂਲ ਆ, ਸ਼ਬਦ ਦੇ ਭਾਵ ਨੂੰ ਬਾਹਰ ਕੱਢ ਫਿਰ ਤਾਂ ਉਹ ਸਾਖੀ ਠੀਕ ਆ, ਪਰ ਜੇ ਸਾਖੀ ਸ਼ਬਦ ਦੇ ਭਾਵ ਨੂੰ ਕੱਢ ਨਹੀਂ ਰਹੀ, ਸਾਖੀ ਕੋਈ ਹੋਰ ਕਿਤੇ ਲਿਜਾ ਰਹੀ ਆ, ਤਾਂ ਸਾਨੂੰ ਉਹ ਸਾਖੀ ਜਿੱਦਾਂ ਇੱਥੇ ਗੁਰੂ ਸਾਹਿਬ ਨੇ ਉਹਨਾਂ ਨੂੰ ਜਿੱਦਾਂ ਕਹਿ ਦਈਏ ਸੈਕੰਡਰੀ ਬਣਾਤਾ, ਸਾਨੂੰ ਵੀ ਉਹਨਾਂ ਚੀਜ਼ਾਂ ਨੂੰ ਸੈਕੰਡਰੀ ਕਰ ਦੇਣਾ ਚਾਹੀਦਾ ਤਾਂ ਕਿ ਅਸੀਂ ਰੀਅਲ ਤੱਤ ਗਿਆਨ ਦੇ ਨਾਲ ਜੁੜ ਸਕੀਏ। ਧੰਨਵਾਦ। ਥੈਂਕ ਯੂ ਜੀ। ਹਾਂਜੀ ਹਾਂਜੀ ਨਰਿੰਦਰ ਸਿੰਘ ਜੀ ਅਨਮਿਊਟ ਕਰ ਲਓ, ਅਨਮਿਊਟ ਕਰ ਲਓ ਪਹਿਲਾਂ। ਥੈਂਕਸ ਵੈਰੀ ਮਚ। ਜਿਹੜੀ ਨਾ ਹੁਣੇ ਸੰਤੋਖ ਸਿੰਘ ਨੇ ਰੈਫਰੈਂਸ ਦਿੱਤੀ ਹੈ ਵੀ ਜਿਹੜੇ ਇਹ ਰਾਮਚੰਦਰ ਜੀ ਤੇ ਹੋਰ ਜਿਹਨੇ ਕਿਹਨੂੰ ਮਾਰਿਆ, ਜਿਹਦੇ ਉਹਦੇ 10 times ਉਹਦੀ ਬ੍ਰੇਨ ਪਾਵਰ ਸੀਗੀ, 10 gigabytes perhaps, we don't know। ਲੇਕਿਨ ਗੱਲ ਵਿੱਚ ਥੋੜੀ ਅਚੰਭੇ ਦੀ ਇਹ ਹੈ ਵੀ ਅਸੀਂ ਉਹਨਾਂ ਨੂੰ ਇੰਨੀ ਮਹੱਤਤਾ ਦਿੰਦੇ ਹੈਗੇ। ਗੁਰਬਾਣੀ ਨੇ ਸਮਝ ਨਹੀਂ ਪੈ ਰਹੀ ਵੀ ਕਿਉਂ ਉਹਨਾਂ ਨੂੰ ਇੰਨੀ ਮਹੱਤਤਾ ਦਿੱਤੀ ਹੈ। ਤਾਂ ਦਿੱਤੀ ਹੈ ਵੀ ਤਾਂ ਕਿ ਉਹਦੀ ਮਿਸਾਲ ਦੇ ਕੇ ਜਿਹੜੀ ਸੱਚਾਈ ਆ ਉਹਨੂੰ ਉਭਾਰਿਆ ਜਾਵੇ, ਇਹ ਕਾਰਨ ਹੈ। ਜਾਂ ਕਿ ਦੁਨੀਆ ਦੇ ਮਨਾਂ ਦੇ ਵਿੱਚ ਉਹ ਕਹਾਣੀਆਂ ਰੁੱਝੀਆਂ ਹੈਗੀਆਂ ਤਾਂ ਉਹਨਾਂ ਨੂੰ ਸਹੀ ਕਰਨ ਵਾਸਤੇ ਪਰਹੈਪਸ ਰਿਕੁਐਸਟ ਕਰਾਂ ਸੰਤੋਖ ਸਿੰਘ ਨੂੰ ਇਸ ਗੱਲ ਨੂੰ ਥੋੜਾ ਜਿਹਾ ਤੇ ਚੱਲਣਾ ਪਾਓ। ਸੰਤੋਖ ਸਿੰਘ ਜੀ ਡਾਇਰੈਕਟਲੀ ਐਟ ਯੂ। ਬਿਲਕੁਲ, ਜੇ ਹਿਸਾਬ ਨਾਲ ਭਾਜੀ ਤੁਸੀਂ ਗੱਲ ਕਹੀ ਆ, ਗੁਰੂ ਸਾਹਿਬ ਜੀ ਨੇ ਜਿਹੜੀਆਂ ਇਹ ਸਾਖੀਆਂ ਸਟੋਰੀਆਂ, ਕਿਉਂਕਿ ਜੇ ਅਸੀਂ ਹਿੰਦੂ ਧਰਮਾਂ ਦੀਆਂ ਮਨੌਤਾਂ ਦੇਖ ਲਈਏ, ਮਨੌਤਾਂ ਉਹਨਾਂ ਦੀਆਂ ਸਾਰੀਆਂ ਅਵਤਾਰਵਾਦ ਦੇ ਉੱਤੇ ਖੜੀਆਂ, ਠੀਕ, ਤੇ ਅਵਤਾਰਵਾਦ ਦੀਆਂ ਸਟੋਰੀਆਂ ਸਾਨੂੰ ਸੁਣਨ ਨੂੰ ਮਿਲਦੀਆਂ। ਇਸੇ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਦੇਖਿਆ ਵੀ ਜੇ ਮਾਨਸਿਕਤਾ ਜਿਹੜੀ ਬੇਸਿਕਲੀ ਜੇ ਅਸੀਂ ਧਿਆਨ ਨਾਲ ਗੱਲ ਕਰੀਏ, ਧੰਨ ਗੁਰੂ ਨਾਨਕ ਦੇਵ ਜੀ ਆਏ ਦੁਨੀਆ ਤੇ, ਉਸ ਟਾਈਮ ਦੇ ਉੱਤੇ ਜਿਹੜੀ ਅਕਾਲ ਦੀ ਮਨੌਤ ਆ ਬਹੁਤ ਘੱਟ ਲੋਕ ਉਹਨੂੰ ਸਮਝਦੇ ਸੀ ਵੀ ਜਿਹੜੀ ਕਰਤੇ ਦੀ ਜਿਹੜੀ ਮਨੌਤ ਆ, ਉਸ ਮਨੌਤ ਨੂੰ ਅਪਰੂਵ ਕਰਨ ਦੇ ਲਈ ਜਿਹੜੀਆਂ ਮਨੌਤਾਂ ਪਹਿਲਾਂ ਲੋਕ ਮੰਨ ਰਹੇ ਸੀ ਉਹਨਾਂ ਮਨੌਤਾਂ ਨੂੰ ਝਠਲਾਉਣਾ ਪੈਣਾ ਸੀ, ਉਹ ਝਠਲਾ ਕੇ ਹੀ ਉਹਨੂੰ ਅਪਰੂਵ ਕਰਨਾ ਪੈਣਾ ਸੀ। ਸੋ ਗੁਰੂ ਸਾਹਿਬ ਜੀ ਨੇ ਉਹ ਬਸ ਮਨੌਤਾਂ ਨੂੰ ਚੇਂਜ ਕਰਕੇ ਦਿਖਾਲਤਾ ਵੀ ਆਹ ਮਨੌਤ ਆ ਰਿਐਲਿਟੀ 'ਚ ਹੋਣੀ ਚਾਹੀਦੀ ਹੈ ਇਨਸਾਨ ਦੀ, ਜਿਹਦੇ ਨਾਲ ਸਾਡਾ ਮੈਕੈਨਿਜ਼ਮ ਉੱਚਾ ਜਾਊਗਾ, ਸਾਡੀ ਸੁਰਤ ਵਿਚਾਰ ਸਾਰਾ ਕੁਝ ਮਨ ਉੱਚਾ ਹੋਊਗਾ ਤੇ ਸਾਡੀ ਜੀਵਨ ਜੁਗਤ ਜਿਹੜੀ ਆ ਉਹ ਸਾਰੀ ਸਹੀ ਹੋਊਗੀ। ਤੇ ਜਿਹੜੀਆਂ ਦੂਜੀਆਂ ਮਨੌਤਾਂ ਆ ਉਹਨਾਂ ਦੇ ਵਿੱਚ ਕਿਸੇ ਦੀ ਜੀਵਨ ਜੁਗਤੀ ਉੱਚੀ ਨਹੀਂ ਹੁੰਦੀ, ਕਿਉਂਕਿ ਜਿੰਨੇ ਵੀ ਅਵਤਾਰ ਆ ਉਹਨਾਂ ਦੇ ਨਾਲ ਜਿੱਦਾਂ ਦੀਆਂ ਸਟੋਰੀਆਂ ਘੜ ਕੇ ਪਈਆਂ, ਜੇ ਉਹਨਾਂ ਸਟੋਰੀਆਂ ਨੂੰ ਆਮ ਪਬਲਿਕ ਦੇ ਵਿੱਚ ਸੁਣਾਇਆ ਵੀ ਜਾਵੇ, ਜਿਹੜੇ ਜਾਗਰੂਕ ਆ ਅਗਲੇ ਗਾਲਾਂ ਕੱਢਣਗੇ ਵੀ ਇਹਨਾਂ ਅਵਤਾਰਾਂ ਨੂੰ ਤੁਸੀਂ ਆਪਣੇ ਕੋਲ ਰੱਖੋ, ਠੀਕ ਹੈ ਜੀ। ਜੇ ਅਸੀਂ ਇਕੱਲੇ ਅਵਤਾਰ ਦੀ ਸਟੋਰੀ ਨੂੰ ਸੁਣਾਉਣ ਲੱਗੇ ਵੀ ਜਿਹੜੇ 14 ਰਤਨ ਕੱਢੇ ਆ ਉਹਨਾਂ ਵਿੱਚੋਂ 13ਵਾਂ ਰਤਨ ਸ਼ਰਾਬ ਆ ਜਿਹਦੀ ਖਾਤਰ ਲੜਾਈ ਹੁੰਦੀ ਆ। ਸੋ ਹੁਣ ਉਹ ਰਤਨਾਂ ਦੀ ਗੱਲ ਜੇ ਕਰੀਏ ਤਾਂ ਫਿਰ ਹੁਣ ਸ਼ਰਾਬ ਨੇ ਤਾਂ ਦੇਖ ਲਓ ਵੀ ਸਾਰੇ ਵਰਲਡ ਦੇ ਵਿੱਚ ਓਵਰਟੇਕ ਕੀਤਾ ਆ। ਸੋ ਸਾਰੇ ਇਸ ਰਤਨ ਦੇ ਭੁੱਖੇ ਆ ਵੀ ਜੇ ਅਸੀਂ ਉਹਨਾਂ ਦੀਆਂ ਮਨੌਤਾਂ ਮਗਰ ਚੱਲੀਏ। ਸੋ ਗੁਰਮਤਿ ਨੇ ਵੀ 14 ਰਤਨ ਦਿੱਤੇ ਆ, ਉਹਨਾਂ ਨੇ ਗੁਣਾਂ ਦੀ ਗੱਲ ਕੀਤੀ ਆ ਕਿ ਜੇ ਗੁਣਾਂ ਨੂੰ ਧਾਰਨ ਕੀਤਾ ਜਾਊਗਾ ਤਾਂ ਜਾ ਕੇ ਇਹ ਗੱਲ ਕਲੈਰਿਟੀ ਚ ਆਉਣੀ ਆ, ਕਿਉਂਕਿ ਇਹਨਾਂ ਮਨੌਤਾਂ ਨੂੰ ਮੰਨ ਕੇ ਉਹ ਰੀਅਲ ਜਿਹੜਾ ਕਰਤਾ ਸੀ ਜਾਂ ਓਮਕਾਰ ਦਾ ਜਿਹੜਾ ਸਬਜੈਕਟ ਸੀ ਉਹਨੂੰ ਭਾਰਤੀ ਲੋਕ ਭੁੱਲ ਚੁੱਕੇ ਸੀ ਪੂਰਨ ਤੌਰ ਦੇ ਉੱਤੇ।
ਸੋ ਉਹਨਾਂ ਦੇ ਅੰਦਰ ਮਨੌਤ ਅਵਤਾਰਾਂ ਦੀ ਜ਼ਿਆਦਾ ਸੀ। ਪੁਜਾਰੀ ਨੂੰ ਇਹ ਅਵਤਾਰਾਂ ਦੀ ਜਿਹੜੀ ਪੂਜਾ ਕਰਾਉਣੀ ਆ ਬਹੁਤ ਫੱਬਦੀ ਆ, ਕਿਉਂਕਿ ਪੁਜਾਰੀ ਦਾ ਕੰਮ ਹੁੰਦਾ ਸਿੱਧਾ ਸਾਦਾ ਹੈ। ਉਹ ਕਹਿੰਦਾ ਵੀ ਮੈਨੂੰ ਕੋਈ ਕੁਐਸਚਨ ਨਾ ਕਰੇ, ਉਹਨੇ ਸਟੋਰੀਆਂ ਹੀ ਉਹ ਸੁਣਾਉਣੀਆਂ ਸੀ। ਉਹ ਕਹਿੰਦਾ ਵੀ ਉਹਨਾਂ ਨੇ ਬਣਾਈਆਂ ਅਵਤਾਰਾਂ ਦੀਆਂ ਸਟੋਰੀਆਂ ਕਰੀ ਜਾਂਦੇ, ਕਹਿੰਦੇ ਵੀ ਇਹ ਤਾਂ ਸਵਾਲ ਉਹਨਾਂ ਨੂੰ ਕਰੋ। ਪੁਜਾਰੀ ਕਹਿੰਦਾ ਮੈਂ ਤਾਂ ਪੂਜਾ ਲੈਣੀ ਆ। ਸੋ ਇਸ ਕਰਕੇ ਜਦੋਂ ਕਰਤੇ ਦੀ ਗੱਲ ਕਰਨੀ ਆ ਤਾਂ ਫਿਰ ਹਰੇਕ ਇਨਸਾਨ ਨੇ ਮੋਰੇ ਸਵਾਲ ਵੀ ਕਰਨਾ, ਭਾਈ ਗੱਲ ਤਾਂ ਦੱਸ ਮਾੜਾ ਜਿਹਾ ਵੀ ਇਹ ਗੱਲ ਬਣਦੀ ਕਿੱਦਾਂ। ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਸ਼ਾਰਟਕਟ ਇਹੀ ਆ ਵੀ ਜਿਹੜਾ ਕਨਸੈਪਟ ਗੁਰੂ ਮਹਾਰਾਜ ਨੇ ਅਪਰੂਵ ਕਰਨਾ ਸੀ ਸੰਸਾਰ ਦੇ ਵਿੱਚ, ਤੋਂ ਜੋ ਸੰਸਾਰ ਦੀਆਂ ਮਨੌਤਾਂ ਸੀ, ਇਕੱਲੀਆਂ ਹਿੰਦੂਆਂ ਦੀਆਂ ਨਹੀਂ ਇਦਾਂ ਦੀਆਂ ਮਨੌਤਾਂ, ਇਹ ਸਾਰੇ ਤਰ੍ਹਾਂ ਦੀਆਂ ਮਨੌਤਾਂ ਕ੍ਰਿਸਚੈਨਿਟੀ ਵਿੱਚ ਵੀ ਹੈਗੀਆਂ, ਇਸਲਾਮ 'ਚ ਵੀ ਹੈਗੀਆਂ ਤੇ ਸਾਡੇ ਸਿੱਖਾਂ 'ਚ ਵੀ ਹੈਗੀਆਂ। ਸੋ ਜੋ ਧਰਮਾਂ ਦੀ ਜੇ ਡੈਫੀਨੇਸ਼ਨ ਦੇਖਣੀ ਆ, ਸਾਨੂੰ ਜਦੋਂ ਸੈਕੰਡਰੀ ਜਿਹੜੇ ਧਰਮ ਦੇ ਅਕੀਦੇ ਤੋਂ, ਅਸਲੀ ਅਕੀਦੇ ਤੋਂ ਟੁੱਟ ਚੁੱਕਦੇ ਆ, ਜੇ ਅਸੀਂ ਮੇਡ ਅਪ ਕੀਤੇ ਧਰਮ ਨੂੰ ਐਕਸੈਪਟ ਕਰਾਂਗੇ, ਸਾਨੂੰ ਉਹ ਕ੍ਰਿਪਲ ਬਣਾਉਂਦਾ, ਸਾਨੂੰ ਡਿਸੇਬਲ ਕਰ ਦਿੰਦਾ, ਸਾਡੀ ਇੱਕ ਦੂਜੇ ਦੇ ਨਾਲ ਬਣਦੀ ਨਹੀਂ। ਜਿਹੜਾ ਰੀਅਲ ਧਰਮ ਆ, ਸੱਚ ਧਰਮ ਆ, ਜਿਹੜਾ ਇੱਕੋ ਧਰਮ ਦ੍ਰਿੜ ਹੈ, ਸੱਚ ਕੋਈ ਆ, ਉਹਦੇ ਵਿੱਚ ਅਸੀਂ ਸਾਬਤ ਸੂਰਤ ਤੇ ਮਾਨਸਿਕ ਤੌਰ ਦੇ ਉੱਤੇ ਆਜ਼ਾਦ ਹੁੰਨੇ ਆ, ਤੇ ਅਸੀਂ ਜਿਹੜੀ ਰਿਐਲਿਟੀ ਗੱਲ ਆ ਉਹਨੂੰ ਕਹਿਣ ਦਾ ਹੱਕ ਰੱਖਦੇ, ਸਾਡੇ ਕੋਲ ਬਲ ਆ ਜਾਂਦਾ ਵੀ ਮੈਂ ਕਹਿ ਵੀ ਸਕਦਾ। ਸੋ ਗੱਲ ਤਾਂ ਇੰਨੀ ਗਈ ਆ, ਜਦੋਂ ਲਾਸਟ ਟਾਈਮ ਹਨਾ ਸੁਲਹੀ ਤੇ ਨਾਰਾਇਣ ਰਾਖੇ ਆਪਾਂ ਪੜ੍ਹਿਆ ਸੀ, ਉੱਥੇ ਆਪਾਂ ਵੀ ਤਾਂ ਫਿਰ ਇੱਥੇ ਤੱਕ ਹੀ ਗੱਲ ਕੀਤੀ ਸੀ ਗੁਰੂਆਂ ਦੀ, ਤੇ ਗੁਰੂਆਂ ਨੇ ਜਦੋਂ ਸੁਲਹੀ ਕੌਣ ਆ? ਇੱਕ ਪਠਾਨ ਆ। ਸੋ ਤਾਂ ਅਵਤਾਰਾਂ ਤੋਂ ਵੀ ਬਹੁਤ ਡਾਊਨ ਆ ਜੇ ਗੱਲ ਕੀਤੀ ਜਾਵੇ। ਸੋ ਇਸ ਕਰਕੇ ਜਦੋਂ ਇਦਾਂ ਦੀਆਂ ਮਨੌਤਾਂ ਸਿੱਖ ਮੰਨਣ ਲੱਗ ਪਏ, ਸਾਡਾ ਵੀ ਕੋਈ ਬੜਾ ਫਰਕ ਨਹੀਂਗਾ, ਸਾਡਾ ਪਲੇਟਫਾਰਮ ਵੀ ਉਹੋ ਹੀ ਖੜਾ। ਸੋ ਸਾਨੂੰ ਆਪਣੇ ਆਪ ਦੇ ਵਿੱਚ ਵੀ ਸਭ ਨਿਰਣਾ ਕਰਨ ਦੀ ਸ਼ਕਤੀ ਆ ਵੀ ਜੇ ਗੁਰੂ ਸਾਹਿਬ ਜੀ ਇੱਥੇ ਰਿਜੈਕਟ ਕਰਦੇ ਇਹਨਾਂ ਗੱਲਾਂ ਨੂੰ, ਤਾਂ ਸਾਡੇ ਕੋਲ ਕਿਹਨੇ ਰਾਈਟ ਦਿੱਤਾ ਵੀ ਅਸੀਂ ਗੁਰੂਆਂ ਦੇ ਨਾਂ ਥੱਲੇ ਉਹ ਬਿਜ਼ਨਸ ਸਟਾਰਟ ਕਰ ਦਈਏ ਜਿਹੜਾ ਗੁਰੂਆਂ ਨੇ ਬੰਦ ਕੀਤਾ। ਇੱਕ ਮੈਂ ਇਸ ਗੱਲ ਨੂੰ ਮਾੜੇ ਹੋਰ ਅੱਗੇ ਪ੍ਰੋਗਰੈਸ ਕਰਾਂ, won't take very long। ਇੱਕ ਸੰਤੋਖ ਜੀ ਐਸੇ ਟੌਪਿਕ ਤੇ ਜੋ ਪਹਿਲਾਂ ਹੋ ਚੁੱਕਿਆ ਨਾ, ਉਸ ਨੂੰ ਰੈਫਰੈਂਸ ਦੇਣ ਦੇ ਨਾਲ ਅਗਲੇ ਗਾਹਾਂ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਵੀ ਅਸੀਂ ਕਿਹੜੀ ਟੌਪਿਕ ਦੀ ਗੱਲ ਕਰ ਰਹੇ, ਵਿਚ ਇਜ਼ ਵੈਲ ਕਮੈਂਡਡ, ਵੈਲ ਡਨ, ਵੈਰੀ ਗੁੱਡ। ਇਸੇ ਤਰ੍ਹਾਂ ਇੱਕ ਮੈਂ ਨਾਲ ਇੱਕ ਹੋਰ ਸਵਾਲ ਐਡ ਕਰਦਾ ਵੀ ਜਿਸ ਵੇਲੇ ਆਪਾਂ ਆਸਵਾਦ ਦੇ ਸ਼ਬਦ ਕੀਰਤਨ ਕਰਦੇ ਹਾਂ, ਉਹਦੇ ਵਿੱਚ ਜਾਂ ਹੋਰ ਵੀ ਗੁਰਬਾਣੀ ਵਿੱਚ ਜਿਵੇਂ ਐਗਜ਼ਾਮਪਲ ਦੇ ਆਸਵਾਦ ਦੇ ਅਸਰਾਜਾ ਕੀ ਧੁਨੀ ਉਸ ਦੇ ਉੱਤੇ ਗਾਉਣਾ ਹੈ, ਹੋਰ ਵੀ ਬਹੁਤ ਸਾਰੇ ਸ਼ਬਦ ਹੈਗੇ ਆ, ਉਹ 'ਚ ਦੱਸਿਆ ਵੀ ਇੱਥੇ ਗਾਉਣਾ, ਇੱਥੇ ਗਾਉਣਾ, ਉੱਥੇ ਗਾਉਣਾ। ਉਹ ਤੇ ਬੜੀ ਥੋੜੀ ਅਚੰਭੇ ਦੀ ਗੱਲ ਹੈ ਵੀ ਸਾਨੂੰ ਜਿਹੜੇ ਰਾਗ ਹੈ ਜਾਂ ਉਹਦਾ ਘਰ ਹੈਗਾ ਆ, 17ਵੇਂ ਘਰ ਤੇ ਜਾਂਦੇ ਆ, ਉਹ ਤਾਂ ਮੰਨਣ ਵਾਲੀ ਗੱਲ ਹੈ, ਪਰ ਜਿਹੜੇ ਉਸ ਜ਼ਮਾਨੇ ਦੀ ਧੁਨੀਆਂ ਜਿਹੜੀਆਂ ਇਹ ਪ੍ਰਚਲਿਤ ਸੀਗੀਆਂ, ਉਹਨਾਂ ਨੂੰ ਮੁੱਖ ਰੱਖ ਕੇ ਗਾਉਣਾ, ਅਸੀਂ ਹਮੇਸ਼ਾ ਕਹਿੰਦੇ ਹਾਂ ਵੀ ਗਾਣੇ ਦੇ ਕਿਉਂ ਤੇ ਕਦੇ ਨਹੀਂ ਗਾਉਣਾ, ਸ਼ਬਦ ਪੜ੍ਹਨਾ, ਕਿਉਂਕਿ ਮਨ ਜਿਹੜਾ ਗਾਣੇ ਵੱਲ ਚਲ ਜਾਂਦਾ ਹੈ ਸ਼ਬਦ ਤੋਂ। ਇਹ ਪਰ ਇੱਥੇ ਮਾੜੇ ਦੱਸਿਓ ਕਿ ਕੀ ਮਹੱਤਤਾ ਹੈਗੀ ਆ ਸ਼ਬਦ ਨੂੰ ਕਹਿਣਾ, ਉਸ ਧੁਨੀ ਤੇ ਗਾਉਣਾ। ਇਹ ਨਹੀਂ ਡੇਂਜਰ ਹੈਗੀ ਵੀ ਜਿਸ ਵੇਲੇ ਤੁਸੀਂ ਸ਼ਬਦ ਉਹਨਾਂ ਦੇ ਗੁਰੂ ਸਾਹਿਬ ਦੇ ਮਨ ਪੜ੍ਹਦੇ ਹੋਣਗੇ ਤਾਂ ਮਨ ਜਿਹੜਾ ਉਹ ਧੁਨੀ ਵੱਲ, ਉਹ ਧੁਨੀ ਜਿਹੜੀ ਪਿੱਛੇ ਬੈਕਗਰਾਊਂਡ ਦੀ ਸਾਖੀ ਹੈਗੀ ਆ, ਸਟੋਰੀ ਹੈਗੀ ਆ, ਉਧਰ ਜਾਂਦਾ ਹੋਏਗਾ। ਮੜੀ ਇੱਥੇ ਥੋੜਾ ਚਾਨਣਾ ਪਾਇਓ। ਇਹ ਤੇ ਗੱਲ ਇਸ ਤਰੀਕੇ ਨਾਲ ਆਪਾਂ ਗੱਲ ਕਰ ਸਕਦੇ ਹਾਂ ਵੀ ਜਿਹੜੀਆਂ 12 ਗੁਰੂ ਮਹਾਰਾਜ ਜੀ ਨੇ ਸਾਨੂੰ ਦਿਸ਼ਾ ਕੀਤਾ ਆ ਵੀ ਟੁੰਡੇ ਆਸਰਾਜੇ ਕੀ ਧੁਨੀ ਗਾਉਣੀ, ਜਾਂ ਦੁੱਲੇ ਭੱਟੀ ਦੀਆਂ 12 ਬੜੀਆਂ ਮਸ਼ਹੂਰ ਸੀ ਪਹਿਲਾਂ, ਉਹ ਤੋਂ ਪਹਿਲਾਂ ਹੋਰ 12 ਵੀ ਹੈਗੀਆਂ ਜਿਹੜੀਆਂ ਬਹੁਤ ਆ ਮਸ਼ਹੂਰ। ਬਡਹੰਸ ਕੀ ਵਾਰ ਦੀ ਧੁਨ ਜਿਹੜੀ ਆ ਉਹ ਵੀ ਦੱਸੀ ਆ। ਉਹ ਗੁਰੂ ਮਹਾਰਾਜ ਦਾ ਕਹਿਣਾ ਇਹ ਸੀ ਜਿਹੜੀਆਂ 12 ਸੰਸਾਰ ਦੇ ਵਿੱਚ ਪ੍ਰਚਲਿਤ ਨਹੀਂ ਗਈਆਂ, ਆਖਰਕਾਰ ਲੋਕ ਜਿਹੜਾ ਰਾਗ ਆ ਇਹਦਾ ਸੰਬੰਧ ਸਾਡੇ ਰਿਦਮ ਨਾਲ ਹੁੰਦਾ, ਭਾਵ ਸਾਡੇ ਮਨ ਦੇ ਵੇਗ ਨਾਲ ਹੁੰਦਾ। ਉਹ ਕਹਿੰਦੇ ਵੀ ਜਿਹੜਾ ਈਜ਼ੀ ਕੰਨਾਂ ਦੇ ਵਿੱਚ ਈਜ਼ੀ ਰਾਗ ਛਪ ਜਵੇ, ਲੋਕਾਂ ਦੇ ਦਿਮਾਗਾਂ ਦੇ ਵਿੱਚ ਉਹ ਚੀਜ਼ ਚੱਲਦੀ ਆ, ਉਹਦੇ ਅਕੋਰਡਿੰਗ ਹੋ ਕੇ ਉਹਨਾਂ ਨੇ ਉਹਦਾ ਜਿਹੜਾ ਟੇਸਟ ਚੇਂਜ ਕਰ ਦਿੱਤਾ ਵੀ ਆ। ਜੇ ਅੱਜ ਦੇ ਟਾਈਮ ਦੇ ਨਾਲ ਆਪਾਂ ਇਹ ਗੱਲ ਕਰੀਏ ਵੀ ਬਾਲੀਵੁੱਡ ਦੇ ਜਿਹੜੇ ਗੀਤ ਆ ਉਹਨਾਂ ਦੀਆਂ ਧੁਨਾਂ ਤੇ ਗਾਉਣਾ, ਹੁਣ ਗੱਲ ਇਹ ਆ ਵੀ ਬਾਲੀਵੁੱਡ ਦਾ ਜਿਹੜਾ ਗੀਤ ਆ ਉਹ ਗੀਤ ਦੇ ਵਿੱਚ ਪਿਕਚਰਾਈਜ਼ ਕਰਕੇ ਸਾਨੂੰ ਕੀ ਦਿਖਾ ਲਿਆ ਜਾਂਦਾ, ਜਿਹੜਾ ਪਿਕਚਰਾਈਜ਼ ਦੇਖਿਆ ਆ, ਜੇ ਸਾਡੇ ਅੰਦਰ ਉਹੋ ਹੀ ਪਿਕਚਰ ਆਉਂਦੀ ਆ ਫਿਰ ਤਾਂ ਧੁਨ ਨੇ ਸਾਡੇ ਅੰਦਰ ਉਹ ਅਸਰ ਹੀ ਨਹੀਂ ਪਾਉਣਾ। ਰਿਐਲਿਟੀ ਇਹ ਹੁੰਦੀ ਆ ਵੀ ਜਿਸ ਹਿਸਾਬ ਦੇ ਨਾਲ ਜਿੱਦਾਂ ਮੈਂ ਤੁਹਾਨੂੰ ਉਦੋਂ ਆਪਾਂ ਗੱਲ ਕੀਤੀ ਸੀ, ਜਿਹੜਾ ਆਪਾਂ ਤੁਹਾਡੇ ਘਰ ਬੈਠੇ ਸੀ ਵੀ ਜਿਹੜਾ ਕਿ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਹੁਣ ਇਹ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਨੇ ਗਾਇਆ, ਹੁਣ ਇਹ ਧੁਨ ਉਹਨੇ ਚੋਰੀ ਕੀਤੀ ਹੋਊਗਾ,
असली ਵਿੱਚ ਇਹ ਚੋਰੀ ਇਹ ਆ जरा सामने तो आओ चलिए छुप छुप रहने में क्या बात है। तो ਆ ਜਿਹੜੀ ਧੌਨਿਆਂ ਤੇ ਉਹ ਜਿਹੜਾ ਉਹਦਾ ਗਾਇਆ ਆ ਉਹ ਧਿਆਨ ਦੇ ਨਾਲ ਸੁਣ ਲਓ, ਇੱਕੋ ਹੀ ਲਹਿ ਦੇ ਵਿੱਚ ਇੱਕੋ ਹੀ ਚੀਜ਼ ਪੇਸ਼ ਕਰਦਾ, ਐਗਜ਼ੈਕਟ ਐਜ਼। ਸੋ ਸਾਨੂੰ ਧਿਆਨ ਦੇ ਨਾਲ ਗੁਰੂ ਮਹਾਰਾਜ ਜੀ ਨੇ ਜਿਹੜਾ ਦਿਸ਼ਾ ਦਿੱਤੀ ਆ ਉਹ ਇਹ ਸੀਗੀ ਕਿ ਸਮੇਂ ਦਾ ਸੱਚ ਆ ਇਹ। ਜੇ ਅਸੀਂ ਇਹ ਗੱਲ ਕਰ ਲਈਏ ਵੀ ਉਸ ਸਮੇਂ ਦੇ ਉੱਤੇ ਜਿਹੜੀਆਂ ਧੁਨਾਂ ਮਸ਼ਹੂਰ ਸੀਗੀਆਂ, ਗੁਰੂ ਸਾਹਿਬ ਜੀ ਨੇ ਉਸ ਧੁਨਾਂ ਨੂੰ ਜ਼ਿਆਦਾ ਵੈਲਿਊ ਦਿੱਤੀ ਆ। ਅੱਜ ਦੇ ਯੁੱਗ ਦੇ ਵਿੱਚ ਉਹ 12 ਦੀ ਜਿਹੜੀ ਧੁਨ ਸੀਗੀ, ਹੁਣ ਤੱਕ ਉਹ 12 ਸੁਣਦਾ ਵੀ ਨਹੀਂ ਹੋਣਾ ਜਿਹੜੀਆਂ ਉਹ 12 ਸੀਗੀਆਂ। ਸੋ ਅੱਜ ਤਾਂ ਸਾਡੇ ਟੋਟਲੀ ਤੌਰ ਦੇ ਉੱਤੇ ਗੁਰਬਾਣੀ ਦੇ ਅੱਖਰ ਛਪ ਗਏ ਆ, ਜੇ ਮਤਲਬ ਐਜ਼ ਇਹਦਾ ਗਾਇਆ ਜਾਂਦਾ। ਪਰ ਗਾਹਾਂ ਦੀ ਗਾਹਾਂ ਤਾਂ ਉਹ ਰਾਗ ਵਿਦਿਆ ਜਿਹੜੀ ਆ ਉਹ ਮਤਲਬ ਅਲੋਪ ਹੁੰਦੀ ਜਾ ਰਹੀ ਆ। ਉਹ ਇਹੋ ਜਿਹੀ ਚੀਜ਼ ਹੀ ਨਹੀਂ ਬਣਾ ਸਕੀ ਵੀ ਪੁਰਾਤਨਤਾ ਨੂੰ ਦੱਬ ਕੇ ਨਵੀਨਤਾ ਸਾਡੇ ਜੀਵਨ ਦੇ ਵਿੱਚ ਆਉਂਦੀ। ਸੋ ਗੁਰੂ ਮਹਾਰਾਜ ਜੀ ਦਾ ਮਕਸਦ ਤਾਂ ਸਿਰਫ ਇੰਨਾ ਕੁ ਸੀ। ਧੰਨਵਾਦ। So well done, many thanks. ਆਪਣੇ ਨਰਿੰਦਰ ਭੈਣ ਜੀ। ਹਾਂਜੀ, ਮੈਂ ਕਹਿਣਾ ਚਾਹੁੰਦੀ ਸੀ ਭਾਜੀ ਨੇ ਜਿਹੜਾ ਪਹਿਲਾ ਪੁਆਇੰਟ ਕਿਹਾ ਸੀ ਕਿ ਕ੍ਰਿਸ਼ਨ ਨੂੰ ਤੇ ਰਾਮ ਨੂੰ ਕਾਫੀ ਜ਼ਿਆਦਾ ਮੈਂਸ਼ਨ ਕੀਤਾ ਹੋਇਆ ਵੈ ਗੁਰਬਾਣੀ ਦੇ ਵਿੱਚ। ਉਹਦੇ ਬਾਰੇ ਮੈਂ ਖਿਆਲ ਕਰ ਰਹੀ ਸੀ ਕਿ ਕਈ ਅਸੀਂ ਦੇਖੀਏ ਹੈਗੇ ਆ ਸ਼ਬਦ ਜਿਹੜੇ ਬਹੁਤ ਵਾਰੀ ਦੇਖੇ ਜਾਂਦੇ ਹੈ, ਜਿਸ ਤਰ੍ਹਾਂ ਕਿ ਹੁਣ ਜਿਹੜਾ ਕੀਰਤਨ ਸੋਹਿਲਾ ਦਾ ਸ਼ਬਦ ਹੈ ਗਗਨ ਮੈਂ ਥਾਲ ਰਵਿਜਨ ਦੀਪਕ ਬਣੇ, ਜਾਂ ਇੱਕ ਆਸਾ ਦੀ ਵਾਰ ਦਾ ਮੇਰਾ ਖਿਆਲ ਹੈ ਸ਼ਬਦ ਹੈ, ਉਹਦੇ ਵਿੱਚ ਇੱਕ ਪਹਿਲੀ ਲਾਈਨ ਤੇ ਮੈਨੂੰ ਭੁੱਲ ਗਈ ਹੈ ਪਰ ਉਹਦੇ 'ਚ ਵੀ ਲਿਖਿਆ ਹੋਇਆ ਹੈ ਕਿ ਜਿਹਨੇ ਉਹਦੇ ਬਾਰੇ ਕਿ ਇਹ ਜਿਹਨੇ ਜੀ ਕਾ ਹੋਏ ਤਾਂ ਪਾਂਡੇ ਕਾ। ਇਸ ਤਰ੍ਹਾਂ ਦੇ ਕਈ ਐਗਜ਼ਾਮਪਲਸ ਹੈਗੇ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਏਦਾਂ ਦੇ ਐਗਜ਼ਾਮਪਲ ਯੂਜ਼ ਕੀਤੇ ਸੀ ਗੁਰਬਾਣੀ ਦੇ ਵਿੱਚ। ਤੇ ਉਹ ਮੇਰਾ ਖਿਆਲ ਹੈ ਇਸ ਕਰਕੇ ਸੀ ਕਿ ਗੁਰੂ ਨਾਨਕ ਦੇਵ ਜੀ ਆਪ ਵੀ ਉੱਥੋਂ ਹੀ ਉਹਨਾਂ ਦਾ ਅਵਤਾਰ ਵੀ ਉੱਥੋਂ ਹੀ ਹੋਇਆ ਸੀ, ਹਿੰਦੂ ਧਰਮ ਦੇ ਵਿੱਚੋਂ। ਤੇ ਉਹਨਾਂ ਦਾ ਐਕਸਪੀਰੀਅੰਸ ਵੀ ਉਹਨਾਂ ਦੇ ਬਾਰੇ ਹਿੰਦੂ ਧਰਮ ਦੇ ਬਾਰੇ ਕਾਫੀ ਸੀ। ਤੇ ਨਾਲੇ ਜਦੋਂ ਉਹ ਟੀਚ ਕਰਦੇ ਸੀ, ਗਿਆਨ ਦਿੰਦੇ ਸੀ ਬੰਦਿਆਂ ਨੂੰ, ਤੇ ਉਹ ਜਿਹੜੇ ਬੰਦਿਆਂ ਨੂੰ ਦਿੰਦੇ ਸੀ ਉਹ ਵੀ ਕਿਉਂਕਿ ਉਦੋਂ ਹਿੰਦੂ ਧਰਮ ਪ੍ਰਚਲਿਤ ਸੀ ਤੇ ਸਿੱਖ ਬਹੁਤ ਥੋੜੇ ਸੀ, ਤੇ ਜਦੋਂ ਗਿਆਨ ਵੀ ਦਿੰਦੇ ਸੀ ਤੇ ਉਹ ਹਿੰਦੂਆਂ ਨੂੰ ਹੀ ਦਿੰਦੇ ਸੀ, ਉਹਨਾਂ ਦੇ ਐਗਜ਼ਾਮਪਲ ਯੂਜ਼ ਕਰਕੇ। I think the essence is ਵੀ ਜਦੋਂ ਤੁਸੀਂ ਕਿਸੇ ਗਲਤ ਚੀਜ਼ ਨੂੰ ਰੈਫਰ ਕਰਕੇ ਕੋਈ ਮੈਸੇਜ ਦੇਣਾ ਹੈ ਤਾਂ ਕੰਟੈਂਪਰੇਰੀ ਜੋਕ 'ਚ ਵੀ ਹੋਵੇ, ਭਾਵੇਂ ਹਿੰਦੂਇਜ਼ਮ 'ਚ ਸੀਗਾ ਭਾਵੇਂ ਇਸਲਾਮ ਸੀਗਾ, ਗੁਰੂ ਸਾਹਿਬ ਨੇ ਜਾਣ ਕੇ ਦੋਨੇ ਪੱਖ ਦੇਖ ਕੇ ਜਿਹੜੀ ਵੀ ਗੱਲ ਗਲਤ ਸੀਗੀ ਉਹਨੂੰ ਮੁੱਖ ਰੱਖ ਕੇ ਗਿਆਨ ਦਿੱਤਾ ਹੈਗਾ। ਆਪਣੇ ਤੁਸੀਂ ਨਾ ਇੱਕ ਆਪਣੇ ਧੁਨੀ ਦੀ ਗੱਲ ਕੀਤੀ ਸੀਗੀ, ਇਮੈਜਿਨ ਕਰੋ ਵੀ ਕੋਈ ਗੀਤ ਹੈ ਉਹਨੂੰ ਤੁਸੀਂ ਕਿਸੇ ਧੁਨੀ 'ਚ ਜਾਣ ਕੇ ਗਾਇਆ ਹੈਗਾ ਤਾਂ ਬੜਾ ਪੋਪੂਲਰ ਹੋ ਗਿਆ। ਉਸੇ ਗੀਤ ਨੂੰ ਸੇਮ ਵਰਡਸ ਹੋਰ ਕਿਸੇ ਧੁਨੀ 'ਚ ਗਾ ਕੇ ਦੇਖੋ ਤੁਸੀਂ, ਸ਼ਾਇਦ ਉਹ ਨਾ ਅਪੀਲਿੰਗ ਹੋਵੇ। ਕਹਿਣ ਵਿੱਚ ਭਾਵ ਇਹ ਹੈਗਾ ਸ਼ਬਦਾਂ ਦੀ ਬੰਦਿਸ਼ ਜਿਹੜੀ ਹੈਗੀ ਆ, ਜਿਸ ਤਰ੍ਹਾਂ ਜਿਹੜੀ ਕਿ ਇਹਦੀ ਲੈ ਜਾਣੀ ਕਿ ਕਿੰਨੇ ਇੱਕ ਬੰਦ ਵਿੱਚ ਕਿੰਨੇ ਅੱਖਰ ਹੈਗੇ ਆ, ਉਹਦੇ ਮੁਤਾਬਕ 'ਚ ਅੰਦਰੋਂ ਦਾ ਅੰਤਰੀ ਭਾਵ ਕਿਸ ਤਰੀਕੇ ਨਾਲ ਕਿ ਵੀ ਬਹੁਤਾ ਪ੍ਰਭਾਵਿਤ ਹੋ ਕੇ ਬਾਹਰ ਨਿਕਲਦਾ ਹੈਗਾ, ਇਹਦੀ ਗੱਲ ਕੀਤੀ ਹੈ। ਜਾਣੀ ਕਿ ਲੋਕ ਕਿਹਾ ਨਾ ਜਾਣੀ ਕਿ ਪਹਿਲਾਂ ਇਸ ਬੰਦਿਸ਼ ਵੀ ਗਾਣਾ ਹੈਗਾ, ਪਿੱਛੇ ਭਾਵ ਤੇ ਇਹ ਸੀਗਾ ਜੇ ਇਸ ਬੰਦਿਸ਼ ਗਾਇਆ ਜਾਵੇ ਤਾਂ ਜਿਹੜਾ ਇਹਦਾ ਅੰਤਰੀ ਭਾਵ ਹੈਗਾ ਉਹ ਐ ਨਿਖਾਰ ਹੋ ਕੇ ਬਾਹਰ ਨਿਕਲਦਾ ਹੈਗਾ। ਜੇ ਉਸੇ ਨੂੰ ਹੋਰ ਕਿਸੇ ਰਾਗ 'ਚ ਗਾਓਗੇ ਤਾਂ ਸ਼ਾਇਦ ਨਾ ਨਿਕਲੇ। ਆਪਣੇ ਪ੍ਰੇਮ ਸਿੰਘ ਜੀ ਤੁਸੀਂ ਕੁਝ ਕਹਿਣਾ ਹੈਗਾ? ਹਾਂਜੀ, ਥੈਂਕ ਯੂ ਜੀ। ਧੁਨੀਆਂ ਦਾ ਜਿੱਦਾਂ ਆਪਾਂ ਨਾ ਕੋਈ ਅੱਜ ਕੋਈ ਟੌਪਿਕ ਰੱਖੀਏ, ਕੋਈ ਅਸੀਂ ਕਹਿੰਦੇ ਨਾ ਗੋਇੰਗ ਟੂ ਟਾਕ ਅਬਾਊਟ ਦਿਸ, ਉਹ ਜਿਹੜਾ ਟੌਪਿਕ ਮਜ਼ਮੂਨ ਹੁੰਦਾ ਜਿਹੜਾ ਨਾ, ਉਹ ਏਜੰਡਾ ਜਿਹੜਾ ਹੁੰਦਾ ਨਾ, ਉਹ ਧੁਨੀਆਂ ਜਿਹੜੀਆਂ 22 ਵਾਰਾਂ ਆ ਉਹਨਾਂ ਦੇ ਵਿੱਚ ਕੋਈ ਨਾ ਕੋਈ ਇੱਕ ਨੁਕਤਾ ਹੁੰਦਾ ਜਿਹਦੇ ਉੱਤੇ ਘੁੰਮਦਾ ਸਾਰਾ ਕੁਛ ਘੁੰਮਦਾ। ਇਸ ਕਰਕੇ ਉਹਦੇ ਉੱਤੇ ਘੁੰਮੀ ਜਾਵੇ ਤਾਂ ਸਾਨੂੰ ਬਹੁਤ ਪਿਆਰਾ ਲੱਗੂਗਾ, ਠੀਕ ਲੱਗੂਗਾ। ਹੁਣ ਦੇਖੋ ਜਿੱਦਾਂ ਆਪਾਂ ਨਾ ਹੁਣ ਪਰਮਾਤਮਾ ਨਾਲ ਮਿਲਣਾ ਹੈਗਾ ਆ, ਇਹ ਇੱਕ ਸ਼ਬਦ ਆਉਂਦਾ ਹੈਗਾ, ਜੇ ਤੋਂ ਪਿਰਿਆ ਦੀ ਸਿੱਖ ਆਓ ਨਾ ਠਾਹੇ ਕਹੀ ਦਾ, ਕਿਸੇ ਦਾ ਦਿਲ ਨਾ ਦੁਖਾਈ। ਕੀ ਆ, ਕਿਉਂਕਿ ਹਰ ਇੱਕ ਦੇ ਵਿੱਚ ਉਹ ਵਸਦਾ ਹੈਗਾ, ਆਪਣੇ ਵਿੱਚ ਹੀ ਵਸਦਾ। ਪਰ ਇਹ ਤਾਂ ਪਤਾ ਹੈਗਾ ਸਾਨੂੰ, ਥਿਓਰੈਟੀਕਲੀ ਪਤਾ, ਪਰ ਜਦੋਂ ਇਹਨੂੰ ਕਵਾਂਗੇ ਕਿ ਹਾਊ ਟੂ ਪੁੱਟ ਦੈਟ ਇਨਟੂ ਪ੍ਰੈਕਟਿਸ, ਸੈਕੰਡ ਸਟੇਜ ਜਿਹੜੀ ਆ ਹਾਊ ਟੂ ਡੂ ਇਟ, ਉਹ ਕੀ ਆ ਕਿ ਜਦੋਂ ਅਸੀਂ ਮਿੱਠਾ ਬੋਲਣਾ, ਇੱਜ਼ਤ ਕਰਨੀ,
ਦੁੱਖ ਨਹੀਂ ਦੇਣਾ। ਉਹ ਹੁੰਦਾ ਕਿ ਉਹ ਜਿਸ ਟੌਪਿਕ ਦੇ ਉੱਤੇ, ਜਿਸ ਮੁੱਦੇ ਨੂੰ ਅਸੀਂ ਸਾਹਮਣੇ ਰੱਖਿਆ ਹੈਗਾ, ਉਹਦੇ ਦੁਆਲੇ ਘੁੰਮਦਾ ਆ। ਜਿੱਦਾਂ ਦਿਲੀ ਪਿਆਰ ਨਾਲ ਅੰਦਰੋਂ ਤੁਸੀਂ ਕਰੋਗੇ ਨਾ, ਓਨਾ ਹੀ ਤੁਸੀਂ ਪਰਮਾਤਮਾ ਜੀ ਦੇ ਲਾਗੇ ਹੋਵੋਗੇ। ਕਹਿੰਦੇ ਨਾ, ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ। ਇਹ ਹਰ ਇੱਕ ਬੰਦੇ ਦਾ ਜਿਹੜਾ ਦਿਲ ਹੈ ਨਾ, ਜਿਹੜਾ ਮਨ ਹੈ ਨਾ, ਇਹ ਇੰਨਾ ਮੋਤੀ ਆ, ਤੋੜੀ ਨਾ ਕਿਸੇ ਦਾ। ਉਹ ਨਾ ਤੋੜਨ ਦਾ ਜਿਹੜਾ ਢੰਗ ਆ, ਉਹ ਕਿੱਦਾਂ ਆਉਂਦਾ, ਕਦੋਂ ਆਉਂਦਾ, ਕਿਹਨੂੰ ਆਉਂਦਾ, ਉਹ ਕਿਹਦੇ ਕੋਲੋਂ ਸਿੱਖਣਾ। ਇਹ ਜਿਹੜਾ ਕੰਮ ਹੈ, ਇਹ ਸੈਕੰਡ ਸਟੇਜ ਹੈ, ਹਾਊ ਟੂ ਡੂ ਇਟ। ਜੇ ਆਪਾਂ ਕੰਮ ਕਿਸੇ ਨੂੰ ਕੰਮ ਤੇ ਲਾਈਏ ਨਾ, ਹੁਣ ਥਿਊਰੀ ਪਹਿਲਾਂ ਦੱਸ ਦਿੰਦੇ ਆ, ਪਰ ਉਹਨਾਂ ਨੂੰ ਕਹਿੰਦਾ ਨਾਓ ਯੂ ਡੂ ਇਟ। ਜਿੱਦਾਂ ਆਪਾਂ ਡਰਾਈਵਿੰਗ ਦੀ ਥਿਊਰੀ ਸਿੱਖ ਲੈਂਦੇ ਪਹਿਲਾਂ, ਮਗਰੋਂ ਕਹਿੰਦੇ ਆ ਕਿ ਲਾਓ ਹੁਣ ਤੇਰੀ ਪ੍ਰੈਕਟਿਸ ਕਰ ਲਿਆ। ਇਹ ਜਿਹੜਾ ਕੰਮ ਹੈ ਨਾ, ਦੁਨੀਆਦਾਰਾਂ ਵਿੱਚ ਆ ਕੇ, ਦੁਨੀਆ ਵਿੱਚ ਆ ਕੇ, ਸੰਸਾਰ ਵਿੱਚ ਆ ਕੇ ਪਰਮਾਤਮਾ ਜੀ ਨੇ ਹਰ ਚੀਜ਼ ਰੱਖੀ ਹੋਏਗੀ ਹੈ, ਸਾਹਮਣੇ ਰੱਖੀ ਹੋਏਗੀ ਆ, ਪਰ ਉਹਦਾ ਸਹੀ ਯੋਗ ਪ੍ਰਯੋਗ, ਉਹਦਾ ਵਰਤੋਂ ਜਿਹੜੀ ਨਾ, ਉਹ ਜੀਵਨ ਦੇ ਵਿੱਚ, ਚਲੋ ਜਿਹਨੂੰ ਆਉਂਦੀ ਆ ਬਹੁਤ ਵਧੀਆ, ਪਰ ਜਿਹੜੀ ਗਾਈਡੈਂਸ ਹੈ ਨਾ, ਉਹ ਗੁਰਬਾਣੀ ਵਿੱਚੋਂ ਮਿਲਦੀ ਹੈ। ਸਤਿਗੁਰ ਕੀ ਬਾਣੀ ਜਿਹੜੀ ਹੈ ਨਾ, ਇਹ ਸਤ ਸਰੂਪ ਹੈ। ਇਹ ਜਿਹੜਾ ਬਾਣੀ ਦਾ ਜਿਹੜਾ ਅਸਲੀ ਢੰਗ ਹੈ ਨਾ, ਉਹ ਗੁਰਬਾਣੀ ਵਿੱਚੋਂ ਮਿਲਦਾ, ਔਰ ਮਿਲਦਾ ਹੈਗਾ ਆ। ਜਿੱਦਾਂ ਤੁਸੀਂ ਟੌਪਿਕ ਜਿਹੜਾ ਕਰੋਗੇ ਨਾ, ਉਹ ਤੁਹਾਨੂੰ ਉਦੋਂ ਦਾ ਉਹਦੀ ਗਾਈਡੈਂਸ ਮਿਲ ਜਾਊਗੀ। ਹੁਣ ਇਹੀ ਸ਼ਬਦ ਵਿੱਚ ਭਗਤ ਫਰੀਦ ਸਾਹਿਬ ਜੀ ਦਾ ਹੈ ਨਾ, ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆ ਮੰਤ, ਕਮਣ ਸੋ ਭੈਣੇ ਵੇਸਟ ਕਰਾਂ ਕਰ ਬਸਿਆ ਵੀ ਕੰਤ, ਨਿਮਣ ਸੋ ਅੱਖਣ ਕਮਣ ਗੁਣ। ਅੱਖਰ ਕਿਹੜਾ ਜਿਹੜਾ ਸਹਾਰਨਾ, ਕਿਸੇ ਦੀ ਗੱਲ ਸਹਾਰ ਲੈਣੀ ਜਿਹੜੀ ਨਾ, ਇਹ ਗੁਣ ਆ। ਇਹ ਮਿੱਠਾ ਬੋਲਣਾ ਜਿਹੜਾ ਨਾ, ਇਹ ਵੀ ਇੱਕ ਗੁਣ ਆ। ਇਹ ਏਦਾਂ ਦੇ ਜਿਹੜੇ ਗੁਣ ਆ ਨਾ, ਉਹ ਦੇਖੋ ਹਰ ਬੱਚੇ ਨੂੰ ਮਾਂ ਪਿਓ ਸਿਖਾਉਂਦੇ ਆ, ਸਕੂਲੋਂ ਸਿਖਾਉਂਦੇ ਆ, ਸਮਾਜ ਸਿਖਾਉਂਦਾ ਹੈਗਾ। ਪੁੱਠੇ ਕੰਮ ਕਰਨੇ ਕੋਈ ਵੀ ਨਾ, ਤਾਂ ਉਹਦੀ ਸਜ਼ਾ ਵੀ ਹੁੰਦੀ ਹੈ। ਪਰ ਪੁੱਠਾ ਕੰਮ ਉਹ ਕਰਦਾ ਜਿਹਨੂੰ ਪਤਾ ਨਹੀਂ ਲੱਗਾ ਹਾਲੇ ਅਸਲੀਅਤ ਕੀ ਹੈ। ਉਹਨੂੰ ਉਹ ਥਿਊਰੀ ਤੋਂ ਬਾਅਦ ਪ੍ਰੈਕਟੀਕਲ ਦਾ ਨਹੀਂ ਪਤਾ ਲੱਗਾ, ਹਾਊ ਟੂ ਡੂ ਇਟ, ਉਹ ਨਹੀਂ ਪਤਾ ਲੱਗਾ ਉਹਨੂੰ। ਕਈ ਵਾਰ ਆਪਾਂ ਕਹਿੰਦੇ ਨਾ, ਉਹ ਗਲਤ ਹੋ ਯਾਰ, ਗਲਤ ਬੋਲ ਹੋ ਗਿਆ, ਮਗਰ ਉਹ ਕਹਿੰਦੇ ਸੌਰੀ। ਜੇ ਪਹਿਲਾਂ ਹੀ ਸੋਚ ਲੈਂਦਾ ਨਾ, ਤਾਂ ਉਹਨੂੰ ਸੌਰੀ ਨਹੀਂ ਸੀ ਮੰਗਣੀ ਪੈਣੀ। ਇਸ ਕਰਕੇ ਜਿਹੜਾ ਨਾ, ਉਹ ਜਿਹੜਾ ਅਲਟੀਮੇਟ ਏਮ ਜਿਹੜਾ ਆ, ਉਹ ਇਹੀ ਆ ਕਿ ਅਸੀਂ ਠੀਕ ਹੈ, ਪ੍ਰਮਾਤਮਾ ਨੇ ਭੇਜੇ ਆ, ਮੁਕਾਏ ਆ, ਲੇਕਿਨ ਹਉਮੈ ਪਾਈ ਹੋਈ ਆ। ਹਉਮੈ ਦੇ ਵਿੱਚ ਵੀ, ਉਹਦੇ ਵਿੱਚ ਦਾਰੂ ਵੀ ਉਹਦੇ ਵਿੱਚ ਹੀ ਹੈ। ਹਰ ਚੀਜ਼ ਦੇ ਬੋਲ ਦੇ ਵਿੱਚ, ਜਿੱਦਾਂ ਬੀਬੀ ਨੇ ਪਹਿਲਾਂ ਬੋਲਿਆ ਸੀ ਨਾ, ਕਿ ਜਿਹੜੇ ਸ਼ਬਦ ਆਉਂਦੇ ਸੀਗੇ, ਜਿਹੜੇ ਜ਼ਬਾਨ ਬੋਲਣੀ ਕਿੱਦਾਂ ਬੋਲਣੀ ਹੈਗੀ ਆ, ਜ਼ਬਾਨ ਦਾ ਤੁਹਾਡੀ ਆਪਣੀ ਹੈਗੀ ਹੈ, ਪਰ ਇਹਨੂੰ ਯੂਜ਼ ਕਿੱਦਾਂ ਕਰਨਾ ਹੈਗਾ, ਉਹਦੇ ਪਿੱਛੇ ਜਿਹੜੀ ਅਕਲ ਬੁੱਧ ਆ, ਸਿਆਣਪ ਜਿਹੜੀ ਹੈ ਨਾ, ਉਹ ਆਉਣੀ ਕਿੱਥੋਂ ਆ। ਇਹ ਆ ਸਾਰਾ ਜਿਹੜਾ ਆਪਣਾ ਅਸਲੀ ਏਮ ਜਿਹੜਾ ਆ। ਧੰਨਵਾਦ। ਥੈਂਕ ਯੂ ਜੀ। ਆਪਣੇ ਰਜਿੰਦਰ ਸਿੰਘ ਜੀ, ਤੁਸੀਂ ਕੁਝ ਆਪਣੀ ਇਨਪੁਟ ਕਰੋ। ਹਾਂਜੀ, ਸੱਚੀ ਗੱਲ ਹੈ ਕਿ ਮੈਂ ਤੇ ਇਹ ਰਿਪੀਟ ਹੀ ਕਰਨਾ ਸਭ ਪਹਿਲਾਂ ਹੀ ਕਹਿ ਰਿਹਾ ਕਿ ਵੀ ਸਾਡੇ ਵੱਡੇ ਪਾਗਨ ਕੇ ਜਿਸ ਤਰ੍ਹਾਂ ਸਿਮਰਜੀਤ ਹੋਰਾਂ ਨੇ ਘੰਟਾ ਭਰ ਲਗਾ ਕੇ ਸ਼ਬਦ ਦੀ ਵਿਆਖਿਆ ਕੀਤੀ ਹੈ, ਕਿਸ ਤਰ੍ਹਾਂ ਸਾਡੇ ਅਪਲਾਈ ਕਰਦਾ ਹੈ। ਉਸ ਤੋਂ ਬਾਅਦ ਸਰ ਸੰਤੋਖ ਸਿੰਘ ਨੇ ਜਿਸ ਤਰ੍ਹਾਂ ਉਹਨੇ ਐਕਸਪਲੇਨੇਸ਼ਨ ਨਰਿੰਦਰ ਸਿੰਘ ਦੇ ਜਵਾਬ ਦਿੱਤਾ ਹੈ, ਕਿਸ ਤਰੀਕੇ ਨਾਲ ਗੁਰਬਾਣੀ ਮਹਾਰਾਜ ਨੇ ਲਿਖੀ ਤੇ ਕਿਸ ਤਰ੍ਹਾਂ ਉਹਨਾਂ ਕੀਤੇ। ਬੜੇ ਵੱਡੇ ਪਾਗਨ ਕੇ ਬੜੀ ਇਹਨਾਂ ਦੀ ਖੋਜ ਹੈਗੀ ਹੈ, ਜੋ ਅਸੀਂ ਇਹਨਾਂ ਸੁਣ ਰਹੇ ਹਾਂ, ਆਨੰਦ ਮਾਣ ਰਹੇ ਹਾਂ। ਇਹੋ ਮੈਂ ਕਹਿ ਸਕਦਾ, ਵਾਹਿਗੁਰੂ ਕਰੇਗੇ ਇਹ ਬਾਰ ਸੁਣਨ ਦਾ ਤੇ ਸਾਨੂੰ ਕੁਝ ਵਿਚਾਰਨ ਦਾ ਕੋਈ ਨਾ ਕੋਈ ਉਦਮ ਵਾਹਿਗੁਰੂ ਬਖਸ਼ਣ, ਇਹੀ ਕਹਿ ਸਕਦਾ ਜੀ ਅੱਜ ਤੇ। ਥੈਂਕ ਯੂ ਜੀ, ਥੈਂਕ ਯੂ। ਆਪਣੇ ਗੁਰਦੀਪ ਭੈਣ ਜੀ, ਤੁਸੀਂ ਕੁਝ ਕਹਿਣਾ? Taken by surprise. You need to unmute. Yeah, I was just very interested to listen to everybody. बहुत अच्छा सारे ने input दिता. Thank you. Thank you जी। कुलदीप सिंह जी, how about you? Unmute कर लो पहला, unmute कर लो। हाँ जी। नहीं, मैं तो कोई वर्ड है नहीं है, सिर्फ दिमाग ਦੇ ਜਿਹੜੀ ਥਾਟ ਚੱਲਦਾ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ, ਤੁਸੀਂ ਕਹਿੰਦੇ ਤਾਂ
ਵੈਲਕਮ, ਕਰੋ ਜੀ ਕਰੋ। ਉਹ ਭੈਣ ਜੀ ਉਹਨਾਂ ਨੇ ਸ਼ਬਦ ਦੀ ਵਿਆਖਿਆ ਕੀਤੀ ਸੀ ਨਾ, ਤੇ ਉਹਦੇ ਜੀਵਤ ਮਰੇ ਸ਼ਬਦ ਆਉਂਦੇ ਆ। ਮੇਰੀ ਛੋਟੀ ਸਮਝ ਤੇ ਇਹ ਗੱਲ ਆਉਂਦੀ ਆ ਕਿ ਜੇ ਬੰਦਾ ਸਤਿਗੁਰਾਂ ਦੀ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਕਰ ਲਵੇ ਨਾ, ਤਾਂ ਆਪਣੇ ਜਿੰਨੇ ਵੀ ਥਾਟਸ ਉਪਜਦੇ ਆ ਮਨ ਦੇ ਵਿੱਚ, ਉਹਨਾਂ ਨੂੰ ਬਸ ਇੱਕ ਪਾਸੇ ਕਰੀ ਜਾਵੇ। ਹੋ ਸਕਦਾ ਉਹ ਚੰਗੇ ਹੋਣ, ਹੋ ਸਕਦਾ ਉਹ ਮਾੜੇ ਹੋਣ, ਜਿੱਦਾਂ ਦੇ ਵੀ ਹੈ, ਪਰ ਉਹਨਾਂ ਤੇ ਕੋਈ ਭਰੋਸਾ ਨਾ ਕਰੇ। ਦੇਖੇ ਕਿ ਬਈ ਆ ਜਿਹੜਾ ਕੰਮ ਮੇਰੇ ਸਾਹਮਣੇ ਹੁਣ ਪਿਆ ਵਾ, ਇਹ ਮੇਰੀ ਐਕਸ਼ਨ ਜਿਹੜੀ ਹੈਗੀ ਆ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਹੋਣੀ ਆ ਕਿ ਨਹੀਂ ਹੋਣੀ। ਬਸ ਇਸ ਦੇ ਉੱਤੇ ਆਪਣਾ ਜਾਣੀ ਕਿ ਜ਼ੋਰ ਦੇਵੇ ਕਿ ਜੇ ਤਾਂ ਜਵਾਬ ਵਾਪਸ ਆ ਜਾਵੇ ਨਾ ਆਪਣੇ ਮਨ ਤੋਂ ਹੀ ਕਿ ਹਾਂ ਇਹ ਗੱਲ ਜਿਹੜੀ ਹੈਗੀ ਆ ਗੁਰਬਾਣੀ ਦੇ ਅਨੁਸਾਰ ਹੈਗੀ ਆ, ਫਿਰ ਤਾਂ ਕਰ ਲਵੇ। ਜੇ ਨਹੀਂ ਹੈਗੀ ਤਾਂ ਫਿਰ ਨਾ ਕਰੇ। ਸੋ ਜੇ ਜਦੋਂ ਫਿਰ ਗੱਲ ਹੋਈ ਨਾ, ਫਿਰ ਉਹ ਯਾਨੀ ਕਿ ਜੀਵਤ ਮਰਨ ਵਾਲੀ ਗੱਲ ਹੋ ਜਾਂਦੀ ਹੈ ਮੇਰੇ ਮਨ ਦੇ ਵਿੱਚ ਕਿ ਤੁਸੀਂ ਆਪਣਾ ਜਿਹੜਾ ਖਿਆਲ ਹੈ ਨਾ, ਚਾਹੇ ਮੰਦਾ ਚਾਹੇ ਮਾੜਾ, ਉਹ ਤੁਹਾਨੂੰ ਉਹਦੇ ਵੱਲ ਉਹਦੀ ਤੁਸੀਂ ਵਿਚਾਰ ਹੀ ਕੋਈ ਨਹੀਂ ਕਰਨੀ। ਸਿਰਫ ਗੁਰਬਾਣੀ ਨੂੰ ਮੋਹਰੇ ਰੱਖਣਾ। ਇਸ ਤਰ੍ਹਾਂ ਹਰ ਵੇਲੇ ਕਰਨ ਦੇ ਨਾਲ ਤੁਹਾਨੂੰ ਜੇ ਆਦਤ ਤੁਹਾਡੀ ਪੱਕ ਗਈ, ਹਰ ਵੇਲੇ ਗੁਰਬਾਣੀ ਨੂੰ ਮੋਹਰੇ ਰੱਖਿਆ, ਆਟੋਮੈਟਿਕਲੀ ਕਿ ਤੁਹਾਡਾ ਮੈਂ ਸਮਝਦਾ ਕਿ ਜਿਹੜੀ ਹਉਮੈ ਦੀ ਦੀਵਾਰ ਖੜੀ ਹੈ ਤੁਹਾਡੀ ਤੇ ਪਰਮਾਤਮਾ ਦੇ ਵਿੱਚ, ਉਹ ਖੁੱਲਣੀ ਸ਼ੁਰੂ ਹੋ ਜਾਣੀ ਹੈ। Just hold on, Kuldip Singh ji. Can I please ask, there are some people who are having a dialogue, a personal dialogue. Can you mute yourself because it's causing disturbance? ਹਾਂਜੀ ਕੁਲਦੀਪ ਸਿੰਘ ਜੀ। ਸੌਰੀ, ਮੈਂ ਇਹ ਕਹਿਣ ਲੱਗਾ ਸੀਗਾ ਕਿ ਜੇ ਆਪਣਾ ਸਾਰੀਆਂ ਐਕਸ਼ਨਸ ਤੁਸੀਂ ਗੁਰਬਾਣੀ ਦੇ ਅਨੁਸਾਰ ਕਰਨ ਲੱਗ ਪਓ ਨਾ, ਤਾਂ ਫਿਰ ਆਟੋਮੈਟਿਕਲੀ ਗੁਰਬਾਣੀ ਦੀ ਪਾਵਰ ਦੇ ਨਾਲ ਨਾ ਉਹ ਜਿਹੜੀ ਤੁਹਾਡੀ ਹਉਮੈ ਦੀ ਦੀਵਾਰ ਵਿੱਚ ਖੜੀ ਹੈ ਨਾ, ਉਹ ਫਿਰ ਖੁਰਨੀ ਸ਼ੁਰੂ ਹੋ ਜਾਣੀ ਹੈ, ਖੁਰ ਕੇ, ਤੇ ਉਹਦਾ ਮੇਰੇ ਖਿਆਲ 'ਚ ਏਦਾਂ ਹੁੰਦਾ ਕਿ ਖਾਤਮਾ ਹੀ ਹੋ ਜਾਣਾ ਹੈ। ਕਿਉਂਕਿ ਪ੍ਰੀਵੀਅਸ ਸਪੀਕਰਸ ਨੇ ਕਿਹਾ ਸੀਗਾ ਕਿ ਹਉਮੈ ਖਤਮ ਨਹੀਂ ਹੋ ਸਕਦੀ। ਸੋ ਉਹਦੇ ਤੇ ਮੈਂ ਥੋੜਾ ਜਿਹਾ ਮੇਰੇ ਆਪਣੇ ਖਿਆਲ ਦੇ ਨਾਲ ਥੋੜਾ ਇਸ਼ੂ ਲੈਣਾ। ਸੋ ਬਸ ਇੰਨਾ ਹੀ ਕਹਿਣਾ ਚਾਹੁੰਦਾ। ਥੈਂਕ ਯੂ। Thank you ਜੀ, thank you. Amrik Singh ji, would you like to input your views? Amrik Singh ji, you need to ਨਹੀਂ ਡਾਕਟਰ ਸਾਹਿਬ, ਮੈਂ ਤਾਂ ਕੁਛ ਨਹੀਂ ਕਹਿਣਾ। ਮੈਂ ਤਾਂ ਹੈਰਾਨ ਆ ਕਿ ਤੁਸੀਂ ਇਹ ਦੱਸੋ ਵੀ ਤੁਸੀਂ ਇਹਨੀ ਸਟੱਡੀ ਕਿੱਥੇ ਕਰਦੇ ਰਹੇ ਆ? ਅਮਰੀਕ ਸਿੰਘ ਜੀ, ਮੈਂ ਤਾਂ ਹਾਲੇ ਸਿੱਖਦਾ ਗਾ ਇਹਨਾਂ ਕੋਲੋਂ, ਸਾਰਿਆਂ ਕੋਲੋਂ। ਤੁਸੀਂ ਡਾਕਟਰਾਂ ਨੂੰ ਤਾਂ ਬੇਲ ਨਹੀਂ ਮਿਲਦਾ ਹੈਗਾ ਆ, ਰੋਟੀ ਖਾਣ ਦਾ ਵੀ ਟਾਈਮ ਨਹੀਂ ਮਿਲਦਾ, ਤੇ ਤੁਸੀਂ ਇਹਨੀ ਸਟੱਡੀ ਕਿੱਥੇ ਕੀਤੀ? ਮੈਂ ਤਾਂ ਇਹ ਹੈਰਾਨ ਆ। ਦੇਖੋ ਜੀ, ਸਿਮਰਜੀਤ ਹੋਣੀ ਟੀਚ ਕਰਨ ਬੈਠੇ ਆ, ਆਪਣੇ ਸੰਤੋਖ ਹੋਣੀ ਬੈਠੇ ਹੈਗੇ, ਅਵਤਾਰ ਸਿੰਘ ਆਏ ਨੇਗੇ, ਬਥੇਰੇ ਟੀਚਰ ਹੈਗੇ ਇੱਥੇ, ਬੜਾ ਸਿੱਖਣ ਨੂੰ ਮਿਲਦਾ ਹੈਗਾ। ਵੈਸੇ ਸੰਤੋਖ ਸਿੰਘ ਨੇ ਵੀ ਵੈਸੇ ਕਾਫੀ ਮਿਹਨਤ ਕੀਤੀ ਆ, ਉਹਨੂੰ ਉਹ ਵੀ ਇਸ ਸ਼ਲਾਘਾ ਦੇ ਯੋਗ ਆ। ਇਹ ਤਾਂ ਬਈ ਇਹ ਤਾਂ ਬਹੁਤ ਕੁਝ ਲਰਨ ਕਰ ਰਹੇ ਤੁਹਾਡੇ ਤੋਂ, ਬੜੀ ਤੁਹਾਡੀ ਮਿਹਰਬਾਨੀ। ਇਹ ਤਾਂ ਇਸ ਡਿਫਿਕਲਟ ਟਾਈਮ ਦੇ ਵਿੱਚ, ਲੋਕਡਾਊਨ ਦੇ ਵਿੱਚ ਆਦਮੀ ਬਾਹਰ ਵੀ ਨਹੀਂ ਜਾਂਦਾ ਹੈਗਾ। ਇਹ ਤਾਂ ਜਿੱਦਾਂ ਕਹੋ ਇਟਸ ਅ ਬਲੇਸਿੰਗ ਟੂ ਅਸ। ਥੈਂਕ ਯੂ ਜੀ, ਥੈਂਕ ਯੂ। ਆਪਣੇ ਮਿਹਰਬਾਨੀ। ਓਕੇ ਜੀ, ਲੀਡ ਸਤਵੰਤ ਭੈਣ ਜੀ, would you like to sort of share your thoughts? Unmute ਕਰ ਲਓ ਪਹਿਲਾਂ, unmute ਕਰ ਲਓ just if you want to. ਹਾਂਜੀ। ਮੈਂ ਬਹੁਤ ਕੁਝ ਤੇ ਨਹੀਂ ਕਹਿ ਸਕਦੀ, ਪਰ ਸ਼ਲਾਘਾ ਜ਼ਰੂਰ ਕਰ ਸਕਦੀ ਹਾਂ ਕਿ ਸਾਰੇ ਭੈਣ ਭਰਾ ਜਿਹੜਾ ਬੜੇ ਇੰਟਰਸਟ ਨਾਲ ਸਟੱਡੀ ਕਰਕੇ ਆਉਂਦੇ ਆ, ਔਰ ਉਹ ਓਪਨਲੀ ਆਪਣੇ ਜਿਹੜੇ ਆ ਉਹ ਡਿਸਕਸ ਕਰਦੇ ਆ। ਪਰ ਸਾਡੀ ਗੁਰਬਾਣੀ ਵਿੱਚ ਹਰ ਇੱਕ ਚੀਜ਼ ਦੱਸੀ ਹੋਈ, ਜਿਸ ਤਰ੍ਹਾਂ ਅਸੀਂ ਅੱਜ ਬੜੇ ਵਿਸਥਾਰ ਨਾਲ ਗੱਲ ਕੀਤੀ ਹੈ ਹਉਮੈ ਦੀ, ਕ੍ਰੋਧ ਦੀ, ਤੇ ਅਸਲ 'ਚ
ਢਾਂਚਾ ਜਿਹੜਾ ਗੁਰੂ ਸਾਹਿਬ ਨੇ ਆਪ ਹੀ ਗੁਰਬਾਣੀ ਚ ਬਣਾ ਕੇ ਸਾਨੂੰ ਦੱਸਿਆ ਹੋਇਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਪਾਰ ਕਰਨਾ। ਤੁਹਾਡੀ ਆਵਾਜ਼ ਨਹੀਂ ਸੁਣਦੀ। ਆਪਣੇ ਤੁਸੀਂ ਨਾ ਥੋੜਾ ਮਾਈਕ੍ਰੋਫੋਨ ਤੇ ਲੱਗੇ ਹੋ ਕਿ ਬੋਲੋਗੇ ਤਾਂ ਫਿਰ ਸਾਰਿਆਂ ਨੂੰ ਸੁਣੇਗਾ ਸ਼ਾਇਦ। ਸੌਰੀ, ਮੈਂ ਇਹ ਕਹਿ ਰਹੀ ਸੀ ਕਿ ਹੁਣ ਸੁਣਾਈ ਦੇ ਰਿਹਾ? ਹਾਂਜੀ, ਮੇਰਾ ਗਲਾ ਵੀ ਨਹੀਂ ਠੀਕ। ਕਿ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਬਹੁਤ ਸ਼ਲਾਘਾਯੋਗ ਹੈ। ਘੱਟੋ ਘੱਟ ਸਾਡੇ ਵਰਗੇ ਮੂਰਖਾਂ ਦੇ ਵੀ ਕੰਨਾਂ ਵਿੱਚ ਕੋਈ ਚੰਗੇ ਲਫ਼ਜ਼ ਪੈ ਰਹੇ ਤੇ ਮੇਰਾ ਸਿਰਫ ਕਹਿਣ ਦਾ ਇਹ ਹੈਗਾ ਕਿ ਬਹੁਤ ਅੱਛੀ ਅਟੈਂਪਟ ਹੈ ਕਿ ਖੁੱਲੇ ਤੌਰ ਤੇ ਐਨੀ ਸਟੱਡੀ ਕਰਕੇ ਸਾਰੇ ਸਾਂਝ ਪਾ ਰਹੇ ਹੈ। ਤੇ ਪਰ ਗੁਰਬਾਣੀ ਦੇ ਵਿੱਚ ਉਦਾਹਰਨਾਂ ਦੇ ਦੇ ਕੇ ਤੇ ਸਾਨੂੰ ਸਾਰਾ ਕੁਝ ਦੱਸਿਆ ਵੀ ਹੋਇਆ ਉਹਨਾਂ ਨੇ, ਜਿਸ ਤਰ੍ਹਾਂ ਕਿ ਅੱਜ ਅਸੀਂ ਖਾਸ ਤੌਰ ਤੇ ਗੱਲ ਕੀਤੀ ਹੈ ਆਪਣਾ ਹਉਮੈ ਦੀ, ਕ੍ਰੋਧ ਦੀ, ਇਹ ਬਾਕੀ ਵੀ ਜਿੰਨੇ ਸਾਡੇ ਪੰਜ ਜਿਹੜੇ ਹੈਗੇ ਆ ਬੁਰੀਆਂ ਚੀਜ਼ਾਂ ਸਾਡੇ ਅੰਦਰ ਹੈਗੀਆਂ। ਪਰ ਇਹ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਕਿਹਾ ਹੋਇਆ ਕਿ ਚੀਜ਼ਾਂ ਤਾਂ ਸਾਡੇ ਤੇ ਇਨਹੈਰਟ ਹੈਗੀਆਂ ਔਰ ਸਾਨੂੰ ਬਹੁਤਿਆਂ ਦੀ ਲੋੜ ਵੀ ਹੈ। ਫॉर एग्जांपल जिस तरह माया है, माया की सानू लोड़ भी है, जिस तरह रोटी खान वास्ते, छत लैन वास्ते सानू ये सारी चीज़ां साडी सिक्खी विच दसियां होईयां ने। पर एट द सेम टाइम सानू ये भी दसिया कि साडी लिमिट की है, असी उस लिमिट विच रह के काम करना है। ते बाकी ये हैगी है गुरबाणी भी हर एक बंदा अपने हिसाब नाल ओनू इंटरप्रेट करदा है और असल च जे तुसी ओदा सरांश समझ के और जो रस्ता सानू गुरु साहबा ने दसिया है ओनू असी ओदी पकड़ लै लईए ते ओदे नाल सानू साडा एक जिहड़ा जीवन है सचियार हो सकता है कि सानू ताही असी परमात्मा दे नेड़े आ सकते हैं जे साडा जीवन सचियार होवे। बस मैं इन्ना कह सकती हाँ। तो ज्यादा ते सबने बहुत विस्तार पूर्वक दसिया कि कोई ऐड करने दी कैपेसिटी नहीं छड़ी हुई। थैंक यू जी। अपने हुण ना अपने थोड़े रह गए हैं अपने नॉर्मली दे डोंट सिर्फ एक्टिवली पार्टिसिपेट पे जे उन्हां विचों जिस तरह अपने कुलवंत भैन जी जां मनशा भैन जी जां परमजीत कौर अपने जां रविंदर सिंह जां रघविंदर सिंह ਜਾਂ ਆਪਣੇ ਜਿਹੜੇ ਆਪਣੇ ਲੇਡੀ ਹੈ ਜਿਹਨਾਂ ਨੇ ਆਈਪੈਡ ਹੀ ਰੱਖਿਆ ਹੈਗਾ, ਜਾਨੀ ਕਿ ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ, ਜੇ ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਹੋਵੇ ਤਾਂ ਹਾਂਜੀ ਮਿਸ ਚਾਂਦੀ। ਅੱਛਾ ਮਿਸਿਸ ਚਾਂਦੀ ਵਾਲਾ ਜੇ ਕੁਝ ਕਹਿਣਾ ਹੋਵੇ ਤਾਂ ਸਭ ਜਾਣ ਕੇ ਵੀ everybody we've still got about 10 minutes, so you're all welcome to share your views. In the absence of it, whilst they're all sort of thinking in their own minds, what to say, what how to contribute. Stanam Paji, thank you. You can come in and Hanji Panji. I think you need to unmute again. I think you've muted yourself again for some reason. Program. Thank you. Thank you जी। अच्छा जी, अच्छा राइट। सनापन जी। हाँ जी सनापन जी। हाँ जी भाजी मेरे को कहने ਲਈ ਤਾਂ ਹੁਣ ਕੁਝ ਨਹੀਂ ਗਾ, ਪਰ ਇੱਕ ਤੁਹਾਡੀ ਵਡਿਆਈ ਕਰਨੀ ਚਾਹੁੰਦਾ ਕਿ ਜਿਹੜਾ ਮੈਂ ਸ਼ਬਦ ਜਿਹੜਾ ਸੁਰੰਜੂ ਨੇ ਕੀਤਾ, ਮੈਂ 3-4 ਵਾਰੀ ਪੜ੍ਹਿਆ, ਆਪ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਪਹਿਲਾਂ ਤਾਂ ਸਮਝ ਆਉਂਦੀ ਸੀ, ਜਿਹੜਾ ਅਖੀਰ ਜਾ ਕੇ ਤੁਸੀਂ ਨਾ ਇਹ ਘੁੰਡੀ ਕੱਢੀ ਹੈ ਇੱਕ ਹੀ ਵੰਡ ਦੀ ਆ, ਇਹ ਮੇਰੇ ਦਿਮਾਗ 'ਚ ਕਿਤੋਂ ਆ ਹੀ ਨਹੀਂ ਰਿਹਾ ਸੀ ਕਿਸੇ ਪਾਸੇ ਵੱਲੋਂ। ਇਟਸ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਪਤਾ ਨਹੀਂ ਕਿੱਥੋਂ ਇਹ ਖਿਆਲ ਕੇ ਜਿਹੜੀ ਹੈਗੀ ਹੈ ਲੁਕੀ ਛੁਪੀ ਗੱਲ ਜਿਹੜੀ ਇੱਥੇ ਸਾਹਮਣੇ ਲੈ ਕੇ ਆਉਂਦੀ ਹੈ। ਹੁੰਦਾ ਨਾ ਅਖੀਰਲੀ ਲਾਈਨ ਜਿਹੜੀ ਹੈਗੀ ਹੈ, ਨਾਨਕ ਛਪੈ ਕਿਉਂ ਛਪਿਆ ਇੱਕ ਹੀ ਵੰਡ ਦੀਆ, ਉਹ ਇੱਕ ਹੀ ਵੰਡ ਦੀ ਹੈ ਜੀ ਨਾ। ਤੁਸੀਂ ਉਹ ਜਿਸ ਤਰੀਕੇ ਨਾਲ ਦੱਸੀ ਹੈਗੀ ਹੈ ਮੇਰੇ ਦਿਮਾਗ 'ਚ ਨਹੀਂ ਆ ਰਹੀ ਸੀਗੀ। ਇਟਸ ਨਾਈਸ, ਬੜੀ ਤੁਹਾਡਾ ਧੰਨਵਾਦ, ਥੈਂਕ ਯੂ ਵੈਰੀ ਮਚ, ਚੰਗਾ ਲੱਗਿਆ।
ਪਤਾ ਨਹੀਂ ਕਿੱਥੋਂ ਤੁਸੀਂ ਇਹ ਕੱਢ ਕੇ ਲੈ ਕੇ ਆਉਣੇ ਹੋ, ਇਹ ਖਿਆਲ ਕਰਦੇ ਹੋ ਜਾਂ ਕਿੱਥੋਂ ਦੇਖ ਕੇ ਆਉਣੇ ਹੋ ਜਾਂ ਆਪਣੇ ਵਿਚਾਰ ਕਰਦੇ ਹੋ। ਨਾਈਸ ਆਫ ਯੂ। ਥੈਂਕ ਯੂ ਜੀ, ਥੈਂਕ ਯੂ ਜੀ। ਥੈਂਕ ਯੂ। ਪੰਡਿਤ, do you want to say something? ਸਤਿ ਸ਼੍ਰੀ ਅਕਾਲ ਭਾਜੀ। ਜਸਟ ਮੈਂ ਅੱਜ ਬਹੁਤ ਇੰਜੋਏ ਕੀਤਾ, ਥੈਂਕ ਯੂ ਸਾਰਿਆਂ ਦਾ। ਮੈਨੂੰ ਬਹੁਤ ਨਾਈਸ ਲੱਗਿਆ। ਹਮੇਸ਼ਾ ਇਨਸਾਨ ਇਹੀ ਆਪਣੇ ਆਪ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਅਸੀਂ ਆਪਣੀਆਂ ਚੀਜ਼ਾਂ ਨੂੰ ਕਿੱਦਾਂ ਖਤਮ ਕਰੀਏ, ਪਰ ਜਿੱਦਾਂ ਉਹਨਾਂ ਨੇ ਸੰਤੋਖ ਭਾਜੀ ਜੀ ਨੇ ਬੜੇ ਚੰਗੀ ਤਰ੍ਹਾਂ ਨਾਲ ਐਕਸਪਲੇਨ ਕੀਤਾ ਕਿ ਸਾਡੇ ਅੰਦਰ ਹੀ ਆ, ਅਸੀਂ ਇਹਨਾਂ ਨੂੰ ਖਤਮ ਤਾਂ ਨਹੀਂ ਕਰ ਸਕਦੇ, ਪਰ ਸੋਚ ਨਾਲ ਅਸੀਂ ਦੇਖ ਸਕਦੇ ਹਾਂ ਕਿ ਇਹਨੂੰ ਵਰਤਣਾ ਕਿੱਦਾਂ ਵਾ। ਸੋ ਇਹ ਥੋਟ ਬਹੁਤ ਹੀ ਨਾਈਸ ਲੱਗਾ। ਸੋ ਸਾਰਿਆਂ ਦਾ ਥੈਂਕ ਯੂ ਵੈਰੀ ਮਚ। ਜਿੱਦਾਂ ਉਹਨਾਂ ਨੇ ਕਿਹਾ ਕਿ ਇਹ ਇੱਕ ਵੈਰੀ ਬਲੈਸਿੰਗ, ਬਹੁਤ ਕੁਝ ਲਰਨ ਕਰਨ ਨੂੰ ਮਿਲਦਾ। ਥੈਂਕ ਯੂ ਸੋ ਮਚ ਸਾਰਿਆਂ ਦਾ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਆਪਣੀ ਨਾ ਜਸਟ a bit of information। ਆਪਣੇ ਨਾ ਰਜਿੰਦਰ ਤਾਂ ਹੋਣਾ ਨਹੀਂ ਥੇ, ਪਰ ਰਜਿੰਦਰ ਨਾ ਆਪਣੇ ਭੈਣ ਜੀ she was here before। ਹਾਂਜੀ, ਓਕੇ। ਉਹਨਾਂ ਨੇ ਨਾ ਇੱਕ ਗਰੁੱਪ ਸੈਟ ਕੀਤਾ ਗਾ, ਸੈਫ, ਸਿੱਖ ਐਜੂਕੇਸ਼ਨ ਫੋਰਮ। ਉਹਨਾਂ ਵੱਲੋਂ ਸੰਡੇ ਨੂੰ ਐਵਰੀ ਅਦਰ ਸੰਡੇ ਸੁਖਮਨੀ ਸਾਹਿਬ ਤੇ ਐਵਰੀ ਅਦਰ ਸੰਡੇ ਯੰਗਸਟਰਸ ਲਈ ਗੁਰਬਾਣੀ ਅਵੇਅਰਨੈਸ ਗਰੁੱਪ ਜਿਹੜਾ ਹੈਗਾ ਉਹਦਾ ਪ੍ਰੋਗਰਾਮ ਹੁੰਦਾ ਹੈਗਾ ਸ਼ਾਮ ਨੂੰ 6 ਵਜੇ, ਸ਼ਾਮ ਨੂੰ 7 ਵਜੇ ਤੋਂ ਲੈ ਕੇ। ਸੋ ਉਹਦਾ ਲਿੰਕ ਜਾਣੀ ਕਿ ਭੇਜਿਆ ਜਾਂਦਾ ਹੈਗਾ। ਸੋ ਡੂ ਜੁਆਇਨ ਇਨ ਦੇਅਰ ਐਜ਼ ਵੈਲ ਇਫ ਯੂ ਕੈਨ। ਇਸੇ ਤਰ੍ਹਾਂ ਆਈ ਥਿੰਕ ਸ਼ੀ ਐਡਸ ਵੇਰੀਅਸ ਅਦਰ ਐਕਟੀਵਿਟੀਜ਼। ਕੱਲ੍ਹ ਨੂੰ ਵੀ ਕੁਛ ਹੋਣਾ ਹੈਗਾ, ਸੈਟਰਡੇ ਵੀ ਜਾਣੀ ਕਿ ਐਕਟੀਵਿਟੀ ਕਰ ਰਹੇ ਹੋ। ਇਸੇ ਤਰ੍ਹਾਂ ਹੀ ਥਰਸਡੇ ਵਾਲੇ ਦਿਨ ਵੀ ਐਕਟੀਵਿਟੀ, ਜਾਣੀ ਕਿ ਅਗਲੇ ਥਰਸਡੇ ਆਪਣੇ ਅਵਤਾਰ ਸਿੰਘ ਭਾਜੀ ਆ ਰਹੇ ਹੈਗੇ ਆ ਟੂ ਟਾਕ ਅਬਾਊਟ ਗੁਰੂ ਗੋਬਿੰਦ ਸਿੰਘ ਜੀ। ਸੋ ਇਸ ਤਰ੍ਹਾਂ ਦੀ ਐਕਟੀਵਿਟੀਜ਼ ਹੈ ਜਿਹੜੀਆਂ ਸੈਫ ਵੱਲੋਂ ਆਰਗੇਨਾਈਜ਼ ਕੀਤੀਆਂ ਜਾਂਦੀਆਂ ਹੈਗੀਆਂ। ਉਹ ਜੇ ਜਾਣੀ ਕਿ ਤੁਸੀਂ ਉਹਨਾਂ 'ਚ ਹਿੱਸਾ ਲੈਣਾ ਹੋਵੇ ਤਾਂ ਜਸਟ ਕੰਟੈਕਟ ਰਜਿੰਦਰ and then she'll add you to the group and then you'll get links automatically। ਰਜਿੰਦਰ ਭੋਗਲ। ਹਾਂਜੀ, ਹਾਂ। ਓਕੇ ਓਕੇ, ਥੈਂਕ ਯੂ। Anything else? Anything else? अपने सिमरजीत, is there anything else to add? नहीं जी, बस और तो टाइम हो गया। Okay जी, so I think it was our first session and hopefully other sessions will be equally informative, I hope, but I think we do want active participation from everybody। So I think जिस तरह सिमरजीत भैन जी ने तैयार करके ਜਾਂ ਸਵਰਨ ਜੀ ਨੇ ਤਿਆਰ ਕਰਕੇ ਸ਼ਬਦ ਲਿਆਂਦਾ ਹੈਗਾ, make an effort or talk about a particular topic and it'll be much appreciated। Okay ji, look forward to meeting you next week। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।